ਹਾਜ਼ਰੀ ਜੀ ਤੁਹਾਡੇ ਸਾਰਿਆਂ ਨਾਲ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਇਸ ਵੇਲੇ ਆਪ ਜੀ ਦੇ ਨਾਲ ਗੱਲਾਂ ਕਰਨ ਆ ਜਾਈਦਾ। ਤੁਸੀਂ ਪਿਆਰ ਕਰਦੇ ਹੋ, ਤੁਸੀਂ ਮਤਲਬ ਹਰ ਰੋਜ਼ ਉਡੀਕਦੇ ਹੋ, ਉਹਦੇ ਲਈ ਬੜਾ ਧੰਨਵਾਦ। ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਗੱਲਾਂ ਵੀ ਹੋ ਜਾਣ, ਨਾਲ ਹਾਸਾ ਖੇਡਾ ਵੀ ਹੋ ਜਾਵੇ, ਕਿਉਂਕਿ ਨਿਰੀਆਂ ਪੂਰੀਆਂ ਖੁਸ਼ਕ ਜਿਹੀਆਂ ਖਬਰਾਂ ਹੋਣ 'ਤੇ ਐਵੇਂ ਕਿਸੇ ਵੇਲੇ ਮਤਲਬ ਬੰਦਾ ਕਹਿੰਦਾ ਯਾਰ ਇੰਨੀ ਖੁਸ਼ਕੀ ਵੀ ਨਹੀਂ ਚੰਗੀ। ਕਿਉਂ ਬਾਟ ਸਾਹਿਬ? ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਖੁਸ਼ਕੀ ਤਾਂ ਜਿੱਦਾਂ ਮੈਂ ਅੱਜ ਹੀ ਕਿਹਾ ਸੀ ਕਿ ਭਾਈ ਸਾਹਿਬ ਸਿਰ ਨੂੰ ਤੇਲ ਤੂਲ ਚੰਗਾ ਲਾਇਆ ਕਰੋ। ਸਰੋਂ ਦਾ ਤੇਲ ਐਤਵਾਰ ਸਵੇਰੇ ਲਾਉਣਾ, ਤਕਾਲਾਂ ਨੂੰ ਨਹਾਉਣਾ। ਆਹਾ, ਇਹਨੂੰ ਪੰਜਾਬੀ 'ਚ ਉਹਦੇ ਲਈ ਇੱਕ ਸ਼ਬਦ ਹੈ ਝੱਸਣਾ। ਕੀ ਬਾਤ! ਚੰਗੇ ਤਰੀਕੇ ਝੱਸ ਕੇ, ਇਸ ਕਰਕੇ ਖਬਰਾਂ ਤਾਂ ਖੁਸ਼ਕ ਜਿਹੀਆਂ ਹੁੰਦੀਆਂ, ਅਸੀਂ ਝੱਸ ਕੇ ਪੇਸ਼ ਐ ਥੰਦੀਆਂ ਕਰ ਕਰਕੇ ਮੁੜ ਕੇ ਜੇ ਕੋਈ ਖਬਰ ਨੂੰ ਹੱਥ ਵੀ ਲਾ ਦੇਵੇ, ਉਹ ਮਾਲਕ ਉਹ ਇੰਨਾ ਤੇਲ ਹੀ ਆ ਮਤਲਬ ਹੱਥ ਚੋਂ ਖਬਰ ਤਿਲਕ ਜਾਵੇ। ਚਲੋ ਇਹ ਤੇ ਵਧੀਆ। ਕੱਲ੍ਹ ਦਾ WhatsApp ਵਧਾਈਆਂ ਤੁਹਾਨੂੰ, ਕਹਿੰਦੇ ਵੀ ਬਹੁਤ ਬਹਿਜਾ ਹੋਈ ਪਈ ਆ। ਉੱਧਰ ਜਿਹੜੀਆਂ ਉਹ ਹੁੰਦੀਆਂ ਨੇ ਫੋਟੋ ਕਾਪੀ ਕਰਨ ਵਾਲੀਆਂ ਮਸ਼ੀਨਾਂ, ਉਹ ਗਰਮ ਹੋ ਕੇ ਰੁਕ ਗਈਆਂ ਨੇ ਤੇ ਇਹ ਲੋਕ ਹੈਲਮਟ ਪਾ ਕੇ ਜਾ ਰਹੇ ਆ। ਪਲੱਸ ਇਹ ਵੀ ਹੈ ਕਿ ਵੀ ਜਿੱਥੋਂ ਕਿਸੇ ਨੇ ਕੋਈ ਮਤਲਬ ਕੋਈ ਪੈਨ ਕਾਗਜ਼ ਖਰੀਦਣਾ, ਉਹ ਵੀ ਫਟਾਫਟ ਆ। ਨਾਲ ਸਰਪੰਚਾਂ ਨੇ ਕਹਿੰਦੇ ਬਿਲਕੁਲ ਕਈ ਹੁੰਦਾ ਨਾ ਵੀ ਫਲਾਨਾ ਜਿਹੜਾ ਉਹਨਾਂ ਕੋਲੋਂ ਤੁਸੀਂ ਦਸਤਖਤ ਕਰਵਾ ਕੇ ਲੈ ਕੇ ਆਓ। ਉਹਨਾਂ ਨੇ ਨਵੀਂ ਡੱਬੀ ਲੈ ਆਂਦੀ ਜਿਹਦੇ 'ਤੇ ਮੋਹਰ ਵਾਲੀ ਨਹੀਂ ਹੁੰਦੀ, ਸਿਆਹੀ ਵਾਲੀ। ਉਹ ਕਹਿੰਦੇ ਪਹਿਲੀ ਸੁੱਕ ਗਈ ਯਾਰ, ਕਦੀ ਕਿਸੇ ਨੇ ਮੋਹਰ ਲਵਾਈ ਕਦੀ ਨਾ ਲਵਾਈ। ਆਹ ਕਹਿੰਦੇ ਹੁਣ ਮੋਹਰਾਂ ਵਾਲਾ ਕੰਮ ਉਹ ਵੀ ਡੱਬੀ ਨੂੰ ਨਵੀਂ ਲਾਈ। ਸੋ ਬਹੁਤ ਮਤਲਬ ਕੱਲ੍ਹ ਦਾ ਨੌਕਰੀਆਂ ਦਾ ਤਾਂ ਸਮਝ ਨਹੀਂ ਲੱਗਣ ਡਈ। ਨਹੀਂ, ਬੜੇ ਇੰਨੇ ਸੁਨੇਹੇ ਆਏ ਨਾ। ਕਈਆਂ ਨੇ ਇਹ ਵੀ ਪੁੱਛਿਆ ਕਿ ਹੁਣ ਤੁਸੀਂ ਦੱਸੋ ਕਿ 3-4 ਡਿਪਾਰਟਮੈਂਟਾਂ ਦੇ ਵਿੱਚ ਭਰਤੀ ਖੁੱਲ੍ਹ ਗਈ ਆ ਤੇ ਨਿਆਣਿਆਂ ਸਾਡਿਆਂ ਨੇ ਡਿਗਰੀਆਂ ਵੀ ਕਈ ਕੀਤੀਆਂ। ਹੁਣ ਭਰਤੀ ਕਿੱਧਰ ਹੋਈਏ? ਨਹਿਰੀ ਵਿਭਾਗ 'ਚ ਹੋਈਏ, ਪਟਵਾਰੀ ਲੱਗ ਜਾਈਏ, ਟੀਚਰ ਲੱਗ ਜਾਈਏ, ਕੀ ਲੱਗ ਜਾਈਏ? ਜਾਣੀ ਆ ਜਾਓ, ਆਹ ਜਿਹੜਾ ਤੁਸੀਂ ਸ਼ਬਦ ਵਰਤਣਾ ਵੀ ਭਰਤੀ ਖੁੱਲ੍ਹ ਗਈ, ਮੈਨੂੰ ਐਂ ਲੱਗਾ ਵੀ ਦੁਪਹਿਰੇ ਜੀ ਇਹ ਜਿਹੜੀ ਮਤਲਬ ਹਵੇਲੀ 'ਚ ਬੰਨੀ ਹੋਵੇ ਨਾ, ਮਤਲਬ ਇੱਕ ਅੱਥਰ ਜੀ ਝੋਟੀ ਹੁੰਦੀ, ਉਹ ਖੁੱਲ੍ਹ ਗਈ ਕਿਤੇ। ਉਹ ਐਂ ਉਧਰ ਉਹਨੇ ਕਿੱਲੇ ਪਟਾ ਲਏ ਆ, 2-3 ਨਾਲ ਭਿੜ ਗਈ ਆ, ਇੱਕ ਦਾ ਸਿੰਗ ਤੋੜਤਾ, ਉਧਰ ਪੱਠੇ ਵੀ ਸਾਰੇ ਖਿਲਾਰਤੇ ਆ, ਟੋਕਾ ਪੁੱਟਣਾ ਲਿਆ। ਜਿਹੜਾ ਬਾਹਰਲਾ ਮਤਲਬ ਹਵੇਲੀ ਵਾਲਾ ਕਹਿ ਲਓ ਕਿ ਵੀ ਬੂਹਾ ਸੀਗਾ ਲੱਕੜ ਦਾ, ਉਹਦੇ 'ਚ ਕਰ ਲਿਆ ਫਸਾਇਆ, ਉਹਦੇ 'ਚ ਵੀ 3-4 ਨਾਲ ਢੁੱਡਾਂ ਮਾਰੀਆਂ ਨੇ। ਸੋ ਇਸ ਵਕਤ ਉਹ ਜਿਹੜੀ ਝੋਟੀ ਖੁੱਲੀ ਹੈ ਨਾ, ਇੱਕ ਤਰ੍ਹਾਂ ਦੀਆਂ ਨੌਕਰੀਆਂ ਖੁੱਲੀਆਂ ਜਿੱਦਾਂ, ਉਹ ਸਮਝੋਂ ਬਾਹਰ ਹੋਇਆ ਵੀ ਆ ਬਣ ਕੀ ਡਿਆ। ਤੁਸੀਂ ਅਜੇ ਮੂਸਲ ਦੱਸਿਆ ਨਾ, ਜਿਹੜਾ ਮੂਸਲ ਖਿਲਾਰਿਆ ਉਹਨੇ ਤੇ ਉਹਦੇ ਤੋਂ ਬਾਅਦ ਉਹ ਐਨ ਰੱਜ ਪੁੱਜ ਕੇ ਐਂ ਖੜੀ ਹੁੰਦੀ ਆ, ਪੰਡ ਪੱਠਿਆਂ ਦੀ ਉਹਨੇ ਖਿਲਾਰੀ ਹੁੰਦੀ ਆ, ਫੀਡ ਵਾਲਾ ਬੂਰਾ ਜਿਹੜਾ ਮੁੱਦਾ ਮਾਰਿਆ ਹੁੰਦਾ ਐਨ ਚੰਗੀ ਤਰ੍ਹਾਂ। ਤੇ ਜਦੋਂ ਫਿਰ ਬੰਦਾ ਉਧਰੋਂ ਹਵੇਲੀ ਦਾ ਕੁੰਡਾ ਖੋਲ੍ਹਦਾ ਕਿ ਪੱਠੇ ਪਾ ਕੇ ਮੈਂ ਤਾਂ ਐਂ ਦੇਖਦੀ ਹੁੰਦੀ ਹੈ, ਵੀ ਕਿਹੜਾ ਵੀ ਮੇਰੀ ਸਲਤਨਤ ਦੇ ਵਿੱਚ ਕਿਹੜਾ। ਤੇ ਸਰਕਾਰ ਇਸ ਵੇਲੇ ਆਹੋ ਬੱਲੇ ਬੱਲੇ ਆ। ਨਹੀਂ, ਸੋ ਇਹ ਕੱਲ੍ਹ ਦੀਆਂ ਨੌਕਰੀਆਂ ਨੇ ਜੀ ਪੰਜਾਬ ਦੇ ਵਿੱਚ ਬਹੁਤ। ਇਹ ਵਾਹਵਾ ਦਿਨ ਗੱਲ ਚੱਲਣੀ ਹੈ, ਕਿਉਂਕਿ 6 ਮਹੀਨੇ ਤਾਂ ਲੱਗ ਹੀ ਜਾਣੇ। 1 ਲੱਖ ਨੌਕਰੀ ਜੇ ਹੋਰ ਦੇਣੀ, ਇਹਦੇ ਵੱਲ 18 ਲੱਖ ਤੋਂ ਵੱਧ ਹੋ ਗਈਆਂ ਨੌਕਰੀਆਂ। ਕਈ ਵਾਰੀ ਨਾ ਸੰਧਾਲੀਆ ਸਾਹਿਬ, ਜਦੋਂ ਹੱਥ ਵਾਲੀ ਮਸ਼ੀਨ ਦੇ ਵਿੱਚੋਂ ਪੱਠੇ ਕੁਤਰੀਦੇ ਆ, ਪਿੱਛੋਂ ਲਾਈਦਾ ਹੁੰਦਾ, ਜਿਹਨੂੰ ਕਈ ਜਗ੍ਹਾ ਰੁੱਗ ਕਹਿ ਦਿੰਦੇ, ਕਈ ਜਗ੍ਹਾ ਗਾਲਾ ਕਹਿ ਦਿੰਦੇ ਆ। ਉਹ ਰੁੱਗ ਕੇਰ ਜਦੋਂ ਬਰਸੀਮ ਹੋਵੇ ਖਾਸ ਤੌਰ 'ਤੇ, ਉਹ ਬੰਦੇ ਨੂੰ ਹੁੰਦਾ ਕਿ ਚਲੋ ਪੋਲਾ ਜਿਹਾ ਆ, ਇਹ ਕੁਤਰੀ ਹੋ ਜਾਣਾ। ਮਗਰਲਾ ਬੰਦਾ ਰੁੱਗ ਜਿਹੜਾ ਗਾਲਾ ਜਿਹੜਾ ਉਹ ਭਾਰਾ ਲਾ ਦਿੰਦਾ ਤੇ ਉਹ ਇੰਨਾ ਫਸ ਜਾਂਦਾ, ਕਈ ਵਾਰੀ ਪਿੱਛੇ ਨੂੰ ਕੱਢਣਾ ਪੈਂਦਾ, ਉਹ ਮੋੜ ਕੇ ਬੈਕ ਚਲਾਉਣੀ ਪੈਂਦੀ ਆ। ਇਸ ਕਰਕੇ ਅਸੀਂ ਕਹਿੰਦੇ ਕਿ ਦੇਰ ਨਾ ਕਰੋ। ਪੰਜਾਬ ਸਰਕਾਰ ਨੇ ਬੱਲੇ ਬੱਲੇ ਕਰਾਤੀ ਹੈ, ਨੌਕਰੀਆਂ ਕੱਢ ਦਿੱਤੀਆਂ ਭਾਈ ਤੁਹਾਡੇ ਲਈ। ਲੇਟ ਨਾ ਹੋਇਓ, ਕਿਉਂਕਿ ਜੇ ਲੇਟ ਹੋ ਗਿਆ ਉਧਰੋਂ ਕੋਡ ਆਫ ਕੰਡਕਟ ਦੇ ਨੇੜੇ ਚੜੇਗਾ, ਗਾਲਾ ਫਸ ਵੀ ਜਾਣਾ। ਨਹੀਂ, ਅੱਧ ਵਿਚਾਲੇ ਔਖਾ ਹੋ ਸਕਦਾ। ਇਹ ਬਹੁਤ ਵੱਡੀ ਗੱਲ ਹੈ। ਸੋ ਇਹਦਾ ਤੁਸੀਂ ਖਿਆਲ ਰੱਖੋ ਜੀ, ਐਵੇਂ ਕਿਤੇ ਕੱਲ੍ਹ ਨੂੰ ਜਾ ਜਾਂਦੀ ਖਰਾਬ ਹੋ ਤੁਸੀਂ। ਸੋ ਨੌਕਰੀਆਂ ਦਾ ਮਤਲਬ ਇੰਨਾ, ਕਿਸੇ ਵੇਲੇ ਇਹ ਵੀ ਮੈਂ ਸੋਚਦਾ ਵੀ ਜੇ ਮੰਨ ਲਓ ਇੰਨੀਆਂ ਉੱਥੇ ਵੱਜਣ ਡਈਆਂ ਰੋਜ਼ ਦੀਆਂ ਨੌਕਰੀਆਂ, ਇਹ ਵੀ ਤਾਂ ਹੋ ਸਕਦਾ ਨਾ ਬੰਦੇ ਇੱਕ ਦੀ ਜੇਬ 'ਚ 2-2 3-3 ਚਿੱਠੀਆਂ, ਉਹਨੂੰ ਸਮਝ ਨਹੀਂ ਆਉਣ ਡੇ ਵੀ ਯਾਰ ਮੈਂ ਜਾਵਾਂ ਤੇ ਜਾਵਾਂ ਕਿੱਧਰ। ਤੁਸੀਂ ਦੇਖੋ ਜਿਹੜੇ ਗੁਰਦੁਆਰੇ ਭਾਈ ਜੀ ਨੂੰ ਅਰਦਾਸ ਕਰਨ ਦੇ ਲਈ ਉਹ ਕਹਿੰਦੇ ਜੀ ਅਰਦਾਸ ਕਰੋ, ਉਹਨਾਂ ਨੂੰ ਹੁਣ ਕਾਪੀ 'ਤੇ ਲਿਖਣਾ ਪੈ ਰਿਹਾ। ਅੱਗੇ ਹੁੰਦਾ ਸੀ ਕਿ ਇੱਕ ਪਰਚੀ 'ਤੇ ਲਿਖ ਲਓ ਕਿ ਫਲਾਨਿਆਂ ਨੇ ਅਰਦਾਸ ਕਰਾਈ ਕਿ ਮੁੰਡੇ ਕੁੜੀ ਨੂੰ ਨੌਕਰੀ ਮਿਲੀ ਹੈ, ਉਹਨਾਂ ਨੂੰ ਕਾਪੀ 'ਤੇ ਲਿਖਣਾ ਪੈ ਰਿਹਾ। ਕਾਪੀ 'ਤੇ ਵਰਕੇ ਪਲਟ ਕੇ, ਕਿਉਂਕਿ ਸਾਰੇ ਪਿੰਡ ਤਾਂ ਨੌਕਰੀਆਂ ਮਿਲ ਜਾਣੀਆਂ। ਲੱਡੂਆਂ ਦੇ ਉੱਥੇ ਹਲਵਾਈ ਸਾਹਿਬ ਕਹਿੰਦੇ ਕਿ ਇੱਕ ਪਾਈਪਿੰਗ ਜਿਹੜਾ ਉਹ ਘਾਣ ਹੋਰ ਪਾ ਲਓ, ਕਿਉਂਕਿ ਇੱਥੇ ਕੰਮ ਹੀ ਇਦਾਂ ਦਾ ਹੋਣਾ ਕਿ ਸਾਰੇ ਜਣੇ ਲੱਡੂ ਹੀ ਲੱਡੂ ਜੀ। ਉਹਨੇ ਧਾਰਮਿਕ ਥਾਂ 'ਤੇ ਵੀ ਚੜਾਉਣੇ ਆ, ਰਿਸ਼ਤੇਦਾਰਾਂ ਦੇ ਵੀ ਵੰਡਣੇ ਆ, ਬਹੁਤ ਹੀ ਔਖਾ ਹੋ ਗਿਆ। ਮਤਲਬ ਲੱਡੂਆਂ ਦੀ ਬਲੈਕ ਹੋਣ ਡਈ ਹੈ ਕਿ ਪੰਜਾਬ ਉਹਨੇ ਜੇਬ ਦੇ ਵਿੱਚ ਹਰ ਬੰਦੇ ਦੇ ਆਧਾਰ ਕਾਰਡ ਹੈ ਨਹੀਂ, ਜੁਆਇਨਿੰਗ ਲੈਟਰ ਹੈਗਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਕਾਲੇ ਦਿਵਸ ਦੀ ਗੱਲ ਵੀ ਆਪਾਂ ਕਰ ਲਈਏ, ਕਿਉਂਕਿ ਦੇਖੋ ਇਹ ਤਾਂ ਜੇ ਪੰਜਾਬ ਸਰਕਾਰ ਦੇ ਵੱਸ ਹੁੰਦਾ ਤੇ ਹੁਣ ਨੂੰ ਇਹਨਾਂ ਨੇ ਇਹ ਵੀ ਸੈੱਟ ਕਰ ਦੇਣਾ। ਜਿੱਦਾਂ ਹੁਣ ਦੇਖੋ ਪੰਜਾਬ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਸੁੱਖ ਨਾਲ, ਤੇ ਜਿਹੜੀ ਥੋੜ੍ਹੀ ਬਹੁਤ ਕਸਰ ਰਹਿ ਗਈ ਉਹ ਹੁਣ ਕੇਂਦਰ ਸਰਕਾਰ ਵੱਲੋਂ ਨਹੀਂ ਰਹਿ ਗਈ, ਪੰਜਾਬ ਸਰਕਾਰ ਵੱਲੋਂ ਰੱਜੇ ਪਏ। ਇਸੇ ਕਰਕੇ ਤੂੰ ਕਹਿੰਦਾ ਵੀ ਯਾਰ ਦਿੱਲੀ ਬਹਿਨੇ ਜਾ ਕੇ, ਯਾਰ ਪੰਜਾਬ 'ਚ ਤੇ ਹੁਣ ਜੀ ਨਹੀਂ ਲੱਗਦਾ, ਪੈਸੇ ਇੰਨੇ ਮੱਖਣ 'ਚ ਕੀ ਕਰਨਾ ਇੱਥੇ ਬਹਿ ਕੇ, ਦਿੱਲੀ ਚੱਲਦੇ ਉੱਥੇ ਫੂਕਾਂਗੇ ਜਾ ਕੇ ਮੈਂ ਇਹਨਾਂ ਨਾਲ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਇਹ ਜਿਹੜੀ ਕਾਲੇ ਦਿਵਸ ਦੀ ਤੁਸੀਂ ਗੱਲ ਕੀਤੀ ਹੈ ਕਿ ਭਾਈ ਆਪਣੇ 6 ਮਹੀਨੇ ਹੋ ਗਏ ਸੀ ਕਿਸਾਨਾਂ ਨੂੰ ਬੈਠਿਆਂ ਨੂੰ, ਤੇ ਉਹਨਾਂ ਨੇ ਕਾਲ ਦਿੱਤੀ ਸੀ। ਮੈਂ ਸੰਧਾਲੀਆ ਸਾਹਿਬ ਕੱਲ੍ਹ ਨਾ ਇਕੱਲੇ ਲੀਡਰ ਦੀ ਫੇਸਬੁੱਕ ਖੋਲ੍ਹ ਕੇ ਦੇਖੀ, ਉਹਨਾਂ ਦਾ ਟਵਿੱਟਰ ਖੋਲ੍ਹ ਕੇ ਦੇਖਿਆ। ਅੱਗੇ ਕੀ ਹੁੰਦਾ ਸੀ, ਕੋਈ ਨਾ ਕੋਈ ਬਿਆਨ
ਆਪਣੀ ਕੋਈ ਅਗਲੀ ਪਿਛਲੀ ਤਸਵੀਰ ਕਿ ਮੈਂ ਇਸ ਪਾਰਟੀ ਦੇ ਵਰਕਰ ਦੇ ਨਾਲ ਮੁਲਾਕਾਤ ਕੀਤੀ, ਪਰ ਕੱਲ ਇੱਕ ਵੱਡਿਓਂ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਨੇ ਮੈਨੂੰ ਪੱਕਾ ਪਤਾ ਕਿ ਆਪਣੇ ਘਰ ਦੀ ਸਿਖਰਲੀ ਛੱਤ ਪਹਿਲੀ ਵਾਰੀ ਦੇਖੀ ਹੋਣੀ ਆ, ਕਿਉਂਕਿ ਸਾਰਿਆਂ ਨੂੰ ਕਾਹਲੀ ਪਈ ਸੀ, ਕੋਈ ਗੋਡੇ ਤੇ ਹੱਥ ਰੱਖ ਕੇ ਚੜ੍ਹਦਾ ਸੀ, ਕੋਈ ਐਂ ਕਰਦਾ ਅੱਛਾ ਇੱਕ ਮੰਜ਼ਲ ਅਜੇ ਹੋ ਰਿਹਾ, ਕਿਉਂਕਿ ਆਪ ਦਾ ਘਰ ਹੀ ਏਡੇ ਏਡੇ ਵੱਡੇ ਪਤਾ ਹੀ ਨਹੀਂ ਹੋਣਾ। ਐਨ ਸਿਖਰ ਤੇ ਚੜ੍ਹ ਕੇ ਉਹ ਇੱਥੇ ਫਰਸ਼ ਨਹੀਂ ਲਾਈ, ਉਹ ਇੱਥੇ ਕੱਲੀਆਂ ਇੱਟਾਂ ਹੀ ਦਿਸੀ ਜਾਂਦੀਆਂ, ਉਹ ਪਰਲੇ ਪਾਸੇ ਦੇਖੋ ਪਨਿਆਲੇ ਦੇ ਮੂਹਰੇ ਕੱਖ ਕਿੰਨੇ ਫਸੇ ਆ, ਇਹਨੂੰ ਕਦੀ ਕੱਢ ਕੁੱਢ ਲਿਆ ਕਰੋ, ਰੁਪਈਏ ਲਈ ਜਾਂਦੇ ਹੋ ਤਨਖਾਹਾਂ ਦੇ। ਉੱਪਰ ਜਾ ਕੇ ਫਿਰ ਉਹਨਾਂ ਨੇ ਐਂ ਕਾਲੇ ਝੰਡੇ ਲਾਏ ਤੇ ਨਾਲੇ ਸਲੂਟ ਕੀਤਾ ਤੇ ਨਾਲੇ ਕਹਿੰਦੇ ਬਣਾ ਯਾਰ ਵੀਡੀਓ, ਧੁੱਪ ਬੜੀ ਆ, ਥੱਲੇ ਚਲੀਏ। ਨਹੀਂ ਮੈਂ ਤੇ ਇਹ ਵੀ ਸੋਚਦਾ ਵੀ ਕੱਲ ਕੋਠੇ ਤੋਂ ਤਾਰਾਂ ਵੀ ਲਵਾਈਆਂ ਹੋਣੀਆਂ, ਜਿਹੜੀਆਂ ਕੱਪੜੇ ਸੁੱਕਣੇ ਪਾਉਣ ਵਾਲੀਆਂ ਹੋਣੀ, ਮਤਲਬ ਉਹ ਵੀ ਇਹਨਾਂ ਆਖਣਾ ਵੀ ਯਾਰ ਇਹ ਨਾ ਖੋਲ ਕੇ ਨੀਚੇ ਲੈ ਜਾਓ। ਉਹ ਵਿਚਾਰੇ ਜਿਹੜੇ ਬੰਦੇ ਵਿਚਾਰੇ ਮੁਲਾਜ਼ਮ ਲੱਗੇ ਹੁੰਦੇ, ਉਹ ਕਹਿੰਦੇ ਐਸਾ ਕਿਆ ਹੋ ਗਿਆ ਹੈ, ਪਹਿਲੇ तो कभी नहीं आए साहब ऊपर। वो कहते ਅੱਜ साहब ਆਉਣਗੇ, ਤੂੰ ਟਾਈਮ ਨਾ ਲਾਇਆ ਥੱਲੇ। ਕਹਿੰਦਾ ਵੀ ਇਧਰ ਇੱਕ ਛੋਟੀ ਤਾਰ ਬਾਂਦੀ ਹੈ ਇਧਰ ਪਰ ਹਮ ਆਪਣਾ ਕੱਛਾ ਸੁਕਾਤੇ हैं। ਕਹਿੰਦਾ ਇਹ ਤੇ ਲੱਭਣੀ ਨਹੀਂ ਚਾਹੀਦੀ, ਲੱਭਣੀ ਚਾਹੀਦੀ, ਚੱਕ ਲਾ ਇਸਨੂੰ, ਅੱਜ ਕਾਲਾ ਝੰਡਾ ਦਿਸੂ ਗੱਲਾਂ। ਸੰਧਾਲੀਆ ਸਾਹਿਬ ਮੈਂ ਇੱਕ ਗੱਲ ਸੋਚਦਾ ਸੀ, ਕਾਲੇ ਝੰਡੇ ਤੋਂ ਮੈਨੂੰ ਯਾਦ ਆ ਵੀ ਉਹ ਤਾਰ ਹੋ ਸਕਦਾ ਆਉਣ ਵਾਲੇ ਕਈ ਮਹੀਨੇ ਨਾ ਵੱਜੇ, ਕਿਉਂਕਿ ਸੁਖਨਾ ਲੀਡਰਾਂ ਦੇ ਚਿੱਟੇ ਕੁੜਤੇ ਪਜਾਮੇ ਆ, ਤੇ ਉਹ ਕਾਲੇ ਝੰਡੇ ਦੇ ਲਾਗੇ ਚਿੱਟਾ ਰੰਗ ਤਾਂ ਦਿਸਣਾ ਨਹੀਂ ਚਾਹੀਦਾ, ਦਿਸਣਾ ਨਹੀਂ ਚਾਹੀਦਾ। ਨਹੀਂ ਇਹ ਗੱਲ ਤੁਹਾਡੀ ਠੀਕ ਹੈ, ਉਹਨਾਂ ਨੂੰ ਤਾਂ ਹੁਣ ਕਿਤੇ ਹੋਰ ਪਾਸੇ ਹੀ ਯਾਨੀ ਜਗਾੜ ਜਾ ਕਿਤੇ ਛਾਪਿਆਂ ਛੂਪਿਆਂ ਦੇ ਪਾਉਣਾ ਪਿਆ ਕਰੂਗਾ ਬਾਹਰਲੇ ਪਾਸੇ। ਸੰਧਾਲੀਆ ਸਾਹਿਬ ਮੈਂ ਇੱਕ ਗੱਲ ਸੋਚਦਾ ਸੀ ਕਿ ਦੇਸ਼ ਕਿੱਧਰ ਨੂੰ ਜਾ ਰਿਹਾ, ਸੱਤਾਧਾਰੀਆਂ ਦੇ ਤਾਂ ਨੁਕਸ ਗਿਣ ਕੇ ਸਾਰੇ ਕੱਢੀ ਜਾਂਦੇ, ਚੁਣ ਕੇ ਪਛਾਣ ਕੇ ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਮੈਂ ਸੋਚਦਾ ਸੀ ਕਿ ਆਹ ਦਿੱਲੀ ਦਾ ਬਾਰਡਰ ਹੈ, ਇਧਰਲੇ ਪਾਸੇ ਹਰਿਆਣਾ ਹੈ, ਯੂਪੀ ਜਾਂ ਰਾਜਸਥਾਨ, ਤੇ ਅੰਦਰਲੇ ਪਾਸੇ ਨੂੰ ਦਿੱਲੀ ਦੇ ਵਿੱਚ ਬੈਠੀ ਹੈ ਸਾਡੀ ਕੇਂਦਰ ਦੀ ਸਰਕਾਰ। ਕਿਸਾਨ ਕਹਿੰਦੇ ਆ ਕਿ ਸਰਕਾਰ ਸਾਡੀ ਗੱਲ ਨਹੀਂ ਮੰਨਦੀ, ਤੇ ਕਿਸਾਨ ਕੋਈ ਪ੍ਰੋਗਰਾਮ ਦਿੰਦੇ ਆ ਤੇ ਪਿਛਲੇ ਪਾਸੇ ਦੇਸ਼ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਖੜ ਜਾਂਦੀਆਂ, ਕਿਸਾਨ ਠੀਕ ਕਹਿ ਰਹੇ ਨੇ, ਕਿਸਾਨ ਠੀਕ ਕਹਿ ਰਹੇ ਨੇ। ਮੈਂ ਸੋਚਦਾ ਸੀ ਕਿ ਜੇ ਉਹ ਸਿਆਸੀ ਪਾਰਟੀਆਂ ਜਿਨ੍ਹਾਂ ਦੇ ਕੋਲੇ 200 ਤੋਂ ਵੱਧ ਐਮਪੀ ਨੇ, ਜਿਨ੍ਹਾਂ ਦੇ 7 8 9 ਸੂਬਿਆਂ ਦੇ ਵਿੱਚ ਸਰਕਾਰਾਂ ਵੀ ਆ, ਜੇ ਉਹ ਇੱਕ ਗੱਲ ਜਾਣਦੀਆਂ ਕਿ ਖੇਤੀ ਕਾਨੂੰਨ ਚੰਗੇ ਨਹੀਂ, ਜੇ ਉਹਨਾਂ ਨੂੰ ਪਤਾ ਹੈ ਕਿ ਭਾਈ ਕਹਿੰਦੇ ਆ ਉਹ ਕਿ ਕਾਰਪੋਰੇਟ ਆ ਜਾਣੇ ਆ, ਛੋਟਾ ਕਿਸਾਨ ਖਤਮ ਹੋ ਜਾਣਾ, ਪੱਲੇ ਕੱਖ ਨਹੀਂ ਰਹਿਣਾ, ਤਾਂ ਜਦੋਂ ਦਾ 5 ਜੂਨ ਪਿਛਲੇ ਸਾਲ ਦਾ ਇਹ ਕੰਮ ਹੋਇਆ, ਕਿਸਾਨ ਤਾਂ ਆਏ ਆ 26 ਨਵੰਬਰ ਨੂੰ, ਸਾਰਾ ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਤੇ ਅੱਧਾ ਨਵੰਬਰ, 5.5 ਮਹੀਨੇ ਇਹ ਸਾਡੀਆਂ ਵਿਰੋਧੀ ਪਾਰਟੀਆਂ ਦੇ ਜਿਹੜੇ ਆਗੂ ਨੇ ਬਾਂਟੇ ਖੇਡਦੇ ਰਹੇ। ਜਾਣੀ ਇਹ ਕੀ ਕਹਿੰਦੇ ਲੱਗ ਪਿਲ ਕਹਿੰਦੇ ਆ, ਜਾਂ ਕਈ ਪਾਸੇ ਹੋਰ ਕੁਝ ਕਹਿੰਦੇ ਆ, ਜਾਂ ਕਲੀ ਜੋਟਾ ਖੇਡਦੇ ਰਹੇ, ਜਾਂ ਇਹਨਾਂ ਨੇ ਫਿਰ ਟਾਨਾ ਲਾਉਣਾ ਖੇਡਦੇ ਰਿਹਾ ਕਿ ਇਹਨਾਂ ਨੂੰ 5.5 ਮਹੀਨੇ ਪਤਾ ਹੀ ਨਾ ਲੱਗਾ। ਜਿਹੜਾ ਕੰਮ ਅੱਜ ਕਿਸਾਨਾਂ ਨੂੰ ਕਰਨਾ ਪੈ ਰਿਹਾ ਤੇ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਤੂਹਮਤਾਂ ਲੱਗਦੀਆਂ ਕਿ ਭਾਈ ਇਹਨਾਂ ਨੇ ਕਰੋਨਾ ਫੈਲਾ ਦੇਣਾ, ਇਹ ਫਲਾਣੇ ਦੇ ਚੱਕੇ ਚਕਾਏ ਆ। ਜੇ ਕਿਤੇ 200 ਤੋਂ ਵੱਧ ਐਮਪੀ ਜਿਹੜੇ ਵਿਰੋਧੀ ਪਾਰਟੀਆਂ ਦੇ ਆ, 6-7 ਸੂਬਿਆਂ ਦੀਆਂ 8 ਦੀਆਂ ਸਰਕਾਰਾਂ ਜਿਹੜੀਆਂ ਵਿਰੋਧੀ ਪਾਰਟੀਆਂ ਦੀਆਂ ਤਾਂ ਹੁਣ ਕਹਿੰਦੀਆਂ ਅਸੀਂ ਕਿਸਾਨਾਂ ਦੇ ਨਾਲ ਆ, ਕਾਲੇ ਝੰਡੇ ਲਾਓ। ਜੇ ਉਹਨਾਂ ਨੇ ਕੰਮ ਕੀਤਾ ਹੁੰਦਾ ਤੇ ਲੋਕਾਂ ਨੂੰ ਆਪਣੇ ਕੰਮ ਧੰਦੇ, ਨਿੱਕੇ ਨਿਆਣੇ ਬਜ਼ੁਰਗ ਛੱਡ ਕੇ ਦਿੱਲੀ ਦੀਆਂ ਬਰੂਹਾਂ ਤੇ ਨਹੀਂ ਸੀ ਬੈਠਣਾ ਪੈਣਾ। ਦੇਖੋ ਗੱਲ ਇਹ WhatsApp ਮੈਂ ਚਾਹੁੰਦਾ ਨਹੀਂ ਹੁੰਦਾ ਵੀ ਮੈਂ ਆਪਣੇ ਰੂਪ ਚ ਆਵਾਂ, ਪਰ ਤੁਸੀਂ ਪਤਾ ਨਹੀਂ ਮਜਬੂਰ ਕਰ ਦਿੰਦੇ। ਏਡੀ ਮਾੜੀ ਜਨਤਾ ਨਾ, ਇਹ ਮੈਂ ਕਰਾਂ ਕੀ। ਦੇਖੋ ਗੱਲ ਇਹ ਆ ਵੀ ਹੁਣ ਤੁਸੀਂ ਚਾਹੁੰਦੇ ਆ ਵੀ ਅਸੀਂ ਮਤਲਬ ਖੁੱਲ ਕੇ ਨਿੱਤਰ ਕੇ ਸਾਹਮਣੇ ਆ ਜੀ, ਵੀ ਇੱਕ ਪਾਸਾ ਕਰ ਲਈ ਵੀ ਅਸੀਂ ਇਸ ਪਾਸੇ, ਇਦਾਂ ਹੀ ਚਾਹੁੰਦੇ ਤੁਸੀਂ, ਤੇ ਇਸ ਪਾਸੇ ਅਸੀਂ ਆ ਤੇ ਜਾਵਾਂਗੇ ਵੀਰ ਜੀ। ਕੱਲ ਨੂੰ ਜਿਹੜੀ ਕੁਰਸੀ ਤੇ ਬਹਿਣਾ, ਉਸ ਕੁਰਸੀ ਤੱਕ ਪਹੁੰਚਣ ਲਈ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ, ਇੱਕ ਮਤਲਬ ਬਾਪੂ ਵਾਲੀ ਫੋਟੋ ਵਾਲੇ ਕਹਿੰਦੇ ਕੁਝ ਪਰਚੀਆਂ ਹੁੰਦੀਆਂ ਨੇ, ਉਹ ਜੇਬ ਜੂਬ ਨਾਲ ਨਹੀਂ ਗੱਲ ਚੱਲਦੀ, ਟਰੱਕਾਂ ਦੇ ਟਰੱਕ ਚਾਹੀਦੇ ਹੁੰਦੇ ਨੇ, ਫਿਰ ਜਾ ਕੇ ਉਸ ਕੁਰਸੀ ਤੱਕ ਪਹੁੰਚ ਬਣਦੀ। ਉਹ ਹੁਣ ਜਿੱਧਰੋਂ ਇੱਧਰੋਂ ਕਿੱਧਰੋਂ ਆਉਣੀਆਂ ਹੁੰਦੀਆਂ, ਉਹਨਾਂ ਨੂੰ ਨਾਰਾਜ਼ ਕਰ ਲਈ ਅਸੀਂ ਤੁਹਾਡੇ ਇਸ ਚੱਕਰ 'ਚ। ਫੰਡ, ਹਾਂ, ਪਾਰਟੀ, ਇਲੈਕਸ਼ਨ, ਉਹੀ ਤੇ ਮੈਂ ਕਹਿ ਰਿਹਾ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ। ਨਾਲੇ ਹੁਣ ਇਹ ਵੀ ਪਤਾ ਵੀ ਜਦੋਂ ਅਸੀਂ ਉੱਥੇ ਬਹਿ ਗਏ ਤੇ ਉੱਥੇ ਬਹਿ ਕੇ ਜਦੋਂ ਸਾਨੂੰ ਜਾ ਕੇ ਫਰੂਲਣਾ ਪੈਣਾ, ਹੁਣ ਇਹਦਾ ਮਤਲਬ ਇਹ ਹੁੰਦਾ ਵੀ ਜਿੰਨਾ ਚਿਰ ਬੰਦਾ ਵਿਰੋਧੀ ਧਿਰ 'ਚ ਹੁੰਦਾ, ਉਹਦਾ ਕਹਿੰਦਾ ਵੀ ਆਉਂਦਿਆਂ ਸਾਰੀ ਫਲਾਨੀ ਚੀਜ਼ ਬੰਦ, ਫਲਾਨੀ ਚੀਜ਼ ਖਤਮ। ਕੁਰਸੀ ਤੇ ਬਹਿ ਕੇ ਕੀ ਹੁੰਦਾ ਇਸ ਵਕਤ ਮੇਰੇ ਖਿਆਲ ਨਾਲ ਪੰਜਾਬ ਵਾਲੇ ਬੜੀ ਚੰਗੀ ਤਰ੍ਹਾਂ ਜਾਣਦੇ ਹੈ ਨਾ। ਤੇ ਹੁਣ ਜੇ ਇਸ ਵਕਤ ਵਿਰੋਧੀ ਧਿਰ ਵਾਲੇ ਕਹਿਣ ਵੀ ਦੇਖਿਓ ਜੇ ਇੱਕ ਅਸੀਂ ਆ ਗਏ ਨਾ, ਵੇਖਿਓ ਫਿਰ ਅਸੀਂ ਖੇਤੀ ਕਾਨੂੰਨਾਂ ਦਾ ਕੀ ਕਰਦੇ ਹਾਂ। ਉਹਨਾਂ ਨੂੰ ਇਹ ਆ ਵੀ ਯਾਰ ਹੁਣ ਦੇ ਬਿਆਨ ਦਿੱਤੇ, ਇਹ ਨਾ ਹੋਵੇ ਕੱਲ੍ਹ ਨੂੰ ਕੋਈ ਫੇਸਬੁੱਕ ਤੋਂ, WhatsApp ਤੋਂ ਆਪਣੇ ਫੋਨ 'ਚ ਸੰਭਾਲ ਕੇ ਰੱਖੇ। ਜੇ ਰੱਬ ਨਾ ਕਰੇ 2024 'ਚ ਸਰਕਾਰ ਆ ਗਈ ਤੇ ਫਿਰ ਤੇ ਇਹਨਾਂ ਨੇ ਇਹੋ ਬਿਆਨ ਚਲਾਉਣੇ, ਹੋਣ ਕਰੋ ਫਿਰ ਰੱਦ। ਉਦੋਂ ਤੇ ਬੜਾ ਬਿਆਨ ਦਿੰਦੇ ਹਾਂ, ਆਓ ਫਿਰ ਹੁਣ ਨਿੱਤਰੋ ਫਿਰ ਮੈਦਾਨ 'ਚ, ਤੇ ਫਿਰ ਕਿਹੜੀ ਮਾਂ ਨੂੰ ਮਾਸੀ ਆਖਾਂਗੇ। ਜਾਣੀ ਇਹਦੇ ਨਾਲ ਚੰਗਾ ਮੂੰਹ ਨੂੰ ਟੇਪ ਹੀ ਲਾ ਲਈਏ। ਨਹੀਂ, ਇਹਦੇ ਨਾਲ ਚੰਗਾ ਵੀ ਉਦੋਂ ਕਿਉਂ ਬਾਹਰ ਨਿਕਲਣਾ ਜਦੋਂ ਕੜਮਾਸ 14 ਜੀ ਹੋਵੇ, ਬਾਹਰ ਸਮਝ ਸੁਣਨ ਲੱਗੇ ਵੀ ਕੌਣ ਕਿਹਨੂੰ ਖਿੱਚੀ ਜਾਂਦਾ, ਕੌਣ ਕਿਹਨੂੰ ਦੱਬੀ ਜਾਂਦਾ। 2 ਬਿਆਨ ਦਾਗੇ, ਮਾਂ ਅੰਦਰ ਬਹਿ ਕੇ ਵੀ ਦੁੱਧ ਪੱਤੀ ਬਣਾ ਕੇ ਕੌਣ ਪੀਏ। ਜਾਣੀ ਪਿੱਛੇ ਖੜ ਜਾਣਾ, ਤੇ ਜੇ ਕੋਈ ਕਹੇ ਵੀ ਨਾਲ ਖੜਾ, ਨਾ ਮੈਂ ਤਾਂ ਦੇਖਣ ਆਇਆ ਸੀ। ਇਹ ਕਰਦੇ ਕੀ ਆ, ਭੀੜ ਬੜੀ ਇਕੱਠੀ ਸੀ, ਸਾਨੂੰ ਲੋੜ ਹੀ ਕੀ ਆ, ਸਾਡਾ ਕੀ ਕੰਮ, ਅਸੀਂ ਤਾਂ ਆਪਣੇ ਕੰਮ ਨਾਲ ਮਤਲਬ ਰੱਖੀਦਾ, ਕੰਮ ਕਰੀਦਾ, ਘਰੇ ਆ ਕੇ ਰੋਟੀ 2 ਪ੍ਰਸ਼ਾਦੇ ਖਾਈਦੇ, ਵਾਗਰੂ ਵਾਗਰੂ ਕਰਕੇ ਸੌਂ ਜੀਦਾ, ਰਜਾਈ ਲੈ ਲਈਦੀ ਮੂੰਹ ਤੇ ਭਾਈ ਸਾਹਿਬ। ਉਦੋਂ ਬਾਅਦ ਨਹੀਂ ਆਵਾਜ਼ ਦੀ ਸਵੇਰ ਤੱਕ। ਹੁਣ ਸੰਧਾਲੀਆ ਸਾਹਿਬ ਜਿਹੜਾ ਕਾਲਾ ਦਿਵਸ ਹੈ, ਪਹਿਲੀ ਗੱਲ ਇਹ ਕਿ ਲੱਗਦਾ ਸੀ, ਕਿਉਂਕਿ ਜਦੋਂ ਆਪਣੇ ਸਿਆਸਤਦਾਨ ਜਿਹੜੇ ਆ ਨਾ,
ਇਹਨਾਂ ਨੇ ਕੋਈ ਰੈਲੀ ਕਰਨੀ ਹੋਵੇ ਤਾਂ ਇਹ ਮਹੀਨਾ ਕੁ ਪਹਿਲਾਂ ਨਾ ਉਸ ਹਲਕੇ 'ਚ, ਜਿਹੜੇ ਹਲਕੇ 'ਚ ਰੈਲੀ ਹੋਣੀ ਹੋਵੇ, ਉੱਥੇ ਫਿਰ ਮੀਟਿੰਗਾਂ ਕਰਦੇ ਆ ਤੇ ਅਖਬਾਰ ਦੇ ਵਿੱਚ ਖਬਰ ਪਤਾ ਕੀ ਲੱਗੀ ਹੁੰਦੀ ਆ, ਧੂਆਂਧਾਰ ਪ੍ਰਚਾਰ ਕੀਤਾ 26 ਦੀ, 46 ਦੀ, 36 ਦੀ, 16 ਦੀ ਰੈਲੀ ਦੇ ਲਈ, ਕਿਉਂਕਿ ਲੀਡਰ ਤਾਂ 46 ਤਰੀਕ ਵੀ ਬਣਾ ਹੀ ਸਕਦੇ ਆ। ਨਹੀਂ ਮੈਂ ਸਮਝ ਗਿਆ, 36 ਵੀ ਕਹੀ ਹੈ ਜੀ, 36 ਵੀ ਕਹੀ ਹੈ, ਮੈਂ ਸਮਝ ਸਕਦਾ ਵੀ ਤੁਸੀਂ ਭਾਵਨਾਵਾਂ ਜਵਾਏ ਨੇ ਗਏ ਨਾ। ਹੁਣ 46 36 ਦੀ ਰੈਲੀ ਦੇ ਲਈ ਖਬਰ ਪਤਾ ਕੀ ਲੱਗੀ ਹੁੰਦੀ ਹੈ, ਦਰਜਨਾਂ ਪਿੰਡਾਂ ਦੇ ਵਿੱਚ ਤੂਫਾਨੀ ਦੌਰਾ ਕੀਤਾ। ਤੇ ਉਸ ਤੂਫਾਨੀ ਦੌਰੇ ਨੂੰ ਕਰਦਿਆਂ ਹੁੰਦਾ ਕੀ ਹੈ ਕਿ 2 ਵਜੇ ਇੱਥੇ, 2:30 ਵਜੇ ਇੱਥੇ, 3 ਵਜੇ ਇੱਥੇ, ਉੱਥੇ ਜਾ ਕੇ ਕਹਿਣਾ 26 ਨੂੰ ਰੈਲੀ ਆ ਜੀ, 36 ਨੂੰ ਰੈਲੀ ਆ ਜੀ, 46 ਨੂੰ ਰੈਲੀ ਆ, ਜਿੰਨੀ ਨੂੰ ਮਰਜੀ। ਉੱਥੇ ਫਲਾਣਾ ਲੀਡਰ ਹੈ, ਵਿਚਾਰ ਸੁਣਨ ਆਉਣਾ, 8 ਵਜੇ ਆ ਸਕੂਲ ਦੇ ਮੂਹਰੇ ਬੱਸ ਖੜੀ ਹੋਊਗੀ, ਲੰਗਰ ਪ੍ਰਸ਼ਾਦਾ ਤਿਆਰ ਮਿਲੂਗਾ, ਪ੍ਰਵਾਹ ਕੋਈ ਨਹੀਂ ਕਰਨੀ, ਬੱਸ ਇੱਥੇ ਛੱਡ ਕੇ ਜਾਊਗੀ, ਹੋਮਾ ਮਾ ਕੇ ਪਹੁੰਚਣਾ ਤੇ ਆਪਣੇ ਵੱਡੇ ਲੀਡਰ ਸਾਹਿਬ ਦੇ ਹੱਥ ਮਜ਼ਬੂਤ ਕਰਨੇ ਆ। ਇਹਦੇ ਬਾਵਜੂਦ ਵੀ ਬਹੁਤੀ ਵਾਰੀ ਬੱਸ ਖਾਲੀ ਹੁੰਦੀ ਹੈ, ਬਹੁਤੀ ਵਾਰੀ ਲੋਕਾਂ ਨੂੰ ਪਿੱਛੋਂ ਡੱਕਣਾ ਪੈਂਦਾ, ਅਜੇ ਨਾ ਜਾਇਓ ਯਾਰ, ਮੁੱਖ ਮਹਿਮਾਨ ਨੇ ਤਾਂ ਬੋਲਣਾ ਹੀ, ਮੁੱਖ ਬੁਲਾਰੇ ਨੇ ਬੋਲਣਾ, ਅਜੇ ਨਾ ਜਾਇਓ। ਤੇ ਨਾਲ ਇਹ ਵੀ ਬੇਨਤੀਆਂ ਕਰਨੀਆਂ ਪੈਂਦੀਆਂ, ਮੇਰੇ ਵਾਲਾ ਬੈਨਰ ਥੋੜ੍ਹਾ ਜਿਹਾ ਉੱਚਾ ਫੜ ਕੇ ਰੱਖਿਓ, ਜਦੋਂ ਮੈਂ ਪਿੱਛੇ ਪਾਸੇ ਉਂਗਲੀ ਇੱਕ ਖੜੀ ਕਰੂੰਗਾ ਨਾਲ ਹੀ ਮੇਰੇ ਨਾਂ ਦਾ ਨਾਰਾ ਲਾ ਦਿਓ, ਟਿਕਟ ਵੀ ਤਾਂ ਪੱਕੀ ਕਰਾਉਣੀ ਹੈ। ਇੱਕ ਪਾਸੇ ਤਾਂ ਉਹ ਲੀਡਰ ਨੇ ਜਿਨ੍ਹਾਂ ਨੂੰ 5000 ਬੰਦਾ ਇਕੱਠਾ ਕਰਨਾ ਵੀ ਔਖਾ ਹੋ ਜਾਂਦਾ, ਤੇ ਦੂਸਰੇ ਪਾਸੇ ਸਾਰੇ ਪੰਜਾਬ ਦੇ ਵਿੱਚ, ਸਾਰੇ ਹਰਿਆਣੇ 'ਚ ਇੱਕ ਵੀ ਥਾਂ ਦੇ ਉੱਤੋਂ ਲੋਕਾਂ ਨੂੰ ਬੱਸ ਨਹੀਂ ਲੈਣ ਗਈ, ਇੱਕ ਵੀ ਥਾਂ ਦੇ ਉੱਤੇ ਪੋਸਟਰ ਨਹੀਂ ਲਾਇਆ ਕਿ 26 ਮਈ ਨੂੰ ਦਿੱਲੀ ਗਿਆ ਨੂੰ ਕਿਸਾਨਾਂ ਨੂੰ 6 ਮਹੀਨੇ ਪੂਰੇ ਹੋਣੇ ਆ ਤੇ ਤੁਸੀਂ ਆਪਦੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਇਓ। ਸੋਸ਼ਲ ਮੀਡੀਆ ਤੇ ਪ੍ਰਚਾਰ ਆ, ਦਿੱਲੀੋਂ ਹੋਕਾ ਦਿੱਤਾ ਗਿਆ। ਤੇ ਸੰਧਾਲੀਆ ਸਾਹਿਬ, ਮਸਲਾ ਕੀ ਹੈ, ਕਿਉਂ ਲੀਡਰ ਮਗਰ ਤੁਰੇ ਫਿਰਦੇ ਆ ਕਿ ਕਿਸਾਨ ਤੇ ਮਜ਼ਦੂਰ ਆਗੂ ਜਿਹੜਾ ਪ੍ਰੋਗਰਾਮ ਦਿੰਦੇ ਆ, ਹਾਂ ਕਰੀਏ 80% ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਕਾਲੇ ਝੰਡੇ ਵੀ ਲਾਏ, ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਪੁਤਲੇ ਵੀ ਫੂਕੇ, ਤੇ ਲੋਕਾਂ ਨੇ ਇਹ ਦੱਸ ਦਿੱਤਾ ਕਿ ਭਾਈ ਦਿੱਲੀ ਦੀਆਂ ਬਰੂਹਾਂ ਤੇ ਬੰਦੇ ਘਟਿਆ ਜਾਂ ਵਧਿਆ, ਇਸ ਗੱਲ ਦੀ ਪਰਵਾਹ ਨਾ ਕਰਿਓ। ਜੋ ਉਤਸ਼ਾਹ 14 ਸਤੰਬਰ ਨੂੰ ਪੰਜਾਬ 'ਚ ਮੋਰਚਾ ਸ਼ੁਰੂ ਕਰਨ ਵੇਲੇ ਸੀ, ਜੋ 26 ਨਵੰਬਰ ਨੂੰ ਦਿੱਲੀ ਤੁਰਨ ਵੇਲੇ ਸੀ, ਤੇ ਉਹੀ ਉਤਸ਼ਾਹ ਅੱਜ 26 ਮਈ ਨੂੰ ਹੈਗਾ। ਇੱਕ ਗੱਲ ਕੱਲ ਦਾ ਪੰਜਾਬ ਦੇ ਹਰ ਇੱਕ ਸਿਆਸੀ ਲੀਡਰ ਦੇ ਮਨ ਦੇ ਵਿੱਚ ਬਹੁਤ ਵੱਡਾ ਗੋਲਾ ਜਿਹਾ ਬਣ ਕੇ ਘੁੰਮ ਰਿਹਾ। ਕੀ ਘੁੰਮ ਰਿਹਾ ਕਿ ਭਾਈ ਸਾਨੂੰ ਤਾਂ ਲੱਗਦਾ ਸੀ ਕਿ ਕਿਸਾਨੀ ਮੋਰਚੇ ਲੋ ਦੰਦ ਲੋਕਾਂ ਦੇ ਖੱਟੇ ਹੋ ਗਏ, ਸਾਨੂੰ ਤਾਂ ਲੱਗਦਾ ਸੀ ਕਿ ਦੂਜੇ ਮੁੱਦੇ ਉਭਾਰਾਂਗੇ, ਰੈਲੀਆਂ ਵੀ ਕੀਤੀਆਂ, ਕੈਂਡੀਡੇਟ ਡਿਕਲੇਅਰ ਕੀਤੇ, ਕਾਂਗਰਸੀ ਆਪਸ 'ਚ ਲੜੇ, ਇਹਦੇ ਬਾਵਜੂਦ ਵੀ ਲੋਕਾਂ ਦਾ ਸਾਰੇ ਦਾ ਸਾਰਾ ਧਿਆਨ ਕਿੱਧਰ ਹੈ ਕਿ ਖੇਤੀ ਕਾਨੂੰਨਾਂ ਦਾ ਹੋਊਗਾ ਕੀ। ਤੇ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਇੱਕ ਵਾਰੀ ਫੇਰ ਉਛਾਲਾ ਵੱਜਿਆ, ਗਰਮਜੋਸ਼ੀ ਦੇ ਨਾਲ ਲੋਕਾਂ ਨੇ ਕਿਸਾਨਾਂ ਦੀ ਕਾਲ ਦਾ ਉਤਸ਼ਾਹ ਦਿੱਤਾ, ਉਹਦੇ ਤੋਂ ਲੱਗਦਾ ਕਿ ਲੀਡਰਾਂ ਨੂੰ ਦੁਬਾਰਾ ਸੋਚਣਾ ਪਊਗਾ। ਪਰ ਦੇਖੋ ਗੱਲ ਇਹ ਹੈ ਵਾਟ ਸਾਹਿਬ, ਇਹਦੇ 'ਚ ਨਾ ਇੱਕ ਚੀਜ਼ ਯਾਰ ਵਿਚਾਰਨ ਵਾਲੀ ਆ, ਉਹਦਾ ਉਸ ਐਂਗਲ ਤੋਂ ਕਿਸੇ ਨੇ ਗੱਲ ਨਹੀਂ ਕੀਤੀ, ਚਲੋ ਆਪਾਂ ਕਰ ਲੈਂਦੇ ਹਾਂ। ਉਹ ਗੱਲ ਇਹ ਹੈ ਕਿ ਮੈਂ ਅੱਗੇ ਵੀ ਇੱਕ ਦਿਨ ਸ਼ਬਦ ਵਰਤਿਆ ਸੀ ਕਿ ਵੀ ਇਸ ਵਕਤ ਜਿਹੜਾ ਬਹੁਤ ਵੱਡਾ ਹਥਿਆਰ ਮਤਲਬ ਬੀਜੇਪੀ ਦੀ ਸਰਕਾਰ ਦੇ ਕੋਲ ਆ ਜਾਂ ਬੀਜੇਪੀ ਪਾਰਟੀ ਦੇ ਕੋਲ ਆ, ਜਿਹੜਾ ਕਿ ਉਹਨਾਂ ਨੇ ਇਕੱਲੇ ਜਿਹੜਾ ਹੇਠਲੇ ਲੈਵਲ ਵਾਲਾ ਵਰਕਰ ਲੀਡਰ ਵੀ ਹੈ ਨਾ, ਉਹਨੂੰ ਵੀ ਦਿੱਤਾ, ਉਸ ਹਥਿਆਰ ਦਾ ਨਾਂ ਹੈ ਘੇਸਲ। ਉਹ ਕਹਿੰਦੇ ਘੇਸਲ ਮਾਰ ਮਿੱਤਰਾ, ਬਸ ਗੂੰਗਾ ਬੋਲਾ ਹੋਇਆ ਤੇ ਇਹਨੂੰ ਕੋਈ ਸਮਝ ਨਹੀਂ ਲੱਗਣ ਡੇ ਵੀ ਬਾਹਰ ਆਉਣ ਕੀੜਿਆ। ਉਹ ਹੁਣ ਜਿਹੜੀ ਘੇਸਲ ਹੈ ਅਜੇ ਤੱਕ ਵੱਜੀ ਹੋਈ, ਉਹ ਸਮਝੋ ਬਾਹਰ ਹੀ ਨਹੀਂ ਲੱਗਦੀ। ਹੁਣ ਦੇਖੋ, ਜੇ ਮੰਨ ਲਓ ਵੀ ਆਪਾਂ ਹਰਿਆਣੇ ਦੀ ਗੱਲ ਛੱਡ ਦਿੰਦੇ ਹਾਂ, ਕਿਉਂਕਿ ਹਰਿਆਣੇ 'ਚ ਜੇ ਇਲੈਕਸ਼ਨਾਂ ਹੈ ਨਹੀਂ ਨੇੜੇ, ਯੂਪੀ 'ਚ ਤੇ ਹੈਗੀਆਂ ਕਿ ਨਹੀਂ, ਉੱਤਰਾਖੰਡ 'ਚ ਹੈਗੀਆਂ, ਪੰਜਾਬ 'ਚ ਹੈਗੀਆਂ, ਉਹਦੇ 'ਚੋਂ ਵੀ 2 ਸਟੇਟਾਂ ਐਸੀਆਂ ਜਿੱਥੇ ਇਸ ਵਕਤ ਬੀਜੇਪੀ ਦੀ ਸਰਕਾਰ ਆ। ਤੇ ਰਹੀ ਗੱਲ ਪੰਜਾਬ ਦੀ, ਉਹਦੇ ਬਾਰੇ ਜਿਹੜੇ ਮਰਜ਼ੀ ਲੀਡਰ ਨੂੰ ਤੁਸੀਂ ਪੁੱਛ ਕੇ ਦੇਖ ਲਓ, ਕਹਿੰਦਾ ਵੀ 117 ਦੀ 117 ਲੜਨੀਆਂ ਵੀਰ ਜੀ, ਤੇ ਮੁੱਖ ਮੰਤਰੀ ਸਾਡਾ, ਉਹ ਦਲਿਤ ਬਣਾ ਲੈਣ, ਕੋਈ ਹੋਰ ਬਣਾ ਲੈਣ, ਕੋਈ ਹੋਰ ਨਾ ਬਣਾ ਲੈਣ, ਗੱਲ ਵੱਖਰੀ। ਪਰ ਉਹਨਾਂ ਵਾਲੇ ਪਾਸੋਂ ਕੋਈ ਬਿਆਨ ਨਾ ਆਉਣਾ, ਉਹਨਾਂ ਵਾਲੇ ਪਾਸੋਂ ਕੋਈ ਸਰਗਰਮੀ ਨਾ ਹੋਣੀ, ਉਹਨਾਂ ਵਾਲੇ ਪਾਸੋਂ ਕਿਸੇ ਤਰ੍ਹਾਂ ਦਾ ਕੋਈ ਮਤਲਬ ਵੀ ਗੱਲ ਹੀ ਨਾ ਕਰਨੀ ਵੀ ਕੋਈ ਕਾਲਾ ਦਿਵਸ ਵੀ ਮਨਾਇਆ ਗਿਆ, ਕੋਈ ਰੋਸ ਪ੍ਰਗਟ ਵੀ ਹੋਇਆ, ਕੋਈ ਬਾਕੀ ਵਿਰੋਧੀ ਪਾਰਟੀਆਂ ਵੀ ਇਕੱਠੀਆਂ ਹੋ ਗਈਆਂ ਨੇ। ਇਹ ਹੈਰਾਨ ਨਹੀਂ ਕਰਦੀ ਗੱਲ? ਹੈਰਾਨ ਕਰਦੀ ਹੈ ਸੰਧਾਲੀਆ ਸਾਹਿਬ। ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ਥੋੜ੍ਹੀ ਜਿਹੀ ਕਸੂਤੀ ਫਸ ਗਏ ਇਸ ਲਈ। ਇੱਕ ਤਾਂ ਬੰਗਾਲ ਵਾਲੀ ਇਲੈਕਸ਼ਨ ਹਾਰ ਗਏ, ਕੇਰਲਾ 'ਚੋਂ ਹਾਰ ਗਏ, ਤਾਮਿਲਨਾਡੂ 'ਚ ਪੈਰ ਨਹੀਂ ਲੱਗੇ, ਚਲੋ ਕੋਈ ਗੱਲ ਨਹੀਂ, ਉਹ ਸਿਆਸਤ ਹੈ, ਇਲੈਕਸ਼ਨਾਂ ਅੱਗੇ ਪਿੱਛੇ ਹੁੰਦੀਆਂ, ਆਪਾਂ ਨੂੰ ਛੱਡ ਦਿੰਦੇ ਹਾਂ। ਦੂਸਰਾ, ਨਾਲ ਦੀ ਨਾਲ ਸਰਕਾਰ ਦੇ ਉੱਤੇ ਇੱਕ ਬਹੁਤ ਵੱਡੀ ਪ੍ਰਬੰਧਾਂ ਦੇ ਉੱਤੇ ਉਂਗਲ ਕੋਵਿਡ ਦੇ ਪ੍ਰਬੰਧਾਂ ਦੇ ਕਰਕੇ ਉੱਠੀ ਹੈ। ਵੈਂਟੀਲੇਟਰਾਂ ਦਾ ਕੀ ਬਣਿਆ, ਲਾਸ਼ਾਂ ਕਿੱਥੋਂ ਆਈ ਗਈਆਂ। ਨਿਊਯਾਰਕ ਟਾਈਮਜ਼ ਦੇ ਵਿੱਚ ਅੱਜ ਹੀ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਕਿ ਸ਼ਾਇਦ ਸਾਰੇ ਸੰਸਾਰ ਦੇ ਵਿੱਚ ਜਿੰਨੀਆਂ ਕਰੋਨਾ ਦੇ ਕਰਕੇ, ਸਾਰੇ ਵਰਲਡ ਦੀ ਗੱਲ ਕਰਦੇ ਹਾਂ, ਮੌਤਾਂ ਦੱਸੀਆਂ ਜਾ ਰਹੀਆਂ, ਉਹਦੇ ਤੋਂ ਦੁੱਗਣੀਆਂ ਜਾਂ 3 ਗੁਣਾ ਵੱਧ ਮੌਤਾਂ ਹੋਈਆਂ। ਤੇ ਭਾਰਤ ਦੇ ਬਾਰੇ ਵੀ ਅੰਕੜੇ ਉਹ 40 ਲੱਖ ਤੱਕ ਲਏ। ਇਹ ਰਿਪੋਰਟ ਹੈ, ਉਹਦਾ ਕੋਈ ਤੱਥ ਨਹੀਂ ਹੈ, ਕੋਈ ਸਬੂਤ ਨਹੀਂ ਹੈ, ਪਰ ਬਹੁਤ ਵੱਡਾ ਉਹ ਮੀਡੀਆ ਅਦਾਰਾ, ਤੇ ਉੱਥੋਂ ਉਹਨਾਂ ਨੇ ਕਈ ਵੱਡੇ ਜਿਹੜੇ ਮਾਹਿਰ ਨੇ, ਉਹਦੇ ਵਿੱਚੋਂ ਉਹਨਾਂ ਨੇ ਰਿਪੋਰਟ ਦੇ ਵਿੱਚੋਂ ਕੱਢ ਕੇ ਦੱਸਿਆ ਕਿ ਦੇਖੋ ਜੀ, ਭਾਰਤ ਦੇ ਵਿੱਚ ਪਹਿਲਾਂ ਵੀ ਜਿਹੜੀਆਂ ਮੌਤਾਂ ਹੁੰਦੀਆਂ ਸੀ, 5 ਦੇ ਵਿੱਚੋਂ 4 ਮੌਤਾਂ ਦਾ ਤਾਂ ਮੈਡੀਕਲੀ ਪਤਾ ਹੀ ਨਹੀਂ ਸੀ ਲੱਗਦਾ ਕਿਉਂ ਹੋਈਆਂ। ਹੁਣ ਵੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ। ਹੁਣ ਇੰਨੀ ਦੂਰ ਡਿਸਪੈਂਸਰੀ ਹੈ, ਇੰਨੀ ਦੂਰ ਹਸਪਤਾਲ ਹੈ, ਇੰਨੇ ਕੁ ਟੈਸਟ ਹੋ ਰਹੇ ਨੇ, ਇੰਨੀਆਂ ਜੇ ਮੌਤਾਂ ਹੋਈਆਂ। ਹੁਣ
ਜਦੋਂ ਕੋਵਿਡ ਦੇ ਪ੍ਰਬੰਧਾਂ ਤੇ ਆਪਾਂ ਨਿਊਯਾਰਕ ਟਾਈਮਜ਼ ਦੀ ਰਿਪੋਰਟ ਨੂੰ ਵੀ ਛੱਡਦੇ ਹਾਂ, ਇੱਕ ਗੱਲ ਤਾਂ ਪੱਕੀ ਆ ਨਾ ਕਿ ਲੋਕ ਆਕਸੀਜਨ ਦੇ ਕਰਕੇ ਤੰਗ ਹੋਏ ਆ, ਦੋਸ਼ ਸਰਕਾਰ ਤੇ ਲੱਗਾ। ਵੈਂਟੀਲੇਟਰਾਂ ਦੀ, ICU ਦੀ ਘਾਟ ਦੇ ਕਰਕੇ ਲੋਕ ਤੰਗ ਹੋਏ ਆ, ਪ੍ਰਬੰਧਾਂ ਦੇ ਉੱਤੇ ਸਵਾਲ ਖੜੇ ਹੋਏ। ਜੇ ਡਿਸਟ੍ਰੀਬਿਊਸ਼ਨ ਸਿਸਟਮ ਦੇ ਉੱਤੇ ਵੀ ਸਵਾਲ ਖੜੇ ਹੋਏ, ਵੈਕਸੀਨੇਸ਼ਨ ਕਿਹਨੂੰ ਕਿੰਨੀ ਦੇਣੀ ਹੈ, ਕਦੋਂ ਵਿਦੇਸ਼ਾਂ ਨੂੰ ਗਈ, ਕਦੋਂ, ਉਹ ਸਾਰੇ ਸਿਸਟਮ ਦੇ ਵਿੱਚੋਂ ਜਿਹੜੇ ਸਵਾਲ ਖੜੇ ਹੋਏ, ਔਖਾ ਹੋਇਆ ਪਿਆ ਸਰਕਾਰ ਦੇ ਲਈ ਜਵਾਬ ਦੇਣਾ। ਇੱਕ ਕਰੋਨਾ ਦੇ ਪ੍ਰਬੰਧ, ਉੱਪਰੋਂ ਚੀਨ ਦਾ ਵੱਧਦਾ ਪ੍ਰਭਾਵ, ਤੀਸਰੇ ਪਾਸਿਓਂ ਕਿਸਾਨ ਅੰਦੋਲਨ, ਚੌਥੇ ਪਾਸਿਓਂ ਕੁਝ ਸੂਬਿਆਂ ਦੇ ਵਿੱਚ ਚੋਣਾਂ ਦੀ ਹਾਰ। ਇਹ ਛੋਟਾ ਮਸਲਾ ਨਹੀਂ ਹੈ, ਉਹਨਾਂ ਨੂੰ ਵੀ ਸਮਝ ਨਹੀਂ ਆ ਰਹੀ। ਹੁੰਦਾ ਨਾ ਕਿ ਪੰਜਾਬ ਦੇ ਵਿੱਚ, ਹੁਣ ਤਾਂ ਨਹੀਂ ਹੁੰਦਾ, ਪਿਛਲੇ ਸਾਲ ਤੋਂ ਪਹਿਲਾਂ ਹੁੰਦਾ ਸੀ ਕਿ 2 ਜਣਿਆਂ ਦਾ ਵੱਟ ਦਾ ਰੌਲਾ, ਪਹਿਲਾਂ ਦੋਨੇ ਹੀ ਇਕੱਠੇ ਖਾਂਦੇ ਪੀਂਦੇ ਸੀ ਬਹਿ ਕੇ, ਦੋਨਾਂ ਨੂੰ ਹੀ ਪਤਾ ਹੁੰਦਾ ਸੀ ਕਿ ਇੰਨੇ ਕੋਠੇ ਦੀ ਛੱਤ ਪਾਉਣੀਆਂ ਨਹੀਂ ਤਾਂ ਡਿੱਗ ਪੈਣੀਆਂ ਤੇ ਇੰਨੇ ਕੁੜੀ ਵਿਆਹਣੀ ਆ, ਦੋਨਾਂ ਨੂੰ ਹੀ ਪਤਾ ਹੁੰਦਾ ਸੀ ਇੱਕ ਦੂਜੇ ਤੋਂ ਮੰਗ ਤੋਂ ਕੇ ਮਸੀਂ ਕੰਮ ਚੱਲਦਾ। ਤੇ ਦੋਨਾਂ ਦਾ ਜਦੋਂ ਵੱਟ ਦਾ ਰੌਲਾ ਪੈ ਗਿਆ ਤਾਂ ਦੋਨੇ ਹੀ ਇੱਕ ਦੂਜੇ ਦੇ ਸਾਹਮਣੇ ਮੁੱਛਾਂ ਨੂੰ ਵੱਟ ਦੇ ਕੇ ਵਕੀਲ ਸਾਹਿਬ ਰਗੜਨੇ ਆ, ਤੇ ਦੋਨੇ ਹੀ ਇੱਕੋ ਹੀ ਬੰਦੇ ਕੋਲ ਅੰਗੂਠਾ ਲਾ ਕੇ ਪੈਸੇ ਲੈ ਕੇ ਆਉਂਦੇ ਸੀ ਕਿ ਪਤਾ ਨਹੀਂ ਸੀ ਲੱਗਦਾ ਪੈਰ ਪਛਾਂ ਕਿੱਦਾਂ ਖਿੱਚੀਦਾ। ਇਹੀ ਹਾਲਾਤ ਸਾਡੀ ਸਰਕਾਰ ਦੇ ਹੋਏ ਪਏ ਆ ਕਿ ਪਛਾਂ ਪੈਰ ਕਿੱਦਾਂ ਖਿੱਚਣਾ ਸਮਝ ਹੀ ਨਹੀਂ ਆ ਰਹੀ। ਯਾਰ ਮੈਂ ਬਹੁਤ ਸਹਿਮਤ ਨਹੀਂ ਬਾੜ ਸਾਹਿਬ ਤੁਹਾਡੀ ਉਦਾਹਰਨ ਨਾਲ। ਨਹੀਂ, ਤੁਹਾਡਾ ਸਹਿਮਤ ਹੋਣਾ ਜ਼ਰੂਰੀ ਨਹੀਂ, ਤੁਸੀਂ ਆਪਣੀ ਗੱਲ ਰੱਖੋ। ਟਿੱਪਣੀ ਕਰਨਗੇ ਆਪਣੇ ਪਰਿਵਾਰ ਦੇ ਮੈਂਬਰ, ਤੁਸੀਂ ਮੇਰੀ ਗੱਲ ਨਹੀਂ ਸਮਝ ਰਹੇ ਜਾਂ ਮੈਂ ਨਹੀਂ ਸਮਝਾ ਪਾ ਰਿਹਾ। ਮੈਂ ਕਹਿੰਦਾ ਵੀ ਮੈਂ ਫਸਿਆ, ਠੀਕ ਆ। ਆਹਾ, ਮੰਨ ਲਓ ਬਾੜ ਸਾਹਿਬ ਆ ਬੂਹੇ ਅੱਗੇ ਆ ਗਏ ਤੁਸੀਂ, ਉੱਥੇ ਕਦੇ ਦੇ ਬੂਹੇ 'ਚ ਲੱਤਾਂ, ਦੇ ਗਾਲਾਂ, ਤੂੰ ਨਿਕਲ ਬਾਹਰ ਵੱਡਿਆ ਬਦਮਾਸ਼ਾ, ਕਦੀ ਵਿਹੜੇ 'ਚ ਢੀਮਾਂ, ਤੇ ਮੈਂ ਅੰਦਰ ਕੁੰਡਾ ਲਾ ਕੇ ਬੈਠਾ ਵਾਂ ਤੇ ਮੈਨੂੰ ਘਰ ਦੇ ਕਹਿਣਾ ਉਹ ਪਤਾ ਤੇ ਕਰੋ ਕਿਹੜਾ ਨਹੀਂ। ਮੈਂ ਕਿਹਾ ਨਹੀਂ ਹੈ ਨਹੀਂ ਕੋਈ ਵੀ, ਸੌਂ ਜਾਓ ਤੁਸੀਂ ਆਰਾਮ ਨਾਲ। ਉਹ ਨਹੀਂ ਉਹਦੇ ਬਾਹਰ ਗੇਟ ਨੂੰ ਇੱਟਾਂ ਵੱਜਣ ਡੀਆਂ, ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਇੱਟ ਨੂੰ ਮਾਰੀ ਕਿ ਨਹੀਂ ਯਾਰ ਇਦਾਂ ਦੀ ਕੁਛ ਨਹੀਂ। ਉਹ ਸੌਂ ਜਾਓ ਕੋਈ ਨਹੀਂ, TV ਦੀ ਆਵਾਜ਼ ਥੋੜੀ ਉੱਚੀ ਕਰ ਲਓ। ਮੈਂ ਤੈਨੂੰ ਉਹ ਵਾਲੀ ਘੇਸਲ ਕਹਿਣ ਡਿਆ। ਗੱਲ ਤੁਹਾਡੀ ਠੀਕ ਆ। ਘੇਸਲ ਦਾ ਕਾਰਨ ਕੀ? ਸਵੇਰੇ ਇੱਕ ਮਿੰਟ ਮੈਂ ਦੱਸ। ਹਾਂਜੀ, ਤੋਮਰ ਸਾਹਿਬ ਤੇ ਆਪਣੇ ਪਿਊਸ਼ ਗੋਇਲ ਜੀ ਤੇ ਇੱਕ ਆਪਣੇ ਜਿਹੜੇ ਪੰਜਾਬ ਵਾਲੇ ਮੰਤਰੀ ਆ, ਇਹਨਾਂ ਤਿੰਨਾਂ ਦੀ ਪੱਕੀ ਡਿਊਟੀ ਸੀ ਨਾ। ਉਦੋਂ ਵੀ 5 ਇਲੈਕਸ਼ਨਾਂ ਚੱਲਦੀਆਂ ਸੀ ਸਟੇਟਾਂ ਦੀਆਂ ਵੀ ਉੱਧਰ ਜਾਣਾ ਜੀ, ਉੱਧਰ ਜਾਣਾ ਜੀ, ਉੱਧਰ ਜਾਣਾ। ਹੌਲੀ ਇੱਧਰੋਂ ਇਹ ਬਿਆਨ ਦੇਣੋਂ ਘਟੇ, ਮੀਟਿੰਗਾਂ ਰੁਕੀਆਂ, ਤੇ ਫਿਰ ਪਤਾ ਲੱਗਾ ਨਹੀਂ ਅਜੇ BJP ਉੱਧਰ ਰੁੱਝੀ, ਅਜੇ BJP ਉੱਧਰ ਰੁੱਝੀ। ਉਹ ਜਿਹੜੇ 3 ਮੰਤਰੀ ਸੀ ਉਹਨਾਂ ਕਿਹੜਾ ਵੀ ਜਾ ਕੇ ਫੁੱਫੜ ਦੀ ਮਿਲਣੀ ਕਰਨੀ ਸੀ, ਉਹਦਾ ਵਿਹਲੇ ਹੀ ਸੀ ਬੰਦੇ। ਇੱਕ ਤਰ੍ਹਾਂ ਨਾਲ ਉਹ ਬਹਾਨੇ ਨੇ ਇੱਧਰੋਂ ਖਿਸਕਾ ਕੇ ਲੈ ਗਏ। ਦੁਬਾਰਾ ਵਾਪਸ ਆਉਣ ਤੋਂ ਬਾਅਦ ਹੁਣ ਖੇਤੀ ਮੰਤਰੀ ਦਾ ਕੰਮ ਕਰਾਉਣੇ ਦਾ ਕੋਈ ਲਿੰਕ ਨਹੀਂ ਹੈਗਾ ਯਾਰ। ਜੇ ਮੰਨ ਲਓ ਮੈਂ ਮੰਤਰੀ ਆ, ਪੂਰੇ ਇੰਡੀਆ ਦੇ ਵਿੱਚ ਖੇਤੀ ਬਾਰੇ ਮੈਂ ਦੇਖਣਾ। ਜੇ ਕੱਲ੍ਹ ਪਰਸੋਂ ਬਿਆਨ ਆਉਂਦਾ ਸੀ ਵੀ ਇਜ਼ਰਾਈਲ ਦੇ ਨਾਲ ਅਸੀਂ ਇੱਕ ਹੋਰ ਸਮਝੌਤਾ ਕਰ ਲਿਆ, ਦੇਖੋ ਅਸੀਂ ਖੇਤੀ ਦੀ ਕਿਵੇਂ ਬਹਿ ਜਾ ਕਰਾਉਣੇ। ਇਜ਼ਰਾਈਲ ਕਿਧਰੇ ਲੜਾਈ ਲੜੀ ਜਾਂਦਾ, ਅਸੀਂ ਉਹਦੇ ਨਾਲ ਸਮਝੌਤਾ ਕਰ ਲਿਆ ਵੀ ਖੇਤੀ ਇੰਡੀਆ 'ਚ ਕਿਵੇਂ ਸੁਧਾਰਨੀ ਆ। ਤੇ ਜਿਹੜੇ ਬਰੂਹਾਂ ਅੱਗੇ ਬੈਠੇ ਆ, ਮੈਨੂੰ ਉਹ ਦਿਸਣ ਨਾ ਤੇ ਮੈਂ ਉਹਨਾਂ ਬਾਰੇ ਗੱਲ ਨਾ ਕਰਾਂ, ਇਹਨੂੰ ਘੇਸਲ ਨਹੀਂ ਕਹਿੰਦੇ। TV ਦੀ ਆਵਾਜ਼ ਵੀ ਉੱਚੀ ਕਰ ਲਈ, ਤੁਸੀਂ ਰਜਾਈ ਵੀ ਘੁੱਟ ਲਈ, ਸਾਰਾ ਕੁਝ ਕਰ ਲਿਆ, ਪਰ ਹਵੇਲੀ ਸਵੇਰੇ ਜਾਣਾ ਪੈਣਾ, ਮੱਝਾਂ ਚੋਣੀਆਂ ਪੈਣੀਆਂ, ਪੱਠੇ ਪਾਉਣੇ ਪੈਣੇ, ਨਹੀਂ ਤਾਂ ਕੀਲਾ ਤੜਾਉਣਾ, ਸਵੇਰੇ ਕੁੰਡਾ ਖੋਲ੍ਹਣਾ ਪੈਣਾ। ਮੈਂ ਉਦਾਹਰਨ ਦੇ ਦੇਣਾ ਕਿੱਦਾਂ। ਮੈਨੂੰ ਪਤਾ ਉਹ ਇਲੈਕਸ਼ਨ ਆ ਗਈ। ਨਹੀਂ ਇਲੈਕਸ਼ਨ ਤੋਂ ਵੀ ਛੱਡ ਦਿਓ, ਇਲੈਕਸ਼ਨ ਨੂੰ, ਹਰਿਆਣੇ 'ਚ ਤਾਂ ਨਹੀਂ ਇਲੈਕਸ਼ਨ ਅਜੇ। ਖੱਟਰ ਸਾਹਿਬ ਨੇ ਹਸਪਤਾਲ ਦਾ ਉਦਘਾਟਨ ਕਰਨ ਦੀ ਕੋਸ਼ਿਸ਼ ਕੀਤੀ, ਦੁਸ਼ਯੰਤ ਚੌਟਾਲਾ ਨੇ ਉਸ ਪ੍ਰੋਗਰਾਮ 'ਚ ਆਉਣ ਦੀ ਕੋਸ਼ਿਸ਼ ਕੀਤੀ, ਤੋਮਰ ਸਾਹਿਬ ਨੇ ਆਪਦੇ ਹਲਕੇ 'ਚ ਜਾਣ ਦੀ ਕੋਸ਼ਿਸ਼ ਕੀਤੀ। ਮੱਧ ਪ੍ਰਦੇਸ਼ ਦੇ ਵਿੱਚ ਨਾ ਵਿਧਾਨ ਸਭਾ ਦੀਆਂ ਚੋਣਾਂ ਆ ਤੇ ਨਾ ਅਜੇ ਲੋਕ ਸਭਾ ਦੀਆਂ ਚੋਣਾਂ ਆ। ਜਿਹੜਾ ਲੀਡਰ ਆ ਨਾ, ਬਹੁਤੀ ਦੇਰ ਘੇਸਲ ਮਾਰ ਕੇ ਨਹੀਂ ਚੱਲ ਸਕਦਾ। ਲੀਡਰ ਨੇ ਆਪਣੇ ਹਿਸਾਬ ਦੇ ਨਾਲ ਘਰੋਂ ਬਾਹਰ ਨਿਕਲਣਾ ਆ। ਦੇਖੋ ਤਾਪ ਨਾ ਚੜ ਜੂਗਾ। ਤੁਸੀਂ ਪੰਜਾਬ ਦਾ ਕੋਈ ਲੀਡਰ ਦੇਖ ਲਓ, ਜੇ ਮਹੀਨੇ ਦੇ ਵਿੱਚ 2-3 ਉਦਘਾਟਨ ਨਾ ਕਰਨ, 2-3 ਜਗ੍ਹਾ ਦੇ ਉੱਤੇ ਨੀਂਹ ਪੱਥਰ ਨਾ ਰੱਖਣ, 2 ਜਗ੍ਹਾ ਤੇ ਸ਼ਰਧਾਂਜਲੀਆਂ ਤੇ 3 ਜਗ੍ਹਾ ਦੇ ਉੱਤੇ ਜਾ ਕੇ ਸ਼ਗਨ ਨਾ ਪਾਉਣ, ਐਂ ਝੌੜੇ ਹੋ ਕੇ ਮੁੰਡੇ ਕੁੜੀ ਦੇ ਸਿਰ ਤੇ ਹੱਥ ਰੱਖ ਕੇ ਖੜਨ ਤੇ 25 ਆਲੇ ਦੁਆਲੇ ਨਾ ਖੜੇ ਹੋਣ, ਇਹਨਾਂ ਤੋਂ ਉਹਦੀ ਨਾੜ ਚੜ ਜੂ ਕੋਈ ਨਾ ਕੋਈ ਕਿ ਭਾਈ ਕੰਮ ਔਖਾ ਹੋ ਗਿਆ। ਨਹੀਂ ਨਾੜ ਤਾਂ ਚੜੀ ਪਈ ਵਿਚਾਰੇ। ਹੁਣ ਤੁਸੀਂ ਬਾਕੀ ਚਲੋ ਮੈਂ ਨਾ ਛੱਡੋ ਖੜਾ, ਤੁਸੀਂ ਕੇਂਦਰ ਵਾਲਿਆਂ ਦਾ। ਆਹਾ, ਪੰਜਾਬ ਵਾਲੇ BJP ਵਾਲਿਆਂ ਨੂੰ 8 ਮਹੀਨੇ ਤੋਂ ਉੱਪਰ ਹੋ ਗਿਆ ਕੰਮ। ਉਹ ਮੈਂ ਕਹਿਣਾ ਨਹੀਂ ਚਾਹੁੰਦਾ, 9ਵਾਂ ਮਹੀਨਾ ਕੁੱਲ ਮਿਲਾ ਕੇ ਚੱਲਣ ਡਿਆ ਉਹਨਾਂ ਨੂੰ, ਵੀ ਜਿਸ ਹਿਸਾਬ ਨਾਲ ਵਿਚਾਰੇ ਉਹ ਔਖੇ ਨੇ। ਘਰਾਂ ਅੱਗੇ ਉਹਨਾਂ ਦੇ ਵਿਚਾਰਿਆਂ ਦੇ ਉਹ ਲੱਗੇ ਆ ਧਰਨੇ ਮੋਰਚੇ। ਜੇ ਕਿਤੇ ਜਾਂਦੇ ਉਹਦੇ ਤੇ ਇਹ ਪਤਾ ਲੱਗਦਾ ਵੀ ਕਿਹੜੀ ਗੱਡੀ ਨੂੰ ਪਤਾ ਨਹੀਂ ਕਿੱਥੇ ਹੱਥ ਦੇ ਲੈਣਾ। ਤੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਉਧਰ ਆਪਾਂ ਮਲੋਟ ਵਾਲੇ ਪਾਸੇ, ਉਸ ਤੋਂ ਬਾਅਦ ਜਿਹੜੀਆਂ ਮੀਮ ਬਣੀਆਂ ਕਿ ਵੀ ਭਾਈ ਸਾਹਿਬ ਵਸਤਰ ਵੀ ਪੂਰੇ ਨਹੀਂ ਹੁੰਦੇ, ਕਈ ਵਾਰ ਬਾਅਦ 'ਚ ਪਤਾ ਲੱਗਦਾ। ਉਹਨਾਂ ਦੀ ਯਾਰ ਹਾਲਤ ਦੇਖੋ ਤੁਸੀਂ, ਕਿਤੇ ਉਹ ਰੋਜ਼ ਫੋਨ ਨਾ ਕਰਦੇ ਹੋਣਗੇ ਆਪਸ ਦੇ ਵਿੱਚ ਵੀ ਯਾਰ ਸ਼ਰਮਾ ਜੀ ਕਿੱਧਰ ਫਸਾਤਾ ਜੀ, ਪਤਾ ਕਰੋ ਸਾਹਬਾਂ ਦਾ ਉੱਤੋਂ ਕੋਈ ਬੋਲਣ ਤੇ ਸਹੀ। ਆਹੀ ਤਾਂ ਮਸਲਾ ਸੰਧਾਲੀਆ ਸਭ ਹਲਕਿਆਂ 'ਚ ਵੀ ਜਾਣਾ ਹੈ, ਸਭ ਕੁਝ ਕਰਨਾ ਹੈ, ਕਿਉਂਕਿ ਹੋਰ ਸਾਲ ਆ। ਫਿਰ ਮੀਡੀਆ ਅਦਾਰਿਆਂ ਨੇ ਕਰਨ ਲੱਗ ਪੈਣਾ ਕਿ ਅੱਛਾ ਕਿਹੜਾ ਮੈਂਬਰ ਪਾਰਲੀਮੈਂਟ ਕਿੰਨੀ ਵਾਰੀ ਹਲਕੇ 'ਚ ਗਿਆ, ਕਿੰਨੇ ਮਹੀਨੇ ਲਗਾਤਾਰ ਗੈਰ ਹਾਜ਼ਰ ਰਿਹਾ, ਕਿਹੜਾ MLA ਗੈਰ ਹਾਜ਼ਰ ਰਿਹਾ, ਕਿੰਨੀਆਂ ਗ੍ਰਾਂਟਾਂ ਵੰਡੀਆਂ। ਫਿਰ ਤਾਂ ਅਗਲੇ ਟਿਕਟਾਂ ਵੀ ਜਦੋਂ ਦਿੰਦੇ ਆ ਤਾਂ ਪਹਿਲਾਂ ਹੁਣ ਸਰਵੇਖਣ ਕਰਾ ਕੇ ਦਿੰਦੇ ਆ ਕਿ ਕਿਹੜਾ ਲੋਕਾਂ 'ਚ ਵਿਚਰਿਆ, ਕਿਹੜਾ ਜਿੱਤ ਸਕਦਾ ਤੇ ਕਿਹੜਾ ਨਹੀਂ। ਤੁਸੀਂ ਇਹ ਦੇਖੋ, ਨਾ ਜਾਓ ਘੇਸਲ ਮਾਰ ਕੇ ਰੱਖੋ। ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹੈ ਹਰਿਆਣੇ ਦਾ, ਉਹਦੇ ਘਰ ਦੇ ਮੂਹਰੇ ਬੈਰੀਕੇਡ ਲਾਏ ਪੁਲਿਸ ਨੇ। ਕਿਸਾਨ ਕੱਲ ਇਕੱਠੇ ਹੋ ਕੇ ਬੈਰੀਕੇਡ ਤੋੜ ਕੇ ਫਿਰ ਉਹਦੇ ਘਰ ਕੋ ਪਹੁੰਚ ਗਏ। ਹੁਣ ਬੰਦੇ ਨੂੰ ਕਿਤੇ ਨਾ ਕਿਤੇ ਨਿਆਣੇ ਤਾਂ ਪੁੱਛਦੇ ਹੀ ਹੁੰਦੇ ਨਾ। ਤੁਸੀਂ ਜਿੰਨੀ ਮਰਜ਼ੀ ਆਵਾਜ਼ TV ਦੀ ਉੱਚੀ ਕਰਾ ਲਓ,
ਤੁਸੀਂ ਜੋ ਮਰਜ਼ੀ ਕਰ ਲਓ। ਕਿੱਥੇ ਤਾਂ ਪਹਿਲਾਂ ਲੋਕੀ ਕਹਿੰਦੇ ਹੁੰਦੇ ਸੀ ਕਿ ਭਾਈ ਇਹਦੇ ਡੈਡੀ ਜੀ ਲੀਡਰ ਨੇ, ਆਪਾਂ ਇਦਾਂ ਕਰਾਉਣੇ, ਕੰਮ ਕਰਾਉਣੇ ਆ, ਵਧੀਆ ਫੋਟੋ ਲਾਉਣੇ ਆ। ਹੁਣ ਕਹਿੰਦੇ ਨਹੀਂ ਯਾਰ ਛੱਡ ਪਰਾਂ, ਫੇਸਬੁੱਕ ਤੋਂ ਫੋਟੋ ਥੋੜੀ ਜਿਹੀ ਭਰੇ ਕਰ, ਲੋਕਾਂ ਨੇ ਪਤਾ ਨਹੀਂ ਕੀ ਕਹਿਣਾ। ਸੋ ਕਈ ਦਿਨ ਘੇਸਲ ਮਾਰ ਲਓ, ਕੋਈ ਗੱਲ ਨਹੀਂ, ਘੇਸਲ ਮਾਰੀਓ ਚੰਗੀ ਹੈ। ਤੁਸੀਂ ਤੁਹਾਨੂੰ ਲੱਗਦਾ ਘੇਸਲ ਮਾਰਿਓ ਕੰਮ ਚੱਲ ਜਾਣਾ, ਉੱਦਾਂ ਚਲਾ ਲਓ। ਵੈਸੇ ਜਿਸ ਤਰੀਕੇ ਦੇ ਨਾਲ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਕਾਲੇ ਝੰਡਿਆਂ ਦਾ ਬਹੁਤ ਪ੍ਰਭਾਵ ਰਿਹਾ, ਮੱਧ ਪ੍ਰਦੇਸ਼, ਗੁਜਰਾਤ, ਉਧਰਲੇ ਪਾਸੇ ਬੰਗਾਲ ਤੇ ਬਿਹਾਰ, ਉੜੀਸਾ ਤੱਕ ਕਾਲੇ ਝੰਡੇ ਵਿੱਚ ਵਿਚਾਲੇ ਲੱਗੇ ਆ। ਇੱਕ ਗੱਲ ਕਲੀਅਰ ਹੋ ਗਈ ਹੈ ਕਿ ਭਾਈ ਇਹ 6 ਮਹੀਨੇ ਦਾ ਅੰਦੋਲਨ ਲੋਕਾਂ ਦੇ ਦਿਲਾਂ 'ਚ ਵੜਿਆ ਪਿਆ। ਸਰਕਾਰ ਨੂੰ ਛੇਤੀ ਫੈਸਲਾ ਇਸ ਮੁੱਦੇ ਤੇ ਕੋਈ ਲੈਣਾ ਚਾਹੀਦਾ, ਕਿਉਂਕਿ ਸਮੱਸਿਆਵਾਂ ਹੋਰ ਬਹੁਤ ਹੈ ਜਿਹੜੀਆਂ ਸਾਂਝੇ ਤੌਰ ਤੇ ਹੱਲ ਕਰਨ ਵਾਲੀਆਂ। ਚਲੋ ਮੈਂ ਤੁਹਾਡੀ ਗੱਲ ਮੰਨ ਲਈ। ਅਸਰ ਬਹੁਤ ਆ, ਸਾਰੀ ਗੱਲ ਆ, ਤਾਪ ਚੜਿਆ ਪਿਆ, ਚਿਗਾੜ ਹਿੱਲਣ ਡਈ ਆ। ਪਰ ਮੈਨੂੰ ਪਤਾ ਨਹੀਂ ਕਿਉਂ ਮੇਰੇ ਦਿਮਾਗ 'ਚੋਂ ਵਾਰ-ਵਾਰ ਗੱਲ ਵੱਜਦੀ ਆ ਵੀ ਜਿਹੜੀ ਘੇਸਲ ਮਾਰੀ ਹੈ ਨਾ, ਉਹਦੇ 'ਚ ਕੋਈ ਗੱਲ ਤੇ ਹੈਗੀ। ਜਾਂ ਤੇ ਇਹ ਵੀ ਹੁੰਦਾ ਕਿਸੇ ਵੇਲੇ ਬੰਦਾ ਆਉਂਦਾ ਵੀ ਕੋਈ ਗੱਲ ਨਹੀਂ, ਆ ਲੈਣ ਦੇ, ਮੈਂ ਰਜਾਈ ਦੇ ਵਿੱਚ ਹੀ ਹਥਿਆਰ ਨਾਲ ਲੈ ਕੇ ਬੰਦਾ ਪਿਆ ਵੀ ਜਦੋਂ ਆ ਕੇ ਰਜਾਈ ਲਾਈ ਨਾ ਫਿਰ ਮੈਂ ਡੰਡਾ ਮਾਰਨਾ ਹੀ ਸਿਰ 'ਚ। ਨਹੀਂ, ਗੱਲ ਤੁਹਾਡੀ ਠੀਕ ਹੈ। ਮੈਂ ਨਹੀਂ ਕਹਿੰਦਾ, ਦੇਖੋ ਥੋੜੀ ਚਲੋ ਹੋਰ ਖੋਲ ਲੈਂਦੇ। ਅਗਲੇ ਬੰਦੇ ਨਾ ਉਹ ਜਿਹਨੇ ਬੰਦੇ ਨੇ ਘੇਸਲ ਮਾਰੀ ਵਾਲਾ ਬੰਦਾ ਜਗਾਉਣਾ ਹੁੰਦਾ, ਉਹ ਸਿਰ ਵਾਲੇ ਪਾਸੇ ਰਜਾਈ ਨਹੀਂ ਚੱਕਦਾ, ਪੈਰਾਂ ਨੂੰ ਘੜੀਸਦਾ ਵਿਲਨ 'ਚ। ਮੈਂ ਸਮਝ ਗਿਆ ਗੱਲ ਤੁਹਾਡੀ। ਮੈਂ ਸਿਰਫ ਇਹ ਗੱਲ ਕਰਦਾ ਵੀ ਯਾਰ ਜਿਹੜੀ ਉਹ ਕਹਿੰਦੇ ਵੀ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀਆਂ, ਸਾਡੇ ਕੋਲ ਇੰਨੇ ਜ਼ਿਆਦਾ ਮੈਂਬਰ ਨਹੀਂ, ਇੰਨੀਆਂ ਸਟੇਟਾਂ 'ਚ ਸਾਡੀ ਸਰਕਾਰ ਹੈ, 7 ਸਾਲ ਅਗਲਿਆਂ ਦੇ ਪੂਰੇ ਹੋ ਗਏ, 24 ਤੱਕ ਅਜੇ ਕੋਈ ਕਹਿ ਨਹੀਂ ਸਕਦਾ ਵੀ ਇਹਨਾਂ ਨੂੰ ਹਿਲਾ ਦਈਏ ਗੱਦੀ ਤੋਂ। ਉਦੋਂ ਬਾਅਦ 24 ਤੋਂ ਬਾਅਦ ਅਗਲੇ ਕਹਿੰਦੇ ਵੀ ਫਿਰ ਆਪਾਂ 29 ਤੱਕ ਰਾਜ ਕਰਨਾ, ਕੋਈ ਪਰਵਾਹ ਨਹੀਂ ਕਰਨੀ ਕਿਸੇ ਦੀ। ਉਹ ਯਾਰ ਇੰਨੀ ਛੇਤੀ ਇੰਨੇ ਸਿਆਣੇ ਬੰਦੇ ਜਮਾਂ ਚੋਪੀ ਕਰਕੇ ਬਹਿ ਜਾਣ ਤੇ ਉਹ ਕੋਈ ਤੇ ਕਦਮ ਲੜਾਉਣ ਹੀ ਨਾ, ਇਹ ਹੋ ਨਹੀਂ ਸਕਦਾ। ਮਤਲਬ ਪਤਾ ਨਹੀਂ ਕਿਉਂ ਮੈਨੂੰ ਇਹ ਅੰਦਰੋਂ ਇੰਟਿਊਸ਼ਨ ਹੈ। ਨਹੀਂ, ਇਹ ਗੱਲ ਤੁਹਾਡੀ, ਰੱਬ ਸੁੱਖ ਰੱਖੇ। ਨਹੀਂ, ਰੱਬ ਸੁੱਖ ਰੱਖੇ। ਅਸੀਂ ਤਾਂ ਚਾਹੁੰਦੇ ਹਾਂ, ਦੇਖੋ ਲੋਕਾਂ ਨੇ ਵੋਟਾਂ ਪਾਈਆਂ, ਉਹਨਾਂ ਨੂੰ ਚੁਣਿਆ, ਉਹਨਾਂ ਦਾ ਸਤਿਕਾਰ ਆ ਕਿ ਭਾਈ ਉਹਨਾਂ ਨੂੰ ਚੁਣਿਆ। ਅਜੇ 3 ਸਾਲ ਹੈਗੇ ਆ, ਇਹਨਾਂ 3 ਸਾਲਾਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਜਿਹੜਾ ਪਹਿਲਾਂ ਨਹੀਂ ਸੀ ਹੋਇਆ। ਬਹੁਤ ਸਾਰੀਆਂ ਤਬਦੀਲੀਆਂ ਕਰਨੀਆਂ ਪੈਂਦੀਆਂ। ਭਾਰਤ ਦੇ ਸੰਵਿਧਾਨ ਜਦੋਂ ਬਣਾਇਆ ਸੀ, ਆਪਣੇ ਵੱਲੋਂ ਤਾਂ ਪਰਫੈਕਟ ਬਣਾਇਆ ਸੀ ਨਾ ਕਿ ਭਾਈ ਇਦਾਂ ਦਾ ਸੰਵਿਧਾਨ ਕੋਈ ਨਹੀਂ ਕਿ ਸਵਿਟਜ਼ਰਲੈਂਡ ਦਾ ਸੰਵਿਧਾਨ ਲਿਆ, ਇੰਗਲੈਂਡ ਦਾ ਲਿਆ, ਬਾਕੀ ਦੇਸ਼ਾਂ ਦਾ ਦੇਖਿਆ ਕਿ ਕਨਸਟੀਟਿਊਸ਼ਨ ਦੇ ਵਿੱਚ ਕਿਹੜੀਆਂ ਚੀਜ਼ਾਂ ਵਧੀਆ, ਉਹ ਚੱਕ ਕੇ ਪਾ ਕੇ ਵਧੀਆ ਸੰਵਿਧਾਨ ਬਣਾਇਆ। ਉਹਦੇ ਵਿੱਚ ਵੀ ਤਾਂ ਸੈਂਕੜੇ ਸੋਧਾਂ ਕਰਨੀਆਂ ਪਈਆਂ ਨਾ। ਉਹਨਾਂ ਤੋਂ ਸਿਆਣਾ ਬੰਦਾ ਤਾਂ ਕੋਈ ਨਹੀਂ ਸੀ, ਸਾਰੇ ਟੌਪ ਕਲਾਸ ਬੰਦੇ ਲੈ ਗਏ ਸੀ ਕਿ ਭਾਈ ਤੁਸੀਂ ਬਣਾਓ ਕਨਸਟੀਟਿਊਸ਼ਨ। ਜੇ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਸੋਧਾਂ ਹੋ ਸਕਦੀਆਂ, ਕਿੱਡੀ ਕੁ ਗੱਲ ਆ। ਜਦੋਂ ਪਿਛਲੇ ਜਾਰਜ ਫਲੋਇਡ ਵਾਲਾ ਕੇਸ ਆਇਆ ਅਮਰੀਕਾ ਦੇ ਵਿੱਚ, ਜਿਹੜੇ ਧੌਣ ਦੇ ਉੱਤੇ ਗੋਡਾ ਰੱਖਿਆ ਸੀ, ਉਹਦੇ ਤੋਂ ਬਾਅਦ ਅਮਰੀਕੀ ਪੁਲਿਸ ਨੇ ਕਿਹਾ ਸੀ ਨਾ ਕਿ ਭਾਈ ਅਫਸੋਸ ਹੈ। ਗੱਲ ਕਿਹੜੀ ਆ, ਜੇ ਕਾਮਾਗਾਟਾ ਮਾਰੂ ਵਾਲੇ ਮੁੱਦੇ ਦੇ ਉੱਤੇ ਇੰਨੇ ਸਾਲਾਂ ਬਾਅਦ, 100 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਸੀ, ਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਮਾਫੀ ਮੰਗ ਸਕਦੇ ਕਿ ਨਹੀਂ ਯਾਰ ਗਲਤੀ ਸੀ, ਉਦੋਂ ਇਦਾਂ ਨਹੀਂ ਸੀ ਕਰਨਾ ਚਾਹੀਦਾ, ਜੇ ਇੱਥੋਂ ਦੀ ਸੂਬਾ ਸਰਕਾਰ ਮਾਫੀ ਮੰਗ ਸਕਦੀ ਹੈ, ਤਾਂ ਜਿਹੜੀ ਚੀਜ਼ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਸਾਹਮਣੇ ਨਜ਼ਰ ਆ ਰਹੀ ਹੈ, ਆਪਣਾ ਦੇਸ਼ ਹੈ, ਆਪਣੇ ਲੋਕ ਨੇ, ਆਪਣੇ ਕਿਸਾਨ ਨੇ, ਆਪਣੀ ਫਸਲ ਹੈ, ਆਪਣੇ ਲੋਕਾਂ ਦੇ ਢਿੱਡ ਹੈ, ਉਹਨਾਂ ਨੂੰ ਲੱਗਦੀ ਭੁੱਖ ਹੈ, ਮਿਟਾਉਂਦੇ ਉਹ ਨੇ। ਗੱਲ ਕਿਹੜੀ ਹੈ? ਦੇਖੋ ਇਹ ਤਾਂ ਹੁਣ ਸਮਾਂ ਦੱਸੂਗਾ, ਪਰ ਕੁੱਲ ਮਿਲਾ ਕੇ ਚਲੋ ਜਿਵੇਂ ਸੀ ਅਸੀਂ ਆਪ ਜੀ ਦੇ ਸਾਹਮਣੇ ਰੱਖਦੀ ਕਹਾਣੀ। ਕਾਲੀ ਪੱਗ ਬੰਨ੍ਹ ਕੇ ਕਹਿੰਦੇ ਟਕੈਤ ਸਾਹਿਬ ਵੀ ਗਏ ਸੀ ਜੀ, ਪੁਲਿਸ ਨੇ ਰੋਕਿਆ ਵੀ, ਕਹਿੰਦੇ ਵੀ ਨਾ ਦਾ ਪੁਤਲਾ ਫੂਕਣ ਦੇਣਾ, ਨਾ ਕੋਈ ਪ੍ਰਦਰਸ਼ਨ ਹੋਊਗਾ ਭਾਈ ਸਾਹਿਬ। ਉਹ ਕਹਿੰਦੇ ਰੌਲਾ ਕਰਦਾ, ਕਹਿੰਦੇ ਕਰੋਨਾ ਮਹਾਰਾਜ ਜੀ ਇੱਦਾਂ ਨਾ ਕਰੋ, ਹੈ ਨਾ। ਫਿਰ ਟਕੈਤ ਸਾਹਿਬ ਦਾ ਜਵਾਬ ਮੈਨੂੰ ਵਧੀਆ ਲੱਗਾ, ਕਹਿੰਦਾ ਸਦਕੇ ਹੋ ਜਵਾਨੋ, ਮਤਲਬ ਕਰੋਨੇ ਦੇ ਵਿੱਚ ਤੁਸੀਂ ਕਾਨੂੰਨ ਬਣਾ ਸਕਦੇ ਹੋ ਤੇ ਅਸੀਂ ਤਬਦੀਲ ਕਰਨ ਲਈ ਧਰਨਾ ਵੀ ਨਹੀਂ ਦੇ ਸਕਦੇ। ਇਹ ਸਾਹਿਬ ਬਹੁਤ ਵਧੀਆ ਗੱਲ ਹੈ। ਨਹੀਂ, ਉਹ ਕੰਮ ਬੜਾ ਸ਼ਾਨਦਾਰ ਤਰੀਕੇ ਨਾਲ ਕਰਦੇ। ਟਕੈਤ ਸਾਹਿਬ ਪਹਿਲਾਂ ਕਹਿੰਦੇ ਤਿਰੰਗਾ ਲੈ ਕੇ ਜਾਣਾ, ਉਹ ਕਹਿੰਦੇ ਨਹੀਂ ਤਿਰੰਗਾ ਨਹੀਂ, ਉਹ ਕਹਿੰਦੇ ਕੋਈ ਨਹੀਂ ਕਾਲਾ ਝੰਡਾ ਲੈ ਜਾਂਦੇ। ਜੇ ਕਾਲਾ ਝੰਡਾ ਅੱਜ ਫੜ ਲਿਆ ਕਹਿੰਦੇ ਕਰੋਨਾ ਹੀ। ਉਹਨਾਂ ਦਾ ਕੰਮ ਤਾਂ ਵਧੀਆ, ਜੇ ਉਹ ਕਿੱਲ ਠੋਕਦੇ ਆ ਫੁੱਲ ਲਾਉਂਦੇ ਆ, ਤੇ ਜੇ ਉਹ ਕਹਿੰਦੇ ਆ ਕਿ ਭਾਈ ਇੱਥੇ ਰਹਿ ਨਹੀਂ ਸਕਦੇ, ਕਹਿੰਦੇ ਕੋਈ ਗੱਲ ਨਹੀਂ ਪ੍ਰਸ਼ਾਦਾ ਛਕ ਲੈਂਦੇ ਆ। ਉਹਨਾਂ ਦਾ ਹਰ ਇੱਕ ਇਦਾਂ ਦਾ ਸਿੰਬੋਲਿਕ ਜਿਹਾ ਕੰਮ ਹੁੰਦਾ ਕਿ ਲੋਕਾਂ ਦਾ ਦਿਲ ਬਾਗੋ ਬਾਗ ਹੋ ਜਾਂਦਾ ਤੇ ਮੋਹਰਲਿਆਂ ਦੇ ਕੋਲ ਜਵਾਬ ਕੋਈ ਨਹੀਂ ਹੁੰਦਾ। ਨਹੀਂ ਉਹ ਵਧੀਆ, ਪਰ ਚਲੋ ਕੁੱਲ ਮਿਲਾ ਕੇ ਕਹਿੰਦੇ ਵੀ ਬਾਅਦ ਚ ਉਹਨਾਂ ਨੇ ਪੁਤਲਾ ਵੀ ਫੂਕਿਆ, ਧਰਨਾ ਵੀ ਦਿੱਤਾ, ਪਰੇਡ ਵੀ ਕੀਤੀ, ਨਾਲ ਇਹ ਵੀ ਆਖਿਆ ਵੀ ਭਾਈ ਡਟਿਆਂ ਹੀ ਜਾਂਦੇ ਨਹੀਂ ਕਿਤੇ। ਪਰ ਇਹ ਜੋ ਕੁਝ ਵੀ ਜਿੱਧਰ ਨੂੰ ਚੱਲੀ ਜਾਂਦਾ, ਇੱਕ ਗੱਲ ਤੇ ਪੱਕੀ ਹੈ WhatsApp ਵੀ ਹੁਣ ਜਾਂ ਤਾਂ ਇਹ ਸਜਾਵਦਾ ਵੀ ਜਿਹੜੇ ਸਲਾਹਕਾਰ, ਮੈਂ ਕਿ ਵੀ ਕਿਹੜਾ ਜ਼ਿਕਰ ਕਰਦਾ ਹੁੰਦਾ ਵੀ ਸਲਾਹਕਾਰ ਜਿਹੜੇ ਨਾ ਉਹਨਾਂ ਨੂੰ ਜ਼ਰੂਰ ਕਹਿਣਾ ਵੀ ਵੀਰ ਮੇਰੋ ਜਾਂ ਤੇ ਮਹੀਨਾ ਇੱਕ ਆ ਤੁਹਾਡੇ ਕੋਲੇ, ਜਾਂ ਤੇ ਕੋਈ ਚਾਚਾਈ ਦੀ ਸਲਾਹ ਦੇ ਦਿਓ, ਤੇ ਜੇ ਨਹੀਂ ਤੇ ਫਿਰ ਵੀਰ ਤੁਸੀਂ ਆਪਣਾ ਪ੍ਰਬੰਧ ਕਰ ਲਓ, ਸਲਾਹਕਾਰ ਨਵੇਂ ਲਾ ਲੈਣੇ। ਹਾਂ ਵੀ ਤੁਸੀਂ ਇਹ ਤਨਖਾਹ ਲਈ ਜਾਓ ਪਰ ਸਲਾਹ ਨਾ ਦਿਓ ਵੀ ਤੁਹਾਨੂੰ ਸਲਾਹ ਕਿੱਦਾਂ ਦੇਣੀ ਹੈ, ਸਿਖਾਉਣ ਦੇ ਲਈ ਕੋਈ ਸਲਾਹਕਾਰ ਹੋਰ ਰੱਖ ਦਿੰਦੇ ਬੰਦਾ। ਚਲੋ ਇਹ ਸਾਰੇ ਕੁਛ ਇੱਕ ਗੱਲ ਤੇ ਪੱਕੀ ਹੈ WhatsApp ਕਿ ਵੀ ਇਹ ਜੋ ਕੁਛ ਵੀ ਹੈਗਾ, ਇਹਨੇ ਇੱਕ ਤਰ੍ਹਾਂ ਨਾਲ ਜਿਹੜੇ ਆਪਾਂ ਨੂੰ ਇਧਰ ਬਹੁਤ ਬੰਦੇ ਸਵਾਲ ਪੁੱਛਦੇ ਸੀ ਵੀ ਯਾਰ ਫਿਰ ਹੁਣ ਕਿਸਾਨੀ ਅੰਦੋਲਨ ਦਾ ਕੀ ਬਣੂਗਾ, ਉਹ ਜਿੰਨੇ ਸਵਾਲ ਇਕੱਠੇ ਹੋਏ ਸੀ ਸਾਰਿਆਂ ਦਾ ਇੱਕੋ ਜਵਾਬ ਦੇਦਾ ਵੀ ਅਜੇ ਜਿਉਂਦੇ ਆ ਭਾਈ, ਜਿਉਂਦੇ ਵੀ ਆ ਤੇ ਲੀਡਰ ਪਿੱਛੇ ਲੱਗੇ, ਲੀਡਰਾਂ ਨੂੰ ਪਤਾ ਲੱਗ ਗਿਆ। ਹੁਣ ਤੁਸੀਂ ਦੇਖੋ ਸੰਧਾਲੀਆ ਸਾਹਿਬ, ਲੀਡਰਾਂ ਦਾ ਧਿਆਨ ਨਹੀਂ ਸੀ ਕਿਸਾਨ ਅੰਦੋਲਨ ਦੇ ਵੱਲ, ਕੋਈ ਲੱਖ ਕਹੇ ਕਰਦੇ ਕੀ ਆ, ਕਾਲਾ ਝੰਡਾ ਲਾਤਾ, ਫਿਰ ਲਾਤਾ, ਠੀਕ ਹੈ, ਉਸ ਤੋਂ ਬਾਅਦ ਠੀਕ ਹੈ ਤੁਹਾਡੇ ਫਰਜ਼ਾਂ ਦੀ ਪੂਰਤੀ ਹੋ ਗਈ, ਤੁਸੀਂ ਸੱਤਾ ਦੇ ਵਿੱਚ ਰਹੇ ਹੋ ਬਾਰੀ-ਬਾਰੀ, ਚਾਹੇ ਅਕਾਲੀ ਨੇ, ਕਾਂਗਰਸੀ ਨੇ, ਬੀਜੇਪੀ ਵਾਲੇ ਨੇ, ਕੋਈ ਨੇ,
ਬਾਰ-ਬਾਰ ਸੱਤਾ ਜਿਹੜਾ ਇੱਕ ਝੰਡਾ ਲਾਉਣ ਦੇ ਨਾਲ ਤੁਹਾਡੇ ਫਰਜ਼ਾਂ ਦੀ ਪੂਰਤੀ ਨਹੀਂ ਹੋਈ। ਤੁਸੀਂ ਇਹ ਦੇਖੋ ਕਿ ਅਜੇ ਵੀ ਕਿਸਾਨਾਂ ਦੇ ਲਈ ਪੰਜਾਬ 'ਚੋਂ ਰਾਸ਼ਨ ਜਾਂਦਾ, ਬਾਲਣ ਜਾਂਦਾ, ਹਰਿਆਣੇ 'ਚੋਂ ਜਾਂਦਾ, ਸਾਰੇ ਪਾਸਿਓਂ ਜਾਂਦਾ। ਇਹਨਾਂ ਬੰਦਿਆਂ ਦੀ ਡਿਊਟੀ ਇਕੱਲੀ ਇੰਨੀ ਕੀ ਆ ਕਿ ਭਾਈ ਇਹਨਾਂ ਨੇ ਇੱਕ ਕਾਲਾ ਝੰਡਾ ਲਾਤਾ। ਅੱਜ ਹੀ ਅਕਾਲੀ ਦਲ ਨੇ ਆਪਣਾ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ, ਕੁਝ ਜਨਰਲ ਸਕੱਤਰ ਲਾਏ, ਕੁਝ ਮੀਤ ਪ੍ਰਧਾਨ ਲਾਏ, ਕੁਝ ਸੀਨੀਅਰ ਮੀਤ ਪ੍ਰਧਾਨ ਲਾਏ। ਆਮ ਆਦਮੀ ਪਾਰਟੀ ਵਾਲੇ ਗਵਰਨਰ ਦੇ ਘਰ ਦੇ ਮੂਹਰੇ ਨਾਅਰੇ ਲਾਉਂਦੇ ਸੀ, ਮੰਗਾਂ ਆ ਜੀ ਸਾਡੀਆਂ ਕਿਸਾਨੀ ਮੁੱਦਿਆਂ ਤੇ ਆਹ ਕਰੋ ਚੱਕ ਜਿਪਸੀ ਸਿੱਟੇ ਲੈ ਗਏ, ਲਿਜਾਣੇ ਹੀ ਸੀਗੇ। ਨਹੀਂ ਤੇ ਹੁਣ ਜਿਪਸੀ 'ਚ ਆਉਣੇ ਬੰਦੇ ਥੋੜੇ ਉਹਨਾਂ ਦੇ ਮਾਰਾ ਗੱਲ ਤਾਂ ਠੀਕ ਹੁਣ ਹੈ, ਟਰੱਕ ਕਰ ਲਈ ਉਹਨਾਂ ਨੇ 4 ਬੰਦਿਆਂ ਦੀ, ਕੀ ਕਰਦੇ ਯਾਰ ਨਾਲੇ ਅਜੇ ਮੋਟੇ ਵੀ ਨਹੀਂ ਹੋਏ ਉਹ। ਆਹੋ ਇੱਦਾਂ ਨਾ ਕਰਿਆ ਕਰੋ ਬਾਟ ਸਾਹਿਬ, ਅਸੀਂ ਜਿੰਨੇ ਕੁ ਬੰਦੇ ਉਸ ਹਿਸਾਬ ਨਾਲ ਸਤਿਕਾਰਤ ਗੱਡੀ ਠੀਕ ਹੈ, ਇਹ ਤੁਹਾਡਾ ਇਤਰਾਜ਼ ਨਹੀਂ ਠੀਕ ਹੈਗਾ ਕਿ ਚਲੋ ਨਹੀਂ ਚਲੋ ਮੈਂ ਤਾਂ ਗੱਲ ਇਹ ਕਰਦਾ ਸੀ ਕਿ ਜੋ ਵੀ ਹੈ ਪਰ ਇਸ ਲਈ ਚੰਗੇ ਤਰੀਕੇ ਸੋਚ ਸਮਝ ਕੇ ਸਰਕਾਰ ਤੇ ਕਿਸਾਨ ਦੋਵੇਂ ਧਿਰਾਂ ਅੱਗੇ ਵਧਣ। ਪਰ ਇੱਕ ਵਾਰੀ ਪਤਾ ਲਾਤਾ ਕਿਸਾਨਾਂ ਨੇ ਕਿ ਭਾਈ ਜਿਹੜਾ ਅੰਦੋਲਨ ਚੱਲਿਆ ਸੀ, ਕਿਉਂਕਿ ਅੰਦੋਲਨ ਇਕੱਲਾ ਨਾਅਰਿਆਂ ਦਾ ਨਹੀਂ ਸੀ, ਇਸ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਿਤਾਬਚੇ ਛਾਪ ਕੇ ਵੰਡੇ ਗਏ। ਇਹਦੇ ਵਿੱਚ ਦੁਨੀਆ ਭਰ ਦੇ ਵਿੱਚ ਅਰਥ ਸ਼ਾਸਤਰੀ ਕੀ ਕਹਿੰਦੇ ਆ, ਖੇਤੀਬਾੜੀ ਦੇ ਮਾਹਿਰ ਕੀ ਕਹਿੰਦੇ ਆ, ਕਿਹੜੇ ਮੁਲਕ ਦੇ ਵਿੱਚ ਕਿਹੜੀਆਂ ਪਾਲਿਸੀਜ਼ ਲਾਗੂ ਕੀਤੀਆਂ ਤੇ ਲੋਕਾਂ ਦਾ ਕੀ ਬਣਿਆ, ਛੋਟੇ ਕਿਸਾਨ ਦਾ ਕੀ ਬਣਿਆ। ਇਸੇ ਅੰਦੋਲਨ ਦੇ ਵਿੱਚ ਲੋਕਾਂ ਨੂੰ ਦੱਸਦੇ ਸੀ ਨਾ, ਆਹ ਦੇਖੋ ਵੱਡੇ ਸਟੋਰ ਤੋਂ ਸ਼ਿਮਲਾ ਮਿਰਚ 38 ਰੁਪਈਆਂ ਦੀ, ਆਹ ਦੇਖੋ ਜੀ ਅਮਰੂਦ 58 ਰੁਪਈਆਂ ਦਾ, ਆਹ ਦੇਖੋ ਜੀ ਸੇਬ 170 ਰੁਪਈਆਂ ਦਾ। ਲੋਕ ਬਿੱਲ ਵੀ ਨਾਲ ਲੈ ਕੇ ਤਾਂ ਸੋਸ਼ਲ ਮੀਡੀਆ ਤੇ ਪਾਉਂਦੇ ਸੀ। ਲਾਇਬ੍ਰੇਰੀਆਂ ਖੁੱਲੀਆਂ, ਕਿਤਾਬਾਂ ਛਪੀਆਂ, ਅਖਬਾਰ ਨਿਕਲਿਆ। ਜਦੋਂ ਬੰਦਾ ਸ਼ਬਦ ਦੇ ਨਾਲ ਜੁੜ ਜਾਂਦਾ ਨਾ ਤਾਂ ਸੰਧਾਲੀਆ ਸਾਹਿਬ ਪਤੀਲੀ ਦੇ ਵਿੱਚੋਂ ਪਾਣੀ ਜਦੋਂ ਮਰਜੀ ਉਬਲੇ ਥੱਲੇ ਸੇਕ ਹੁੰਦਾ। ਨਹੀਂ ਸੇਕ ਤਾਂ ਹੁੰਦਾ, ਬਸ ਇਹੀ ਤੇ ਉਹ ਵੇਖਣ ਡਿਆ ਵੀ ਜਿਹੜਾ ਸੇਕ ਆ ਇਹ ਪਾਥੀਆਂ ਦੇ ਪਾਣੀ ਕਿਦਾਂ ਪਾਉਣਾ ਹੀ। ਉਹ ਜਿਹੜਾ ਪਾਥੀਆਂ ਦੇ ਪਾਣੀ ਪਾਉਣ ਦੀ ਆਖਿਆ ਨਾ, ਉੱਥੇ ਘੇਸਲ ਵੱਜੀ ਆ ਵੀ ਜਦੋਂ ਇਹ ਥੋੜਾ ਜਿਹਾ ਮਿੱਠਾ ਲੈਣ ਅੰਦਰ ਨੂੰ ਜਾਵੇ ਨਾ ਚੌਂਕੇ ਨੂੰ, ਉਦੋਂ ਭੱਜ ਕੇ ਬਾਹਰ ਜੱਗ ਪਾਣੀ ਦਾ ਮਾਰਨਾ ਤੇ ਨਾਲ ਹੀ ਤੌਲੀ ਨਾਲ ਸਾਫ਼ ਕਰ ਲੈਣੇ। ਚਲੋ ਇਹ ਹੁਣ ਦੇਖਿਆ ਜਾਊਗਾ WhatsApp ਕਾਰਨ ਰਾਮਦੇਵ ਨਹੀਂ ਯਾਰ, ਰਾਮਦੇਵ ਦੀ ਗੱਲ ਨਹੀਂ ਕਰਨੀ ਆਪਾਂ, ਨਹੀਂ ਕਰਦੇ ਮਹਾਰਾਜ। ਤੁਹਾਡੇ ਆਪਣੇ ਬੰਦੇ ਖਾਸ ਆਪਾਂ ਕਾਹਨੂੰ ਕਰਨੀ, ਸਾਨੂੰ ਲੋੜ ਹੀ ਕੀ ਹੈ ਜੇ ਭਰਾ ਦੇ ਬੰਦੇ ਆ ਤਾਂ। ਨਹੀਂ ਮੈਂ ਪੜ੍ਹਦਾ ਰਿਹਾ ਉਹਨਾਂ ਨੇ ਦੱਸਿਆ। ਨਹੀਂ ਇਹ ਨਹੀਂ ਮੈਂ ਕਹਿੰਦਾ ਇਹਦੇ ਮਤਲਬ ਹਰੇਕ ਬੰਦਾ ਜਿਹੜਾ ਵੀ ਕੋਈ ਇਹੋ ਜਿਹਾ ਲੱਭ ਜੇ ਉਹ ਮੇਰੇ ਨਾਲ ਪਸੰਦ ਨਹੀਂ। ਮੈਂ ਸੋਚਦਾ ਸੀ ਹੁਣ ਤੁਸੀਂ ਕਹਿੰਦਾ ਪੜ੍ਹਦੇ ਰਹੇ, ਮੈਂ ਸੋਚਦਾ ਮੰਨ ਲਓ ਪੜ੍ਹਦੇ ਨਹੀਂ ਰਹੇ, ਤੁਸੀਂ ਇਕੱਠੇ ਯੋਗਾ ਕਰਾਉਂਦੇ ਰਹੇ ਆ, ਉਧਰੋਂ ਰਾਮਦੇਵ ਹੋਰੀ ਢਿੱਡ ਕਹਾਉਂਦੇ, ਤੁਸੀਂ ਦੇਖੋ ਕਿੱਡਾ ਵਾਇਆ ਘੁੰਮਦਾ ਹੋਊਗਾ। ਨਹੀਂ ਦੇਖੋ ਕਾਰਨ ਹੈ ਨਾ ਵੀ ਮੈਂ ਇਸੇ ਕਰਕੇ ਉਹਨੂੰ ਛੱਡਤਾ। ਮੈਂ ਕਿਹਾ ਵੀ ਯਾਰ ਜਿਹੜੀ ਚੀਜ਼ ਤੂੰ ਘੁਮਾਉਣ ਡਿਆ ਮੇਰੀ ਘੁੰਮ ਹੀ ਸਕਦੀ। ਨਹੀਂ ਘੁੰਮ ਸਕਦੀ, ਉਹ ਅੰਦਰ ਨੂੰ ਘੁਮਾਉਂਦੇ, ਤੁਸੀਂ ਬਾਹਰ ਨੂੰ ਘੁਮਾਉਣੇ ਮੜੀ। ਚਲੋ ਬਾਬੇ ਰਾਮਦੇਵ ਦੀ ਕਰ ਲਈ। ਬਾਬਾ ਰਾਮਦੇਵ ਮੈਨੂੰ ਸਮਝ ਬਾਹਰ ਆ ਯਾਰ, ਵੀ ਜਾਂ ਤਾਂ ਉਹ ਬੰਦੇ ਨੂੰ ਕੋਈ ਗੱਲ ਹੈ। ਇੱਕ ਉਹ ਮੈਂ ਬਿਆਨ ਸੁਣਿਆ, ਕਹਿੰਦਾ ਵੀ ਕਿਸੇ 'ਚ ਦਮ ਨਹੀਂ ਹੈਗਾ ਵੀ ਮੈਨੂੰ ਕੋਈ ਗ੍ਰਿਫਤਾਰ ਕਰ ਸਕੇ। ਹੁਣ ਜੇ ਬੰਦਾ ਇਸ ਲੈਵਲ ਤੱਕ ਦੇ ਬਿਆਨ ਦੇ ਰਿਹਾ, ਇਟ ਮੀਨਸ ਕਿ ਭਾਈ ਸਾਹਿਬ ਕਰੰਟ ਪੂਰਾ, ਉਹਨੂੰ ਪਤਾ ਵੀ ਕੇਬਲ ਸਿੱਧੀ ਟਰਾਂਸਫਾਰਮਰ ਨਾਲ ਜੁੜੀ ਹੈ, ਕਿਤੇ ਉਹ ਇੱਧਰ ਉੱਧਰ ਕੱਚੀ ਤਾਰ ਵਾਲੀਆਂ ਤਾਰਾਂ ਨਹੀਂ ਹੈਗੀਆਂ ਵੀ ਕੋਈ ਜਿਹੜਾ ਮਰਜ਼ੀ ਵਲੇਟ ਕੇ ਲੈ ਜੇ। ਸੰਧਾਲੀਆ ਸਾਹਿਬ ਆਹ ਜਿਹੜਾ ਬਿਆਨ ਦਾ ਤੁਸੀਂ ਜ਼ਿਕਰ ਕਰਤਾ ਨਾ, ਵੀ ਬੰਦਾ ਸਿੱਧਾ ਹੀ ਕਹੀ ਜਾਂਦਾ ਹਾਂ ਕਿਸੇ 'ਚ ਦਮ ਨਹੀਂ, ਮੈਨੂੰ ਗ੍ਰਿਫਤਾਰ ਕਰਾ ਲੈ। ਇਹ ਉਹਦੀਆਂ ਪੁਰਾਣੀਆਂ ਆਦਤਾਂ, ਬਹੁਤ ਪੁਰਾਣੀਆਂ ਆਦਤਾਂ। ਇੱਕ ਵਾਰੀ ਤਾਂ ਉਹਨੇ ਇਹ ਵੀ ਕਿਹਾ ਸੀ, ਜਦੋਂ ਛਾਲ ਮਾਰ ਕੇ ਭੱਜਿਆ ਸੀ ਸਟੇਜ ਤੋਂ ਬਾਅਦ, ਜਾ ਕੇ ਕਹਿੰਦਾ ਸੀ 10,000 ਬੰਦਾ ਤਿਆਰ ਕਰਨਾ ਹੀ, ਟ੍ਰੇਨਿੰਗ ਦੇਣੀ ਤੇ ਟ੍ਰੇਨਿੰਗ ਤਿਆਰਾਂ ਦੀ। ਬਿਆਨ ਸਾਰਿਆਂ ਨੂੰ ਪਤਾ। ਉਹ ਵੱਖਰੀ ਗੱਲ ਹੈ ਕਿ ਉਹਦੇ ਤੋਂ ਬਾਅਦ ਭੱਜ ਗਿਆ ਸੀ ਉਹ ਛੇਤੀ। ਜਿਹੜਾ ਬੰਦਾ ਸਟੇਜ ਤੋਂ ਭੱਜ ਸਕਦਾ, ਜਿਹੜਾ ਬੰਦਾ ਕੱਪੜੇ ਬਦਲ ਕੇ ਭੱਜ ਸਕਦਾ, ਜਿਹੜਾ ਬੰਦਾ ਆਪਣੇ ਬੰਦਿਆਂ ਨੂੰ ਟ੍ਰੇਨਿੰਗ ਦੇਣ ਦੇ ਬਿਆਨ ਤੋਂ ਬਾਅਦ ਜਦੋਂ ਲੋਕਾਂ ਨੇ ਕਿਹਾ ਕਿ ਭਾਈ ਪਰਚਾ ਹੋ ਜਾਊਗਾ, ਉਹਦੇ ਤੋਂ ਭੱਜ ਸਕਦਾ, ਉਹ ਬੰਦਾ ਜੇ ਕੱਲ੍ਹ ਨੂੰ ਕੋਈ ਫੜਨ ਆ ਗਿਆ, ਇੱਦਾਂ ਤਾਂ ਬੜੇ ਬੰਦੇ ਨੇ ਜਿਹੜੇ ਬੰਦੇ। ਮੇਰੀ ਬੇਨਤੀ ਸੁਣਿਓ। ਨਹੀਂ ਦੇਖੋ ਗੱਲ, ਮੈਂ ਤੁਹਾਡੀ ਇਹ ਗੱਲ ਨਾਲ ਸਹਿਮਤ ਨਹੀਂ ਹੈਗਾ ਵੀ ਉਹ ਬੰਦਾ ਜਿਹੜਾ ਆਪਣੇ ਬਿਆਨ ਤੋਂ ਮੁੱਕਰ ਗਿਆ। ਮੈਨੂੰ ਲੱਗਦਾ ਵੀ ਉਹ ਬਾਬਾ ਦਲੇਰੀ ਨਾਲੋਂ ਘੱਟ ਕਾਰੋਬਾਰੀ ਜ਼ਿਆਦਾ। ਉਹ ਕਹਿੰਦਾ ਦਲੇਰੀ ਕੋ ਸਾਈਡ 'ਤੇ ਰੱਖੇ, ਕਾਰੋਬਾਰੀ ਥੋੜਾ ਜਿਹਾ ਹੋਏ। ਉਹ ਦੇਖੋ ਵੀ ਆਪਣੇ ਪੰਜਾਬੀ ਕਹਿੰਦੇ ਵੀ ਹਥਿਆਰ ਉਹ ਜਿਹੜਾ ਮੌਕੇ ਤੇ ਕੰਮ ਆ ਜੀ, ਅਗਲੇ ਦੇ ਸਲਵਾਰ ਹੀ ਕੰਮ ਆ ਗਈ। ਨਹੀਂ ਕੰਮ ਆ ਗਈ, ਇਹ ਗੱਲ ਤਾਂ ਤੁਹਾਡੀ ਭੱਜਣ ਦੀ, ਉਹਨੂੰ ਕੀ ਲੋੜ ਗੋਲੀਆਂ ਚਲਾਉਣ ਦੀ। ਇਹ ਜਿਹੜੇ ਮਾਨ ਦੇ ਵਿੱਚ ਇਹ ਫਿਰਦਾ ਨਾ ਰਾਮਦੇਵ, ਕੋਈ ਪਤਾ ਨਹੀਂ ਮੇਰੇ ਨਾਲ ਖਰੇ ਸਾਰੇ ਹੀ ਹੈ। ਇੱਦਾਂ ਦਾ ਹੀ ਇੱਕ ਸੌਦਾ ਸਾਧ ਵੀ ਹੁੰਦਾ ਸੀ, ਉੱਥੇ ਜਾ ਕੇ 51 ਲੱਖ ਰੁਪਏ ਦਾ ਸ਼ਗਨ ਉਹਦੇ ਜਨਮ ਦਿਨ ਤੇ ਦਿੰਦੇ ਸੀ ਵੱਡੇ ਲੀਡਰ। ਡੰਡੌਤ ਕਰਕੇ, ਹਾਂ ਡੰਡੌਤ ਕਰਤੇ। 50 MLA ਉਹਦੇ ਮੂਹਰੇ ਪੰਡਾਲ ਦੇ ਵਿੱਚ ਬੈਠੇ ਹੁੰਦੇ ਸੀ, ਤੇ ਜਦੋਂ ਤੱਕ ਬਾਬਾ ਜੀ ਐ ਨਹੀਂ ਕਹਿੰਦੇ ਕਿ ਹੁਣ ਚੱਲ ਜਾਓ, ਨਹੀਂ ਤੇਰੇ ਗੋਡਾ ਵੀ ਨਹੀਂ ਸੀ ਲਾਉਂਦੇ, ਭਾਵੇਂ ਲੱਤ ਸਾਰੀ ਸੁੱਤੀ ਰਹੇ। ਅੱਜ ਉਹ ਵੀ ਬੰਦਾ ਅੰਦਰ ਆ ਤੇ ਇੱਕ ਦਿਨ ਦੇ ਲਈ ਬਾਹਰ ਲਿਆਉਂਦੇ ਆ ਤਾਂ ਅੱਧੇ ਦਿਨ ਬਾਅਦ ਹੀ ਚੱਕ ਕੇ ਫੇਰ ਅੰਦਰ ਦੇ ਦਿੰਦੇ ਆ। ਇੱਦਾਂ ਦਾ ਇੱਕ ਬੰਦਾ ਆਸਾਰਾਮ ਵੀ ਸੀਗਾ। ਉਹ ਵਾਰ-ਵਾਰ ਹੁਣ ਕਹੀ ਜਾਂਦਾ ਮੈਨੂੰ ਜੈਪੁਰੋਂ ਲੈ ਜਾਓ, ਮੈਨੂੰ ਜੋਧਪੁਰੋਂ ਲੈ ਜਾਓ, ਮੈਨੂੰ ਫਲਾਣੇ ਕੋ ਲੈ ਜਾਓ, ਮੈਨੂੰ ਫਲਾਣੇ ਕੋ ਲੈ ਜਾਓ। ਉਹ ਬੰਦੇ ਨੂੰ ਵੀ ਬੜਾ ਮਾਣ ਸੀ। ਇੱਦਾਂ ਦਾ ਹੀ ਇੱਕ ਬੰਦਾ ਹੋਰ ਸੀ ਜਿਹੜਾ ਕਹਿੰਦਾ ਸੀ ਮੇਰੇ ਨਾਲ ਬੰਦੇ ਹੀ ਇੰਨੇ ਆ, ਮੈਂ ਆਪਣੇ ਆਸ਼ਰਮ ਦੇ ਅੰਦਰ ਹੀ ਨਹੀਂ ਵੜਨ ਦੇਣੇ। ਹਰਿਆਣੇ ਦੀਆਂ ਹੀ ਗੱਲਾਂ ਉਹ ਵੀ। ਬਾਬਾ ਰਾਮਪਾਲ ਹਾਂ ਕਹਿੰਦੇ ਵੀ ਦੁੱਧ ਨਾ ਨਹਾਉਂਦਾ ਸੀ, ਵਾਹ ਖੀਰ ਬਣਦੀ ਸੀ, ਥੱਲੇ ਜਾਂਦਾ ਸੀ, ਖੀਰ ਬਣਦੀ ਸੀ, ਸੰਗਤ ਖਾਂਦੀ ਸੀ, ਸੰਘਣੀ ਖੀਰ। ਚਲੋ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਬਾਬਿਆਂ ਦੇ ਸ਼ੌਕ ਵੀ ਨਿਰਾਲੇ ਹਨ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਇਹ ਗੱਲ ਤਾਂ ਹੈਗੀ ਵੈਸੇ ਨਾ, ਉਹ ਚੀਜ਼ ਵੀ ਬਾਬਿਆਂ ਵਧੀਆ ਬਣਾਈ। ਉਹਦੇ ਜਿਹੜੇ ਵੀ ਜਾਂਦੇ ਹੋਣਗੇ ਉੱਤੇ ਸ਼ਰਧਾਲੂ,
ਉਹ ਖਾ ਕੇ ਜੇ ਕਿਨੂੰ ਕਸੈਲੀ ਵੀ ਲੱਗਦੀ ਹੈ, ਅੱਜ ਪਤਾ ਨਹੀਂ ਕਿਉਂ ਇਦਾਂ ਜਿਹਦੀ ਹੈ। ਇੱਕ ਦਿਨ ਛੱਡ ਕੇ ਨਾਤੇ ਨੇ ਬਾਬਾ ਜੀ। ਅੱਛਾ ਨਾਲ ਦਾ ਨਾ 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 ਇਤਰਾਜ਼ ਨਹੀਂ ਕਰੀਦਾ, ਇਤਰਾਜ਼ ਨਹੀਂ ਕਰੀਦਾ, ਫਿਰ ਲੱਗਦਾ ਨਹੀਂ ਹੁੰਦਾ। ਚਲੋ ਸੰਧਾਲੀਆ ਸਾਹਿਬ, ਜਿਹੜਾ ਤੁਸੀਂ ਕਾਰੋਬਾਰੀ ਇਹਨੂੰ ਠੀਕ ਹੈ, ਥੋੜਾ ਵੱਡਾ ਕਾਰੋਬਾਰੀ ਹੋਊਗਾ, ਕਾਰੋਬਾਰੀ ਕਿਤੇ ਸੌਦਾ ਸਾਧ ਥੋੜਾ ਸੀ। ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਇਨਸਾ, ਉਹ ਵੀ ਬੜਾ ਵੱਡਾ ਕਾਰੋਬਾਰ ਸੀ। ਟੀ-ਸ਼ਰਟਾਂ ਉਹਦੀਆਂ, ਆਟਾ ਉਹਦਾ, ਚੌਲ ਉਹਦੇ, ਦਾਲਾਂ ਉਹਦੀਆਂ, ਫੁੱਟਬਾਲ ਉਹਦੇ, ਜਾਣੀ ਕਿ ਹਰ ਇੱਕ ਬਰਫੀ ਉਹਦੀ, ਬੇਸਣ ਉਹਦਾ। ਵੱਡੀ ਚੀਜ਼ ਭੁੱਲ ਗਏ ਮੈਨੂੰ ਖੁਦ ਦੱਸ ਕੇ ਗਿਆ ਬੰਦਾ, ਅਜੇ ਵੀ ਮੇਰਾ ਖਿਆਲ ਸ਼ਾਇਦ ਮੈਂ ਫਿਰ ਉਹ ਆਪ ਦੱਸ ਕੇ ਗਿਆ ਸੀ। ਨੇ ਕੇਸ ਲੜਦੇ ਪਏ ਆ। ਨਹੀਂ ਹੋ ਸਕਦਾ, ਕਿਉਂਕਿ ਵੱਡੇ ਬੰਦੇ ਹੋ, ਗੁਫਾ ਤੱਕ ਆਉਣਾ ਜਾਣਾ ਹੋ ਸਕਦਾ ਤੁਹਾਡਾ। ਯਾਰ ਤੁਸੀਂ ਮਰਵਾ ਨਾ ਦਿਓ ਗਰੀਬ ਨੂੰ ਯਾਰ, ਉਧਰਲੇ ਪਾਸੇ ਨਾ ਮੈਨੂੰ ਖੜੋ, ਉਹ ਤੋਂ ਮੈਂ ਦੂਰ ਹੀ ਚੰਗਾ। ਨਹੀਂ ਚਲੋ ਠੀਕ। ਨਹੀਂ ਉਹ ਸ਼ਖਸ ਉਹਦੇ ਵੀ ਕੇਸ ਲੜਦੇ ਪਏ, ਜਿਹਨਾਂ ਸਾਧੂ ਨੂੰ ਨਪੁੰਸਕ ਬਣਾਇਆ ਸੀ ਨਾ, ਉਹਨਾਂ ਦੇ ਵਿੱਚੋਂ ਉਹਨਾਂ ਨੇ ਦੱਸਿਆ ਵੀ ਬਾਬਾ ਨਾ ਜਿਹੜੀ ਸਬਜ਼ੀ ਲਾ ਲੈਂਦਾ ਸੀ, ਕਿਲੋ ਦੇ ਹਿਸਾਬ ਥੋੜਾ ਵਿਕਦੀ ਉਹਦਾ ਪ੍ਰਸ਼ਾਦ ਦੇ ਤੌਰ ਤੇ, ਮਤਲਬ ਬਤਾਊਂ, ਉਹ ਕਹਿੰਦਾ ਵੀ ਸੱਚੀ ਮੁੱਚੀ ਉਹਨੂੰ ਜਾਂ ਪਤਾ ਨਹੀਂ ਕਿਹੜੇ ਬੰਦੇ ਨੂੰ 5000 ਦਾ ਵੇਚੇ ਇੱਕ ਬਤਾਊਂ। ਵੀ ਹੱਥ ਲੱਗਾ ਬਾਬਾ ਜੀ ਦਾ? ਨਹੀਂ ਹੱਥ ਹੁੱਥ ਨਹੀਂ ਲੱਗਾ ਕੋਈ ਵੀ ਬਾਬਿਆਂ ਨੇ ਪੈਦਾ ਕੀਤੀ ਹੈ, ਬਾਬਿਆਂ ਦਾ ਬਤਾਊਂ ਹੈ। ਹਾਂ ਬਾਬਿਆਂ ਦਾ ਬਤਾਊਂ ਹੈ, ਇਹ 5000 ਦਾ। ਮਤਲਬ ਮੈਂ ਉਹਨੂੰ ਦੋਹਰੇ ਪੁੱਛਿਆ, ਮੈਂ ਕਿਹਾ ਵੀ 5000 ਦਾ ਬਤਾਊਂ? ਕਹਿੰਦਾ ਹਾਂਜੀ। ਮੈਂ ਕਿਹਾ ਕਮਾਲ ਹੋ ਗਈ। ਇਹ ਫਿਰ ਬਾਬੇ ਗਲਤ ਕਰਦੇ ਸੀ, ਉਹਨਾਂ ਨੂੰ ਹਾਈਬ੍ਰਿਡ ਟਮਾਟਰ ਲਾਉਣੇ ਚਾਹੀਦੇ, ਜਿਹੜੇ ਇੱਕ ਬੇਲ ਨੂੰ 50 ਲੱਗਦੇ ਆ। ਨਹੀਂ ਫਿਰ ਟਮਾਟਰ ਤਾਂ ਨਿੱਕਾ, ਮੈਂ ਤਾਂ ਇਹ ਸੋਚਦਾ ਵੀ ਜੇ ਕਿਤੇ ਬਾਬਾ ਕੱਦੂ ਲਾ ਪੈਂਦਾ ਫੇਰ, ਜੇ ਹਦਵਾਣਾ ਲਾ ਪੈਂਦਾ ਫੇਰ। ਨਹੀਂ ਗੱਲ ਤਾਂ ਤੁਹਾਡੀ ਠੀਕ ਹੈ, ਫਿਰ ਬਹੁਤਾ ਔਖਾ ਹੋਣਾ ਸੀ। ਹੁਣ ਸੰਧਾਲੀਆ ਸਾਹਿਬ ਦੇਖੋ, ਰਾਮਦੇਵ ਦਾ ਜਿਹੜਾ ਮਸਲਾ ਹੈ, ਬੰਦੇ ਨੇ ਵੱਡੀ ਚੁਣੌਤੀ ਦੇ ਦਿੱਤੀ, ਵੈਸੇ ਬਹੁਤ ਵੱਡੀ ਚੁਣੌਤੀ ਦੇ ਦਿੱਤੀ, ਛੋਟੀ ਚੁਣੌਤੀ ਨਹੀਂ ਦਿੱਤੀ ਕਿ ਮੈਨੂੰ ਗ੍ਰਿਫਤਾਰ ਕਰਕੇ ਦਿਖਾਓ। ਹੋਇਆ ਕੀ ਹੈ, ਜਦੋਂ ਇਹਨੇ ਪਹਿਲਾਂ ਕਿਹਾ ਸੀ ਨਾ ਕਿ ਜਿਹੜੇ ਐਲੋਪੈਥੀ ਵਾਲੇ ਆ, ਜਾਣੀ ਆ ਜਿਹੜੇ ਇੰਗਲਿਸ਼ ਤਰੀਕੇ ਦੇ ਨਾਲ ਇਲਾਜ ਕਰਨ ਵਾਲੇ ਆ, ਜਿਹੜੇ ਆਪਣੇ ਵੱਡੇ ਵੱਡੇ ਪੜ੍ਹੇ ਲਿਖੇ ਡਾਕਟਰ ਨੇ, ਆਪਰੇਸ਼ਨ ਵਾਲੇ, ਅੰਗਰੇਜ਼ੀ ਦਵਾਈਆਂ, ਹਾਂ ਅੰਗਰੇਜ਼ੀ ਦਵਾਈਆਂ ਵਾਲੇ, ਕਿ ਇਹਨਾਂ ਦੇ ਪੱਲੇ ਕੱਖ ਨਹੀਂ, ਇਹ ਤਾਂ ਖਤਮ ਪ੍ਰਣਾਲੀ ਹੈ, ਇਹਦੇ ਪੱਲੇ ਹੀ ਹੈ ਨਹੀਂ ਕੁਝ ਵੀ। ਨਾਲ ਹੀ ਉਹਨੇ ਇੱਕ ਹੀ ਬਿਆਨ ਦਿੱਤਾ ਸੀ ਕਿ ਆ ਦਵਾਈਆਂ ਵਾਲਿਆਂ ਦੇ ਨਾਲ ਤਾਂ ਲੱਖਾਂ ਬੰਦਿਆਂ ਦੀ ਮੌਤ ਹੋ ਗਈ ਹੈ। ਆ ਜਦੋਂ ਦਾ ਕਰੋਨਾ ਵਾਲਾ ਮਸਲਾ ਆਇਆ, ਉਹਦੇ ਤੋਂ ਬਾਅਦ ਇੰਨੇ ਹਜ਼ਾਰਾਂ ਡਾਕਟਰ ਮਰ ਗਏ ਆ। ਬੜਾ ਕੁਝ ਕਿਹਾ। ਇਹ ਵੀ ਕਹਿ ਦਿੱਤਾ ਕਿ ਭਾਈ ਇੱਧਰਲੇ ਪਾਸੇ ਨੂੰ ਜਾਣ ਦੀ ਲੋੜ ਨਹੀਂ, ਇਹਨਾਂ ਦੇ ਪੱਲੇ ਕੀ ਹੈ। ਚਿੱਠੀ ਡਾਕਟਰਾਂ ਨੇ ਲਿਖੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਵਾਲਿਆਂ ਨੇ ਡਾਕਟਰ ਹਰਸ਼ਵਰਧਨ ਨੂੰ, ਹਰਸ਼ਵਰਧਨ ਨੇ ਉਹਨਾਂ ਨੂੰ ਲਿਖੀ। ਉਹ ਕਹਿੰਦੇ ਜੀ ਮੈਂ ਫਿਰ ਆਪਣਾ ਬਿਆਨ ਵਾਪਸ ਲੈ ਲੈਣਾ। ਪਰ ਉਹਦੇ ਤੋਂ ਬਾਅਦ ਫਿਰ 25 ਸਵਾਲ ਕਰ ਦਿੱਤੇ। ਤੁਸੀਂ ਦੱਸੋ, ਤੁਹਾਡੇ ਕੋਲ ਬਲੱਡ ਪ੍ਰੈਸ਼ਰ ਦੀ ਦਵਾਈ ਹੈਗੀ ਆ, ਤੁਸੀਂ ਦੱਸੋ ਜਿਹੜੇ ਬੰਦੇ ਦੇ ਦਿਮਾਗ ਦੇ ਉੱਤੇ ਕੋਈ ਬੋਝ ਹੈ, ਤੁਸੀਂ ਉਹਦਾ ਹੱਲ ਕਿੱਦਾਂ ਕਰੋਗੇ? 25 ਸਵਾਲ ਕਿ ਜਾਣੀ ਐਲੋਪੈਥੀ ਠੀਕ ਨਹੀਂ। ਉਹਨੂੰ ਹੰਕਾਰ ਹੋ ਗਿਆ, ਉਹਨੂੰ ਮਾਣ ਹੋ ਗਿਆ, ਉਹਨੂੰ ਚੇਤਾ ਭੁੱਲ ਜਾਂਦਾ ਕਿ ਭਾਈ ਜੇ ਤੈਨੂੰ ਸਿੱਟਣਾ ਚਾਹੇ ਤੈਨੂੰ ਹੱਥ ਹੀ ਸਿੱਟ ਸਕਦਾ। ਉਹਨੂੰ ਇਸ ਗੱਲ ਦਾ ਚੇਤਾ ਭੁੱਲ ਗਿਆ। ਹੁਣ ਸਿੱਧੇ ਤੌਰ ਦੇ ਉੱਤੇ 2 ਚਿੱਠੀਆਂ ਲਿਖੀਆਂ ਡਾਕਟਰਾਂ ਨੇ। ਉਹ ਕਹਿੰਦੇ ਸਾਡੇ 2000 ਤੋਂ ਵੱਧ ਡਾਕਟਰ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵਿੱਚ। ਉਹਨਾਂ ਨੇ ਇਹ ਕਿਹਾ ਕਿ ਇੱਕ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਕਿ ਇਸ ਬੰਦੇ ਨੇ ਦੇਸ਼ ਧਰੋਹ ਵਰਗਾ ਕੰਮ ਕੀਤਾ, ਕਿ ਇਹਨੇ ਇੱਕ ਚੱਲਦੀ ਫਿਰਦੀ ਜਿਹੜੀ ਪ੍ਰਣਾਲੀ ਹੈ, ਜਿਹਨੂੰ ਸਰਕਾਰ ਮਾਨਤਾ ਦਿੰਦੀ ਹੈ, ਜਿਹਦੇ ਰਾਹੀਂ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਬਚਾਈਏ, ਉਹਦੇ ਤੇ ਸਵਾਲ ਖੜੇ ਕੀਤੇ ਆ। ਇਹਨੇ ਲੋਕਾਂ ਦੇ ਵਿੱਚ ਦੁਚਿੱਤੀ ਪੈਦਾ ਕੀਤੀ ਹੈ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ, ਇਸ ਬੰਦੇ ਤੇ ਦੇਸ਼ ਧਰੋਹ ਦਾ ਪਰਚਾ ਕਰੋ, ਇਹ ਤੇ ਕੇਸ ਕਰੋ, ਮੁਕੱਦਮਾ ਕਰੋ। ਦੂਸਰਾ, ਉਹਨਾਂ ਨੇ ਆਪਣੇ ਵਕੀਲਾਂ ਦੇ ਹੱਥ ਦੂਜੀ ਚਿੱਠੀ ਭੇਜੀ ਰਾਮਦੇਵ ਨੂੰ 6 ਸਫ਼ਿਆਂ ਦੀ, ਤੇ ਉਹਦੇ ਵਿੱਚ ਕਿਹਾ ਕਿ ਰਾਮਦੇਵ ਜੀ ਤੁਸੀਂ ਕੀਤਾ ਗਲਤ, ਤੁਸੀਂ ਡਾਕਟਰਾਂ ਦੇ ਰੁਤਬੇ ਨੂੰ ਪਹੁੰਚਾਈ ਹੈ ਠੇਸ, ਤੁਸੀਂ ਲੋਕਾਂ ਦੇ ਮਨ 'ਚ ਪੈਦਾ ਕੀਤੀ ਹੈ ਦੁਚਿੱਤੀ। 1000 ਕਰੋੜ ਦਾ ਮਾਣਹਾਨੀ ਦਾ ਦਾਅਵਾ ਤੁਹਾਡੇ ਤੇ ਕਰਨਾ ਹੈ, ਜਾਂ 15 ਦਿਨਾਂ ਦੇ ਵਿੱਚ ਮਾਫੀ ਮੰਗ ਲਓ ਤੇ ਵੀਡੀਓ ਬਣਾਇਓ ਕਿ ਜਿਹੜੀਆਂ ਗੱਲਾਂ ਤੁਸੀਂ ਅੱਜ ਤੱਕ ਐਲੋਪੈਥੀ ਦੇ ਬਾਰੇ, ਡਾਕਟਰਾਂ ਦੇ ਬਾਰੇ, ਹਸਪਤਾਲ ਦੇ ਬਾਰੇ, ਅੰਗਰੇਜ਼ੀ ਇਲਾਜ ਦੇ ਬਾਰੇ ਕਈਆਂ, ਕੱਲੀ ਗੱਲ ਦੁਹਰਾ ਕੇ ਉਹਦੀ ਮਾਫੀ ਮੰਗੋ ਕਿ ਮੇਰੇ ਕੋਲੋਂ ਗਲਤ ਹੈ, ਕਹਿ ਹੋ ਗਿਆ ਸੀ, ਲੋਕਾਂ ਦੇ ਮਨਾਂ 'ਚੋਂ ਦੁਚਿੱਤੀ ਦੂਰ ਕਰੋ। ਦੂਸਰਾ, ਜਿਹੜੀ ਕੋਰੋਨਲ ਤੁਸੀਂ ਬਣਾਈ ਹੈ, ਉਹ ਕਹਿੰਦੇ ਤੁਸੀਂ ਉਹਦੇ ਭਰਮਾਊ ਇਸ਼ਤਿਹਾਰ ਦਿੰਦੇ ਹੋ, ਲੋਕਾਂ ਨੂੰ ਭੁਲੇਖੇ 'ਚ ਪਾਉਂਦੇ ਹੋ ਕਿ ਦਵਾਈ ਆ ਕੰਮ ਕਰਦੀ ਹੈ। ਸਾਰੇ ਇਸ਼ਤਿਹਾਰ ਵਾਪਸ ਲਓ, ਪਰ ਜੇ 15 ਦਿਨਾਂ ਦੇ ਵਿੱਚ ਵਾਪਸ ਨਾ ਲਏ ਤਾਂ ਤੁਹਾਡੇ ਤੇ 1000 ਕਰੋੜ ਦਾ ਮਾਣਹਾਨੀ ਦਾ ਕੇਸ ਕਰਨਾ ਹੈ। ਗੱਲ ਹੁਣ ਸੰਧਾਲੀਆ ਸਾਹਿਬ ਸਿੱਧੀ ਹੋ ਗਈ, ਚਿੱਠੀ ਪ੍ਰਧਾਨ ਮੰਤਰੀ ਸਾਹਿਬ ਕੋ ਅੱਪੜ ਗਈ, ਇੱਕ ਪਾਸਾ ਉਹਨਾਂ ਨੂੰ ਕਰਨਾ ਪਊਗਾ। ਕੁਛ ਨਹੀਂ ਹੋਣਾ, ਐਵੇਂ ਤੁਸੀਂ ਵੀ ਪਤਾ ਨਹੀਂ ਕਿਉਂ ਆਪਣਾ ਬੀਪੀ ਵਧਾ ਲੈਣੇ, ਇਦਾਂ ਕਰ ਦਿਆਂਗੇ। ਨਾਲੇ ਇਲਾਜ ਵੀ ਹੈ ਨਹੀਂ ਰਾਮਦੇਵ ਦੇ ਮੁਤਾਬਕ। ਹਾਂ ਦੇਖੋ, ਕਾਰਨ ਇਹ ਆ ਵੀ ਬਾਬੇ ਨੂੰ ਬਹੁਤਾ ਫਰਕ ਨਹੀਂਗਾ। ਮੈਂ ਜਦੋਂ ਪਿੱਛੇ ਜੇ ਉਹਦਾ ਟਰਨਓਵਰ ਪੜ੍ਹੀ ਸੀ, ਉਦੋਂ 22,000 ਕਰੋੜ ਸੀ, ਐਂਡ ਮੈਨੂੰ ਇਹ ਕਲੀਅਰ ਆ ਵੀ ਹੁਣ 24,000 ਕਰੋੜ ਤੋਂ ਉੱਪਰ ਹੋਊਗੀ। ਸਾਲ 'ਚ ਮਹੀਨੇ ਹੁੰਦੇ 12, 24,000 ਕਰੋੜ ਦੀ ਟਰਨਓਵਰ ਦਾ ਮਤਲਬ ਇਹ ਹੋ ਗਿਆ ਵੀ 15 ਕੁ ਦਿਨਾਂ ਦੇ ਵਿੱਚ 1000 ਕਰੋੜ ਰੁਪਈਆ ਅਗਲਾ ਬਾਬਾ ਐਂ ਅੰਦਰ ਕਰ ਲੈਂਦਾ। ਹੁਣ ਜੇ 15 ਦਿਨਾਂ ਦੀ ਕਮਾਈ ਦੇ ਕੇ ਜਿਹੜੇ ਵੀ ABC ਡਾਕਟਰ ਜਿਹੜੇ ਵੀ ਕਹਿੰਦੇ ਵੀ ਸਾਡੇ ਕੋਲੋਂ ਮਾਫੀ ਮੰਗ ਲਾ, ਉਹਨਾਂ ਕੋਲ ਖਹਿੜਾ ਛੁੱਟਦਾ ਤੇ ਪਲੱਸ ਲੱਤ ਵੀ ਗੱਡੀਆਂ ਦੇ ਵੀ ਆਓ ਵੀ ਮੈਂ ਡਟਿਆ ਹੋਏ, ਮੈਂ 25 ਦੇ 25 ਕੀ ਮੈਂ 50 ਸਵਾਲ ਹੋਰ ਕਰੂੰ, ਆਓ 1000 ਕਰੋੜ ਮੈਂ ਦਿਨਾ। ਫੇਰ ਕੀ ਕਰਨਗੇ IMA ਵਾਲੇ? ਤੁਹਾਨੂੰ ਲੱਗਦਾ 1000 ਕਰੋੜ ਦੇ ਦੂ?
ਜਿਹੜਾ ਬੰਦਾ ਕਣਕ ਬੀਜ ਕੇ ਦੇਣਾ ਯਾਰ, ਕੀ ਕਰਦੇ ਹੋ? ਮਹਾਰਾਜ ਗੱਲ ਤਾਂ ਤੁਹਾਡੀ ਠੀਕ ਆ, ਪਰ ਜਿਹੜੇ ਬੰਦੇ ਨੂੰ ਐਉਂ ਕਰਨ ਦੀ ਆਦਤ ਪੈ ਜਾਂਦੀ ਹੈ, ਐਉਂ ਬਹੁਤ ਔਖਾ ਹੁੰਦਾ। ਗੱਲ ਉਹ ਨਹੀਂ ਸਮਝੇ, ਗੱਲ ਹੁੰਦੀ ਵੀ ਜਦੋਂ ਯਾਰ ਅੱਜ ਕੱਲ ਬਾਬਾ ਜੀ ਕਿੱਥੇ ਜਾਂਦੇ ਆਉਂਦੇ ਆ, ਉਹ ਜੇ ਉਹ ਬੰਦਾ ਕਹਿ ਰਿਹਾ ਵੀ ਮੈਨੂੰ ਗ੍ਰਿਫਤਾਰ ਕਰਨ ਦੀ ਕਿਸੇ ਹਿੰਮਤ ਹੈ ਨਹੀਂ, ਇਹਦਾ ਮਤਲਬ ਵੀ ਗੱਲਬਾਤ ਵੱਡਿਆਂ ਜੋੜਾਂ 'ਚ ਹੈ। ਤੇ ਜੇ ਵੱਡਿਆਂ ਜੋੜਾਂ ਵਾਲੇ ਘੇਸਲ ਮਾਰ ਸਕਦੇ ਆ, ਮੁੱਛ ਦਾ ਸਵਾਲ ਬਣਾ ਸਕਦੇ, ਕਈ ਮਸਲਿਆਂ ਦੇ ਮੈਨੂੰ ਖੇਤੀ ਵਾਲਾ ਭੋਣੇ ਡਿਸਕਸ ਕਰਕੇ ਹਟੇ ਆ। ਤੇ ਜੇ ਮੰਨ ਲਓ ਵੀ ਡਾਕਟਰ ਪੂਰੀ ਦੁਨੀਆ ਦੇ ਵਿੱਚ ਆਪਾਂ ਨੂੰ ਤੰਗ ਕਰਨ ਡਏ, ਅਸੀਂ ਇਦਾਂ ਕਰ ਦਾਂਗੇ, ਅਸੀਂ ਉੱਦਾਂ ਕਰ ਦਾਂਗੇ, ਮੰਨ ਲਓ ਵੀ ਅੱਜ ਬਾਬਾ ਮਾਫੀ ਮੰਗ ਜੀ, ਕੱਲ੍ਹ ਨੂੰ ਇਸੇ ਚੀਜ਼ ਨੂੰ ਬਿਆਨ ਬਣਾ ਕੇ ਆਖਣਾ ਵੀ ਲਾਭ ਦੇਖਿਆ ਬਾਬਾ ਝੂਠਾ ਸੀ, ਸਾਡੇ ਵਾਲੀ ਦਵਾਈ 'ਚ ਕਰਾਮਾਤ, ਇਹਦਾ ਐਵੇਂ ਦਾ ਕੰਮ ਚੱਲੀ ਜਾਂਦਾ। ਦੂਸਰੇ ਪਾਸੇ ਗੱਲ ਚੱਲ ਗਈ, ਉਹਨੂੰ ਨੁਕਸਾਨ ਹੋ ਗਿਆ। ਪਰ ਜੇ ਬਾਬਾ 1000 ਕਰੋੜ ਦੇ ਦੇਵੇ, ਨਾਲੇ ਗੱਡ ਦੇਵੇ ਲੱਤ ਪਈ ਦਰਾਓ, ਓਏ ਮੇਰੇ ਕੋਲ ਦਵਾਈ ਕਿਹੜਾ ਖੰਘਦਾ, ਫੇਰ ਉਹਦਾ ਬੈਨੀਫਿਟ ਕਿੰਨਾ ਹੋਣਾ? ਉਹ ਤੇਰਾ ਭਲਾ। ਦੇਖੋ ਮਾਤੜ ਬੰਦੇ ਨੇ ਮੇਰੇ ਕੋਲ ਪਿੰਡਾਂ 'ਚ ਇਹੋ ਚਰਚਾ ਕਰੀ ਜਾਣੀ, ਉਹ ਗੁਰੂਆ ਬਾਬੇ ਸਾਡੇ ਨੇ ਡਾਕਟਰਾਂ ਨੂੰ ਚੈਲੰਜ ਕਰਤਾ, 1000 ਕਰੋੜ ਮੂੰਹ ਤੇ ਮਾਰਿਆ ਹੈ, ਮੂੰਹ ਤੇ ਕਹਿੰਦਾ ਵੀ ਆਹ ਖੜਾ ਮੈਂ 25 ਦੇ 25 ਸਵਾਲਾਂ ਦਾ ਮੇਰਾ ਜਵਾਬ ਦਿਓ। ਇਹ ਵੀ ਕਹਿਦਾ ਉਹ ਕਹਿੰਦਾ ਵੀ 1000 ਕਰੋੜ ਮੈਂ ਦਿੰਨਾ, 25 ਸਵਾਲਾਂ ਦਾ ਜਵਾਬ ਤੁਸੀਂ ਦੇ ਦਿਓ, ਗੱਲ ਹਿਸਾਬ ਬਰਾਬਰ। ਨਹੀਂ ਗੱਲ ਤੁਹਾਡੀ ਠੀਕ ਹੈ, ਮੇਰੇ ਮਨ ਦੇ ਵਿੱਚ ਇੱਕ ਹੋਰ ਗੱਲ ਆਉਂਦੀ। ਹੁਣ ਮੈਨੂੰ ਇਹ ਨਾ ਕਿ ਮੈਂ ਬਾਬਿਆਂ ਨੂੰ ਨਾ ਮੈਂ ਕਹਿੰਦਾ ਹੀ ਨਹੀਂ, ਕਿਉਂਕਿ ਤੁਸੀਂ ਬਾਬਿਆਂ ਵੱਲ ਹੋ ਨਹੀਂ ਗਏ, ਬਾਬੇ ਹੀ ਤੁਹਾਡੇ ਨੇ ਸੰਧ ਵਾਲੀ ਕਿਉਂਕਿ ਹੋਣਾ ਤਾਂ ਹੁੰਦਾ ਜੇ ਤੁਸੀਂ ਖਿਲਾਫ ਹੋਵੋ। ਆ ਜਿਹੜੀ ਤੁਸੀਂ ਜਦੋਂ ਸ਼ਬਦ ਵਰਤਦੇ ਨੇ ਟਰਨਓਵਰ ਇੰਨੇ 1000 ਕਰੋੜ, ਫਿਰ ਤੁਸੀਂ ਹਿਸਾਬ ਲਾ ਕੇ ਦੱਸਦੇ ਹੋ ਇਹ ਸਾਡੇ ਪਾ ਬੱਸੋਂ ਬਾਰੀਆਂ, ਸਾਨੂੰ ਪਤਾ ਕੀ ਹੁੰਦਾ, ਆਹ ਪੀਪਾ ਹੈ 22 ਕਿਲੋ ਆਟਾ ਲਿਆਂਦਾ ਸੀ, 11 ਦਿਨ ਹੋ ਗਏ ਆ, ਤੇ ਕਿੰਨੇ ਦਿਨ ਹੋਰ ਲੰਘਣਗੇ, ਤੇ ਉਹਦੇ ਤੋਂ ਬਾਅਦ ਨਾਲ ਹੀ ਦਿਨ 'ਚ 3 ਵਾਰੀ ਕਈ ਵਾਰੀ ਡਰਮ ਦਾ ਥੱਲੜਾ ਖੋਲ ਕੇ ਢੱਕਣ ਜਾਂ ਤਾਂ ਹੱਥ ਮਾਰ ਕੇ ਦੇਖ ਲਏ, 2 ਪੀਣ ਹੋ ਜਾਣਗੇ। ਆਮ ਬੰਦੇ ਦਾ ਮਸਲਾ ਤੇ ਇੱਥੇ ਤੱਕ, ਟਰਨਓਵਰ ਤੱਕ ਭਾ ਮੇਰਿਆ ਹੈ ਨਹੀਂ। ਚਲੋ ਕਰ ਲਓ ਐਵੇਂ ਤੁਸੀਂ ਮਤਲਬ ਗਰੀਬ ਬਣ ਬਹਿਨੇ ਬਾੜ ਸਾਹਿਬ। ਨਹੀਂ ਚਲੋ ਗੱਲ ਪਤਾ ਕੀ ਹੈ ਸੰਧਾਲੀਆ ਸਾਹਿਬ, ਕਾਲਾ ਕੋਟ ਐਵੇਂ ਨਹੀਂ ਪਾਇਆ, ਇਹ ਤੁਹਾਡੇ ਤੋਂ ਲੈ ਕੇ ਪਾਇਆ, ਮਾੜਾ ਜਿਹਾ ਖੁੱਲਾ ਤਾਂ ਹੀ ਲੱਗਦਾ। ਹੁਣ ਗੱਲ ਕੀ ਹੋਈ ਹੈ? ਹੁਣ ਗੱਲ ਇਹ ਹੋਈ ਹੈ ਕਿ ਮੈਂ ਕਹਿੰਦਾ ਕਿ ਐਲੋਪੈਥੀ ਰਾਮਦੇਵ ਹੋਰਾਂ ਦੀ ਗੱਲ, ਤੁਹਾਡੇ ਬੰਦਿਆਂ ਦੀ ਗੱਲ ਮੰਨੀ ਹੈ ਨਹੀਂ, ਉਹਦੇ ਪੱਲੇ ਹੀ ਕੱਖ ਨਹੀਂ, ਬਿਲਕੁਲ ਠੀਕ। ਮੈਂ ਨਹੀਂ ਕਹਿੰਦਾ ਉਹਦੇ ਪੱਲੇ ਕੁਝ ਨਹੀਂ, ਠੀਕ ਹੈ। ਬਾਬਾ ਕਹਿੰਦਾ ਮੈਨੂੰ ਤਾਂ ਕਿਨਾ ਸਹੀ ਨੇ 1000 ਕਰੋੜ ਉਹ ਦੇ ਦੂ, ਮੇਰੇ ਕੋਲ ਤਾਂ 1000 ਰੁਪਈਆ ਨਹੀਂ, ਮੇਰੇ ਹੱਥ ਤਾਂ ਕੁਝ ਵੀ ਨਹੀਂ ਆਉਣਾ, ਜਾਂ ਤਾਂ ਮੇਰੇ ਨਾਲ ਕਰੇ ਵਿੱਚ। ਆਹੋ ਜਾਂ ਤੇ ਮੈਨੂੰ ਵਿੱਚ ਬਿਠਾ ਲੈਣ ਵੀ ਅਗਲਾ ਆ ਕੇ ਵੀ ਇਹ 1000 ਮੰਗਦੇ, ਆਪਾਂ ਨੇ ਵੀ ਨਿਬੇੜ ਦੇਣੇ ਗੱਲ। ਮੈਂ ਕਹਿੰਦਾ ਰਾਮਦੇਵ ਬਹੁਤ ਚੰਗਾ ਤੇ ਬਹੁਤ ਸਿਆਣਾ ਹੋਣਾ। ਮੈਂ ਸੋਚ ਰਿਹਾ ਸੀ ਮਾਰਚ 2020 ਤੇ ਅਪ੍ਰੈਲ 2021 ਜਾਂ ਮਾਰਚ 2021 ਲਾ ਲਓ, ਸਾਲ ਪਿਛਲਾ ਤੇ ਹੁਣ ਦਾ ਇੱਕੋ ਤਰ੍ਹਾਂ ਦੇ ਮਹੀਨੇ ਮਾਰਚ ਵਾਲੇ, ਜਦੋਂ ਕਰੋਨਾ ਦੀ ਪਹਿਲੀ ਲਹਿਰ ਆਈ ਸੀ ਤੇ ਕਰੋਨਾ ਦੀ ਦੂਸਰੀ ਲਹਿਰ ਆਈ ਸੀ, ਉਦੋਂ ਬਾਬਾ ਰਾਮਦੇਵ ਕਿਹੜੀ ਖੁੱਡ 'ਚ ਵੜ ਗਿਆ ਸੀ। ਜਦੋਂ ਲੋਕ ਇੱਕਦਮ ਬਿਮਾਰ ਹੋਣ ਲੱਗ ਪਏ ਸੀ, ਜਿੱਦਾਂ ਇਹ ਕਹੀ ਜਾਂਦਾ ਕਿ ਹਸਪਤਾਲਾਂ ਦੇ ਪੱਲੇ ਕੁਛ ਨਹੀਂ, ਡਾਕਟਰਾਂ ਦੇ ਪੱਲੇ ਕੁਛ ਨਹੀਂ, ਜਿੰਨੀ ਇਹਦੀ ਤੁਸੀਂ ਟਰਨਓਵਰ ਦੱਸਦੇ ਆ, ਜੇ ਲੋਕਾਂ ਦਾ ਇੰਨਾ ਹੀ ਹਤੈਸ਼ੀ ਆ ਕਿ ਮੈਂ ਲੋਕ ਠੀਕ ਕਰਨੇ ਆ, ਅਸੀਂ ਭਾਰਤ ਨੂੰ ਸਮਰਿੱਧ ਬਣਾਉਣਾ ਹੈ, ਅਸੀਂ ਭਾਰਤ ਨੂੰ ਸਾਫ਼ ਕਰਨਾ ਹੈ, ਅਸੀਂ ਭਾਰਤ ਨੂੰ ਨਿਰੋਗ ਕਰਨਾ ਹੈ, ਜਦੋਂ ਭਾਰਤ ਦੇ ਲੋਕ ਮਰ ਰਹੇ ਸੀ ਤੇ ਮਰ ਰਹੇ ਆ, ਜਦੋਂ ਆਕਸੀਜਨ ਦੀ ਘਾਟ ਦੇ ਨਾਲ ਜੂਝਦੇ ਸੀ ਤੇ ਜੂਝਦੇ ਆ, ਜਦੋਂ ICU ਤੇ ਵੈਂਟੀਲੇਟਰ ਉਹਨਾਂ ਨੂੰ ਲੱਭਦੇ ਨਹੀਂ ਸੀ ਤੇ ਦਮ ਤੋੜਦੇ ਸੀ, ਜੇ ਖਬਰਾਂ ਤੁਸੀਂ ਪੜ੍ਹਦੇ ਹੋ, ਮੈਂ ਪੜ੍ਹਦਾ, ਜੇ ਉਹ ਵੀਡੀਓ ਮੇਰੇ ਕੋਲ ਪਹੁੰਚਦੀਆਂ, ਤੁਹਾਡੇ ਕੋਲੇ ਪਹੁੰਚਦੀਆਂ, ਪ੍ਰਾਈਮ ਏਸ਼ੀਆ ਦੇ ਪਰਿਵਾਰ ਕੋਲ ਪਹੁੰਚਦੀਆਂ, ਰਾਮਦੇਵ ਕੋਲ ਨਹੀਂ ਪਹੁੰਚਦੀਆਂ, ਬਾਕੀ ਤਾਂ ਇਹ ਮਿੰਟ ਦੀ ਖਬਰ ਰੱਖਦਾ, ਇਹ ਦੱਸੇ ਕਿ ਪਿਛਲੇ ਸਾਲ ਤੇ ਇਸ ਵੇਲੇ ਕੋਵਿਡ ਦੀ ਚੱਲ ਰਹੀ ਦੂਸਰੀ ਲਹਿਰ ਦੇ ਵਿੱਚ ਇਹਦੇ ਕੋਲੇ ਅਲਟਰਨੇਟਿਵ ਕੀ ਹੈ, ਕਿਹੜੀ ਇਹਦੇ ਕੋਲੇ ਜੜੀ ਬੂਟੀ ਹੈ। ਜਦੋਂ ਬੰਦੇ ਨੂੰ ਸਾਹ ਨਹੀਂ ਆਉਂਦਾ ਤੇ ਉਸ ਵੇਲੇ ਆਕਸੀਜਨ ਲਾਉਣ ਦੀ ਜਗ੍ਹਾ ਦੇ ਉੱਤੇ ਇਹ ਕਿਹੜਾ ਯੋਗਾ ਕਰਾਊਗਾ ਜਾਂ ਕਿਹੜਾ ਐਸਾ ਕੰਮ ਕਰਾਊਗਾ ਜਿਹਦੇ ਨਾਲ ਕਿ ਉਹ ਸਾਰਾ ਕੁਝ ਠੀਕ ਹੋ ਜਾਂਦਾ। ਕਿੰਨੇ ਕੇਂਦਰ ਸਰਕਾਰ ਦੇ ਮੰਤਰੀ ਉੜ ਗਏ, ਕਿੰਨੇ ਸੂਬਾ ਸਰਕਾਰਾਂ ਦੇ ਮੰਤਰੀ ਉੜ ਗਏ, ਕਿੰਨੇ MP ਤੇ MLA ਉੜ ਗਏ। ਇਹਦੇ ਆਪ ਦੇ ਪਤੰਜਲੀ ਦਾ ਇੱਕ ਡਿਪਾਰਟਮੈਂਟ ਦਾ ਹੈੱਡ ਚੜਾਈ ਕਰ ਗਿਆ ਤੇ ਉਹ ਕਿਹੜੇ ਹਸਪਤਾਲ ਦੇ ਵਿੱਚ ਦਾਖਲ ਸੀ, ਰਾਮਦੇਵ ਅੱਜ ਸਾਹਮਣੇ ਆ ਕੇ ਦੱਸਦਾ ਕਿਉਂ ਨਹੀਂ। 1000 ਕਰੋੜ ਉਹਨਾਂ ਕਿਹਾ, ਤੁਹਾਡਾ 1000 ਵਿੱਚ ਪਵਾ ਲਈਏ, ਦਵਾ ਦਿੰਨੇ ਯਾਰ, ਖਹਿੜਾ ਛੱਡੋ ਗਰੀਬ ਦਾ, ਕਿਧਰ ਪੈ ਗਏ ਉਹ, ਕੋਈ ਬਾਕੀ ਖਬਰਾਂ ਵੀ ਕਰ ਲਈ ਆਪਾਂ। ਚਲੋ ਆ ਜਾਓ ਮਹਾਰਾਜ। ਵੇਖੋ ਨਾ ਦੇ ਤੁਹਾਡੇ ਕੋਲੋਂ ਮੰਨਣਾ ਉਹਨੇ, ਨਾ ਮੇਰੇ ਕੋਲੋਂ ਮੰਨਣਾ, ਮਤਲਬ ਮੁੱਕਦੀ ਗੱਲ ਇਹ ਵੀ ਸਿਆਪਾ ਉਹਦਾ ਪੈ ਗਿਆ, ਕਸੂਤਾ ਆਉਣ ਵਾਲੇ ਦਿਨ ਜਿੱਦਾਂ ਨਿਬੜੂਗੀ ਆਪਾਂ ਦੱਸ। ਠੀਕ ਹੈ ਜੀ, ਚਲੋ। ਮੈਨੂੰ ਐਂ ਲੱਗਦਾ ਵੀ ਆਪਾਂ ਬੋਲਣਾ ਆਹ ਵਧੀਆ ਕਹਿੰਦਾ 1000 ਕਰੋੜ ਦਾ ਹੋ ਗਿਆ ਯਾਰ, ਤੁਹਾਡਾ ਪਵਾ ਦਿਆ, ਤੁਹਾਡਾ ਰਖਾ ਲਈ ਇੱਕ ਪਾਸੇ, ਕਿਹੜਾ ਛੱਡੋ। ਅੱਛਾ ਗੱਲ ਇਹ ਆ ਬਾੜ ਸਾਹਿਬ, ਕੋਈ ਪੰਜਾਬ ਕਾਂਗਰਸ ਦੀ ਗੱਲ ਕਰਨੀ ਕਿ ਆਓ ਮਹਾਰਾਜ ਆਓ, ਕਰੋ ਮਾਲ ਕਰਦੇ। ਮੈਂ ਤਾਂ ਪੁੱਛਿਆ ਯਾਰ ਸੰਧਾਲੀਆ ਸਾਹਿਬ, ਜੇ ਤੁਸੀਂ ਗੱਲ ਛੇੜ ਹੀ ਲਈ ਹੈ। ਨਹੀਂ ਛੇੜ ਹੀ ਨਹੀਂ, ਮੈਂ ਕਰਨ ਨੂੰ ਛੇੜਨ ਵਾਲਾ ਸ਼ਬਦ ਨਹੀਂ ਵਰਤਣਾ, ਨਹੀਂ ਵਰਤਦੇ। ਪਟਿਆਲੇ ਦੇ ਵਿੱਚ ਬਹੁਤ ਛੇਤੀ ਕਿਸਾਨਾਂ ਨੇ ਇੱਕ ਧਰਨਾ ਲਾਉਣਾ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਿਹਦੇ ਪ੍ਰਧਾਨ ਆ ਜੋਗਿੰਦਰ ਸਿੰਘ ਉਗਰਾਹਾਂ, ਤੇ ਪੰਜਾਬ ਦੇ ਵਿੱਚ ਉਹਨਾਂ ਦਾ ਕੰਮਕਾਰ ਦੇਖਦੇ ਆ ਸੁਖਦੇਵ ਸਿੰਘ ਕੁਕਰੀ ਕਲਾਂ, ਕਿਉਂਕਿ ਉਗਰਾਹਾਂ ਸਾਹਿਬ ਜ਼ਿਆਦਾ ਦਿੱਲੀ ਰਹਿੰਦੇ ਆ। ਉਹ ਕਹਿੰਦੇ 28 ਨੂੰ ਲੱਗੂਗਾ ਪਟਿਆਲੇ ਧਰਨਾ ਤੇ 29 ਨੂੰ ਵੀ ਚੱਲੂਗਾ, ਹੋ ਸਕਦਾ 30 ਤੱਕ ਵੀ ਚੱਲੇ। ਕਿਉਂ? ਕਾਰਨ ਕੀ ਦੱਸਿਆ? ਉਹ ਕਹਿੰਦੇ ਜਿਹੜੇ ਬੰਦੇ ਸਾਡੇ ਦਿੱਲੀ ਆ, ਦਿੱਲੀ ਰਹਿਣਗੇ, ਅਸੀਂ 29 ਤਰੀਕ ਨੂੰ ਕਾਫਲਾ ਦਿੱਲੀ ਲੈ ਕੇ ਜਾਣਾ ਹੀ ਜਾਣਾ। ਪਟਿਆਲੇ ਦੇ ਵਿੱਚ ਸਾਡਾ ਵੱਖਰਾ ਕਾਡਰ ਆਏਗਾ, ਕਾਹਦੇ ਲਈ? ਕਿ ਪੰਜਾਬ ਦੇ ਲੋਕਾਂ ਨੂੰ
ਪੰਜਾਬ ਸਰਕਾਰ ਚੰਗੀ ਸਿਹਤ ਸਹੂਲਤ ਨਹੀਂ ਦੇ ਸਕੀ, ਵੈਂਟੀਲੇਟਰ ICU ਆਕਸੀਜਨ ਦੇ ਮਾਮਲੇ 'ਚ ਸਰਕਾਰ ਕਹਿੰਦੇ ਫੇਲ ਸਾਬਤ ਹੋਈ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਮਰ ਨਹੀਂ ਦੇਣਾ ਤੇ ਕੈਪਟਨ ਸਾਹਿਬ ਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਾ, ਇਹ ਕਿਸਾਨਾਂ ਨੇ ਕਿਹਾ। ਕੈਪਟਨ ਸਾਹਿਬ ਕਹਿੰਦੇ ਨਹੀਂ ਜੀ, ਕਰੋਨਾ ਬਹੁਤ ਫੈਲ ਰਿਹਾ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਇਦਾਂ ਨਾ ਕਰੋ, ਇਕੱਠ ਨਾ ਕਰਿਓ। ਉਹ ਕਹਿੰਦੇ ਅਸੀਂ ਸੋਸ਼ਲ ਡਿਸਟੈਂਸ ਰੱਖਾਂਗੇ, ਮਾਸਕ ਲਾ ਕੇ ਬੈਠਾਂਗੇ, ਸੈਨੀਟਾਈਜ਼ਰ ਦੀ ਵਰਤੋਂ ਕਰਾਂਗੇ। ਠੀਕ ਹੈ, ਹੁਣ ਕੌਣ ਠੀਕ ਹੈ ਕੌਣ ਨਹੀਂ, ਪਰ ਧਰਨਾ ਲੱਗਣਾ। ਐਨ ਉਸੇ ਵੇਲੇ ਜਦੋਂ ਕੈਪਟਨ ਸਾਹਿਬ ਕਹਿੰਦੇ ਸੀ ਧਰਨਾ ਨਾ ਲਾਇਓ, ਪਟਿਆਲੇ ਦੇ ਇੱਕ ਘਰ ਦੇ ਉੱਤੇ ਛੱਤ ਤੇ ਚੜ੍ਹ ਕੇ ਇੱਕ ਕਾਲਾ ਝੰਡਾ ਲਾਇਆ ਜਾਂਦਾ ਤੇ ਕਾਲਾ ਝੰਡਾ ਲਾਉਂਦੇ ਨੇ ਪਤੀ ਪਤਨੀ, ਤੇ ਪਤੀ ਦਾ ਨਾਂ ਆ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੀ ਪਤਨੀ ਦਾ ਨਾਂ ਆ ਡਾਕਟਰ ਨਵਜੋਤ ਕੌਰ ਸਿੱਧੂ। ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਘਰ ਦੇ ਉੱਤੇ ਉਹਨਾਂ ਦੀ ਧੀ ਜਿਹੜੀ ਰਾਬੀਆ ਸਿੱਧੂ ਹੈ ਉਹ ਲਾਉਂਦੀ ਹੈ ਕਾਲਾ ਝੰਡਾ। ਹੁਣ ਅਚਾਨਕ ਉਹ ਕਾਲਾ ਝੰਡਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਅੰਮ੍ਰਿਤਸਰ ਆਪ ਕਿਉਂ ਨਹੀਂ ਲਾਇਆ? ਨਹੀਂ ਤਾਂ ਇਦਾਂ ਵੀ ਆਮ ਤੌਰ ਤੇ ਕਰ ਲੈਂਦੇ ਹੁੰਦੇ ਆ, ਡਾਕਟਰ ਸਿੱਧੂ ਹੋਰੀ ਪਟਿਆਲੇ ਹੁੰਦੇ ਆ ਜ਼ਿਆਦਾ, ਉਹ ਅੰਮ੍ਰਿਤਸਰ ਹੁੰਦੇ ਆ ਤੇ ਦੋਨੇ ਜਗ੍ਹਾ। ਪਰ ਨਵਜੋਤ ਸਿੰਘ ਸਿੱਧੂ ਦਾ ਉਸ ਮੌਕੇ ਤੇ ਪਟਿਆਲੇ ਵਾਲੇ ਘਰ ਚ ਆਉਣਾ, ਉੱਥੇ ਕਾਲਾ ਝੰਡਾ ਲਾਉਣਾ, ਜਦੋਂ ਕਿਸਾਨ ਜਥੇਬੰਦੀਆਂ ਤੇ ਇਹ ਵੀ ਕਹਿਣਾ ਜਦੋਂ ਤੱਕ ਬਿੱਲ ਵਾਪਸ ਨਹੀਂ ਹੁੰਦੇ ਕਿਸਾਨ ਲੜਾਈ ਜਿੱਤਦੇ ਨਹੀਂ, ਕਾਲਾ ਝੰਡਾ ਲੱਗਾ ਰਹੂਗਾ, ਉਤਰੂਗਾ ਨਹੀਂ। ਤੇ ਉਧਰਲੇ ਪਾਸੇ ਕੈਪਟਨ ਸਾਹਿਬ ਦਾ ਕਿਸਾਨਾਂ ਦੇ ਨਾਲ ਪੇਚਾ ਪੈਣਾ ਤੇ ਕਾਂਗਰਸ ਪਾਰਟੀ ਦੇ ਅੰਦਰ ਕੀ ਹੋਣ ਲੱਗਾ ਸਮਝ ਤਾਂ ਆਉਂਦੀ ਹੈ। ਨਹੀਂ ਸਮਝ ਆਉਂਦੀ ਵੀ ਆ, ਪਰ ਇਹ ਬਾਰੀ ਆਉਂਦੀ ਹੈ ਨਾ, ਜਿੱਧਰੋਂ ਆਉਣੀ ਚਾਹੀਦੀ ਉਧਰੋਂ ਜਾ ਨਹੀਂ ਰਹੀ ਹੈ ਨਾ। ਪਰ ਚਲੋ ਇਹ ਗੱਲ ਤਾਂ ਪੱਕੀ ਆ ਵੀ ਇਹ ਜਿੱਧਰ ਨੂੰ ਵੀ ਇਸ ਵਕਤ ਕਲੇਸ਼ ਵੱਧ ਗਿਆ, ਇਹ ਹੁਣ ਕਿਸੇ ਨਾ ਕਿਸੇ ਦੀ ਬਲੀ ਲਊਗਾ ਹੀ ਲਊਗਾ। ਹੁਣ ਕਿਸੇ ਦੀ ਕੁਰਸੀ ਦੀ ਬਲੀ ਲੈ ਲਵੇ, ਕਿਸੇ ਦੀ ਪਾਰਟੀ ਵੱਲੋਂ ਵੀ ਬਲੀ ਲੈ ਲਵੇ, ਜਾਂ ਫਿਰ ਹੋ ਸਕਦਾ ਵੀ ਕਿਸੇ ਨਾ ਕਿਸੇ ਨੂੰ ਕੋਈ ਮਤਲਬ ਆਫਰ ਮਿਲ ਜਾਵੇ ਵੱਡਾ, ਇਹ ਆਉਣ ਵਾਲੇ ਦਿਨਾਂ 'ਚ ਹੋ ਸਕਦਾ। ਪਰ ਚਲੋ ਜਦੋਂ ਹੋਊਗਾ ਆਪਾਂ ਉਹਦੀ ਗੱਲ ਕਰ ਲਵਾਂਗੇ। ਮੈਨੂੰ ਐਂ ਸੀ ਵੀ ਆਪਾਂ ਗੱਲ ਕਰਨੀ ਭੁੱਲ ਨਾ ਜਾਈਏ, ਉਹ ਸੀਗੀ ਕਿ ਜਿਹੜਾ WhatsApp ਵਾਲਿਆਂ ਨੇ ਹੁਣ ਕੇਸ ਕੀਤਾ, ਕਿਉਂਕਿ ਕੱਲ੍ਹ ਹੀ ਅਜੇ ਆਪਾਂ ਗੱਲ ਕਰਦੇ ਸੀ ਵੀ ਨਵੀਆਂ ਨੀਤੀਆਂ ਲਾਗੂ ਕੀਤੀਆਂ ਜੀ ਸਰਕਾਰ ਨੇ ਵੀ ਜਿਹੜਾ ਸੋਸ਼ਲ ਮੀਡੀਆ ਹੈ ਜੀ ਉਹ ਇਸ ਚੀਜ਼ ਦਾ ਖਿਆਲ ਰੱਖੇ, ਇਹਨਾਂ ਚੀਜ਼ਾਂ ਦੇ ਲਈ ਸਾਨੂੰ ਰਿਪੋਰਟ ਕਰਨਾ ਪਊਗਾ, ਜੇ ਉਹ ਨਹੀਂ ਕਰਦੇ ਤੇ ਫਿਰ ਭਾਈ ਅਸੀਂ ਕਾਰਵਾਈ ਕਰਾਂਗੇ, ਹੈ ਨਾ। ਹੁਣ WhatsApp ਵਾਲੇ ਅਦਾਲਤ 'ਚ ਜਾ ਕੇ, ਦਿੱਲੀ ਵਾਲੀ ਹਾਈ ਕੋਰਟ 'ਚ ਜਾ ਕੇ ਕਹਿੰਦੇ ਵੀ ਮਹਾਰਾਜ ਜਿਹੜੀ ਚੀਜ਼ ਤੁਸੀਂ ਮੰਗੀ ਜਾਂਦੇ ਹੋ ਇਹ ਤਾਂ ਅਗਲੇ ਦੀ ਪ੍ਰਾਈਵੇਸੀ ਦੇ ਉੱਪਰ ਸਿੱਧਾ ਹਮਲਾ। ਵੀ ਮੰਨ ਲਓ ਇੱਕ ਬੰਦਾ ਹੈ, ਉਸ ਬੰਦੇ ਨੇ ਇੱਕ ਨਿੱਜੀ ਮੈਸੇਜ ਕਿਸੇ ਨੂੰ ਭੇਜਿਆ, ਐਂਡ ਸਰਕਾਰ ਇਹ ਚਾਹੁੰਦੀ ਵੀ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਹਨੇ ਕਿਹੜਾ ਮੈਸੇਜ ਕਿਹਨੂੰ ਭੇਜਿਆ, ਇਹੋ ਹੀ ਸਿੰਪਲ ਜਿਹਾ ਫੰਡਾ ਜੀ। ਹੁਣ ਸਰਕਾਰ ਕਹਿੰਦੀ ਵੀ ਅਸੀਂ ਇਹ ਨਿੱਜਤਾ ਦੇ ਉੱਪਰ ਅਟੈਕ ਨਹੀਂ ਕਰ ਰਹੇ, ਬਾਕੀ ਬਾਹਰਲਿਆਂ ਦੇਸ਼ਾਂ ਦੇ ਵਿੱਚ ਆਲਰੇਡੀ ਜਿਹੜੀਆਂ ਪਾਲਿਸੀਆਂ ਅਸੀਂ ਤਾਂ ਉਹ ਤੋਂ ਬਹੁਤ ਛੋਟੀ ਬਣਾਈ ਹੈ। ਪਰ WhatsApp ਵਾਲੇ ਆਂਦੇ ਆ ਵੀ ਜਿਹੜੀ ਚੀਜ਼ ਇਹ ਮੰਗੀ ਜਾਂਦੇ ਇਹ ਤਾਂ ਮਹਾਰਾਜ ਫਿਰ ਸਿੱਧਾ ਇੱਦਾਂ ਹੀ ਆ ਵੀ ਅਗਲਾ ਬੰਦਾ ਨੰਗਾ ਕਰਕੇ ਤੁਸੀਂ ਗਲੀ 'ਚ ਖੜਾ ਕਰ ਦਿਓ, ਇੱਦਾਂ ਥੋੜ੍ਹਾ ਹੁੰਦਾ। ਦੇਖੋ ਸੰਧਾਲੀਆ ਸਾਹਿਬ, ਜਦੋਂ 26 ਫਰਵਰੀ ਨੂੰ ਇਹ ਮਸਲਾ ਲਿਆਂਦਾ ਨਾ ਸਰਕਾਰ ਨੇ, ਉਦੋਂ ਉਹਨਾਂ ਨੇ 3 ਮਹੀਨੇ ਦਿੱਤੇ ਸੀ ਕਿ ਭਾਈ 26 ਮਈ ਤੱਕ ਤੁਸੀਂ ਆਹ ਜਿਹੜੀਆਂ ਸ਼ਰਤਾਂ ਸਾਡੀਆਂ ਮੰਨ ਲਓ, ਸਾਡੇ ਕੋਲੇ ਆਹ ਚੀਜ਼ਾਂ ਡਰਾਫਟ ਜਮ੍ਹਾਂ ਕਰਾ ਦਿਓ ਕਿ ਅਸੀਂ ਇਹ ਸਾਰਾ ਕੁਝ ਕਰ ਲਿਆ, ਕਿ ਤੁਹਾਡੇ ਅਧਿਕਾਰੀ ਭਾਰਤ 'ਚ ਹੋਣਗੇ, ਤੁਸੀਂ 24 ਘੰਟਿਆਂ ਦੇ ਵਿੱਚ ਜੇ ਕੋਈ ਕੰਪਲੇਂਟ ਹੁੰਦੀ ਹੈ ਉਹਦਾ ਜਵਾਬ ਦਿਓਗੇ, 3 ਦਿਨਾਂ ਦੇ ਵਿੱਚ ਉਹਦੇ ਤੇ ਪਹਿਲੀ ਕਾਰਵਾਈ ਕਰਕੇ 15 ਦਿਨਾਂ ਦੇ ਵਿੱਚ ਮੁਕੰਮਲ ਕਰੋਗੇ, ਕੋਈ ਬੱਚਿਆਂ ਦੇ ਨਾਲ ਸੰਬੰਧਿਤ ਹਿੰਸਕ ਕੰਟੈਂਟ ਹੈ ਜਾਂ ਉੱਦਾਂ ਕੋਈ ਵਲਗਰ ਕੰਟੈਂਟ ਹੈ ਜਿਹੜਾ ਕਿ ਨਹੀਂ ਦਿਖਾਇਆ ਜਾਣ ਜੋਗਾ, ਉਹ ਆਟੋਮੈਟਿਕਲੀ ਨਿਕਲ ਜਾਣਾ ਚਾਹੀਦਾ। ਬੜੀਆਂ ਗੱਲਾਂ ਕੀਤੀਆਂ। ਨਾਲ ਇਹ ਵੀ ਸੀ ਕਿ ਜੇ ਇਹ ਕੰਮ ਤੁਸੀਂ ਨਹੀਂ ਕਰਦੇ ਤਾਂ ਤੁਹਾਨੂੰ ਜਿਹੜੀ ਇੱਕ ਕਾਨੂੰਨੀ ਤੌਰ ਤੇ ਇਹ ਮਾਨਤਾ ਮਿਲੀ ਹੈ ਕਿ ਤੁਹਾਨੂੰ ਪਾਰਟੀ ਨਹੀਂ ਬਣਾਇਆ ਜਾ ਸਕਦਾ ਅਦਾਲਤ 'ਚ, ਉਹ ਫਿਰ ਕੈਪ ਖਤਮ ਹੋ ਜਾਊਗਾ, ਫਿਰ ਤੁਸੀਂ ਪਾਰਟੀ ਬਣੋਗੇ ਭਾਰਤ ਦੀਆਂ ਅਦਾਲਤਾਂ 'ਚ। ਪਹਿਲੀ ਗੱਲ ਕਿ ਅੱਜ ਭਾਰਤ ਦੀ ਸਰਕਾਰ ਦੇ IT ਡਿਪਾਰਟਮੈਂਟ ਨੇ ਇੱਕ ਵਾਰੀ ਫਿਰ ਨੋਟਿਸ ਜਾਰੀ ਕਰਕੇ ਸਾਰਿਆਂ ਨੂੰ ਪੁੱਛ ਲਿਆ ਕਿ ਕੀ ਤੁਸੀਂ ਸਾਡੇ ਦੁਆਰਾ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਲੱਗ ਪਏ ਹੋ? ਤੁਸੀਂ ਸਾਨੂੰ ਜਵਾਬ ਦਿਓ, ਲੱਗ ਪਏ ਹੋ ਕਿ ਨਹੀਂ ਲੱਗ ਪਏ? ਉਹਦਾ ਹੁਣ ਕੰਪਨੀਆਂ ਨੇ ਜਵਾਬ ਦੇਣਾ। ਪਰ ਜਿਹੜਾ WhatsApp ਵਾਲਾ ਮਸਲਾ ਹੈ, ਇਸੇ ਕਰਕੇ ਚਰਚਾ ਚੱਲਦੀ ਹੈ ਜੀ, ਕਿਤੇ ਬੰਦ ਹੋ ਚੱਲਾ Facebook, Instagram ਬੰਦ ਹੋ ਚੱਲਾ, YouTube ਦੇ ਉੱਤੇ ਕੁਛ ਹੋ ਚੱਲਾ, WhatsApp ਜਿਹੜਾ ਬੰਦ ਹੋ ਜਾਊਗਾ। ਬੜਾ ਰੌਲਾ ਪਿਆ, ਚਾਰੇ ਪਾਸੇ ਮੈਸੇਜ ਆਉਂਦੇ। WhatsApp ਵਾਲਿਆਂ ਨੇ ਇਹਨੂੰ ਸਮਾਂ ਸੀਮਾ ਖਤਮ ਹੋਣ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਵਿੱਚ ਕਿਹਾ ਕਿ ਭਾਈ ਇਹ ਠੀਕ ਨਹੀਂ ਹੈ, ਅਸੀਂ ਆਪਣੇ ਕਸਟਮਰ ਦੇ ਕੱਲੇ ਮੈਸੇਜ ਦੇ ਉੱਤੇ ਖਿਆਲ ਰੱਖਾਂਗੇ, ਉਹਦਾ ਨਿੱਜੀ ਹੈ, ਉਹਦੀ ਪ੍ਰਾਈਵੇਸੀ ਹੈ, ਕਿ ਅਸੀਂ ਉਹਨਾਂ ਦੋਵਾਂ ਦੀ ਵਾਰਤਾਲਾਪ ਦੇ ਉੱਤੇ ਧਿਆਨ ਰੱਖੀਏ ਜਾਂ ਇਹ ਪਤਾ ਕਰੀਏ, ਸੰਭਵ ਨਹੀਂ ਹੈ। ਪਰ ਸਰਕਾਰ ਨੇ ਕਿਹਾ ਕਿ WhatsApp ਵਾਲਿਆਂ ਨੇ ਗਲਤ ਕੀਤਾ। ਇਹਨਾਂ ਨੇ ਆਖਰੀ ਮੌਕੇ ਦੇ ਉੱਤੇ ਜਾ ਕੇ ਪਟੀਸ਼ਨ ਤਾਂ ਪਾਈ ਆ, ਸਾਨੂੰ ਇਹ ਨਿਯਮ ਲਾਗੂ ਕਰਨ ਤੋਂ ਰੋਕਣਾ ਚਾਹੁੰਦੇ ਆ, ਕੋਈ ਨਿੱਜਤਾ ਦੇ ਵਿੱਚ ਸਾਡੀ ਦਖਲਅੰਦਾਜ਼ੀ ਨਹੀਂ ਹੋਏਗੀ। ਪਰ ਲੱਗਦਾ ਹੈ ਕਿ ਪਟਾਕਾ ਪੈਣਾ, ਰੌਲਾ ਦੂਰ ਤੱਕ ਜਾਣਾ, ਆਪਸ ਦੇ ਵਿੱਚ ਸ਼ਰਤਾਂ ਤੈਅ ਹੁੰਦੀਆਂ ਨੂੰ ਸਮਾਂ ਲੱਗਣਾ। ਹੋ ਸਕਦਾ ਅਦਾਲਤ ਮਹੀਨੇ, 1.5 ਮਹੀਨੇ, 2 ਮਹੀਨਿਆਂ ਦਾ ਸਮਾਂ ਹੋਰ ਦੇ ਦੇ, ਪਰ ਸ਼ਿਕੰਜਾ ਕੱਸਿਆ ਜਾਣਾ ਹੈ। ਨਹੀਂ, ਪਰ ਸਵਾਲ ਹੈ ਇੱਕ ਵਾਰ ਸਾਹਿਬ, ਹੁਣ ਮੈਨੂੰ ਨਹੀਂ ਅਜੇ, ਚਲੋ ਆਪਾਂ ਇੰਨੀ ਸਟਾਰਟਿੰਗ 'ਚ ਆਇਆ ਕਿ ਵੀ ਮੈਨੂੰ ਬਹੁਤ ਸਮਝ ਆ ਗਈ ਵੀ ਇਹ ਕਹਾਣੀ ਹੈ ਕੀ, ਪਰ ਮੋਟੀ ਜੀ ਗੱਲ ਮੈਂ ਸੋਚਦਾ ਸੀ, ਮੰਨ ਲਓ WhatsApp ਹੈ, Facebook ਹੈ, ਜਾਂ ਕੋਈ ਵੀ ਸਾਧਨ ਹੈ ਆਪਸ ਦੇ ਵਿੱਚ ਕਮਿਊਨੀਕੇਸ਼ਨ ਦਾ, ਜੇ ਆਪਾਂ ਅਕਸਰ ਇਸ ਤੋਂ ਪਹਿਲਾਂ ਸੁਣਦੇ ਵੀ ਫਲਾਨਾ ਬੰਦਾ ਕਹਿੰਦਾ ਮੇਰੀ ਕਾਲ ਰਿਕਾਰਡ ਹੁੰਦੀ ਹੈ, ਫਲਾਨਾ ਬੰਦਾ ਕਹਿੰਦਾ ਵੀ ਮੇਰੀਆਂ ਕਾਲਾਂ ਸੁਣੀਆਂ ਜਾਂਦੀਆਂ ਨੇ, ਢੀਂਗੜਾ ਕਹਿੰਦਾ ਜੀ ਵੀ ਮੇਰੇ ਜਿਹੜੇ ਮੈਸੇਜ ਆਉਂਦੇ ਨੇ ਉਹ ਵੀ ਪਹਿਲਾਂ ਪੜ੍ਹੇ ਜਾਂਦੇ, ਉਸ ਤੋਂ ਬਾਅਦ ਡਿਲੀਵਰ ਹੁੰਦੇ ਆ। ਜੇ ਉਹ ਗੱਲਾਂ ਆਪਾਂ ਪਹਿਲਾਂ ਸੁਣਦੇ ਗਿਣਦੇ ਦੇਖਦੇ ਆਏ ਆ, ਤੇ ਇਹਦਾ ਮਤਲਬ ਵੀ ਉਹ ਆਦਤਾਂ ਪਹਿਲਾਂ ਤੋਂ ਹੈਗੀਆਂ ਨੇ।
ਤੇ ਹੁਣ ਜੇ ਇਹੋ ਜਿਹਾ ਕੁਝ ਹੀ ਹੋ ਰਿਹਾ ਤੇ ਇਹ ਜਿਹੜੀਆਂ ਆਈਟੀ ਵਾਲੀਆਂ ਕੰਪਨੀਆਂ ਇਹਨਾਂ ਨੂੰ ਵੀ ਕੁਝ ਉਹੋ ਜਿਹੀ ਬੋ ਆਈ ਹੋਊਗੀ ਤਾਂ ਹੀ ਰੌਲਾ ਪਾਉਂਦੀਆਂ ਨੇ ਜਾਂ ਹੋਰ ਕਾਰਨ ਜਾਪਦਾ? ਸੰਧਾਲੀਆ ਸਭ ਤਿੰਨ ਵੱਖੋ ਵੱਖਰੇ ਪੱਖ ਨੇ। ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਬਹੁਤ ਵੱਡਾ ਇੱਕ ਇਹਨਾਂ ਵੱਡੀਆਂ ਜਿਹੜੀਆਂ ਕੰਪਨੀਆਂ ਦੇ ਉੱਤੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇੱਕ ਦੋਸ਼ ਲੱਗਦਾ ਸੀ ਕਿ ਇਹ ਆਪਦੇ ਗਾਹਕਾਂ ਦਾ ਡਾਟਾ ਵੇਚਦੇ ਆ। ਉਹਨਾਂ ਦੀਆਂ ਆਦਤਾਂ ਕੀ ਨੇ, ਉਹ ਕਦੋਂ ਸੌਂਦੇ ਨੇ, ਕਦੋਂ ਉੱਠਦੇ ਨੇ, ਕੀ ਖਾਂਦੇ ਨੇ, ਕੀ ਆਰਡਰ ਕਰਦੇ ਨੇ, ਕੀ ਸਰਚ ਕਰਦੇ ਆ, ਉਹ ਸਾਰਾ ਕੁਝ ਪੋਲੀਟੀਕਲ ਪਾਰਟੀਆਂ ਨੂੰ ਤੇ ਮਲਟੀਨੈਸ਼ਨਲ ਕੰਪਨੀਆਂ ਨੂੰ ਵੇਚਦੇ ਆ। ਉਹਦੇ ਆਧਾਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਵੋਟਾਂ ਲੈਣ ਦੇ ਲਈ ਲੋਕਾਂ ਦੇ ਨਾਲ ਉੱਦਾਂ ਦੇ ਵਾਅਦੇ ਕਰਦੀਆਂ, ਉੱਦਾਂ ਦੇ ਪੋਸਟਰ ਛਾਪਦੀਆਂ, ਉੱਦਾਂ ਦੇ ਸਲੋਗਨ ਤੋਰਦੀਆਂ ਤੇ ਵੱਡੀਆਂ ਕੰਪਨੀਆਂ ਲੋਕਾਂ ਦੇ ਟੇਸਟ, ਸੁਭਾਅ ਤੇ ਵਿਵਹਾਰ ਦੇ ਮੁਤਾਬਕ ਪ੍ਰੋਡਕਟ ਤਿਆਰ ਕਰਦੀਆਂ ਕਿ ਅਰਬਾਂ ਰੁਪਈਆ ਲੈ ਕੇ ਲੋਕਾਂ ਦੀ ਜਾਣਕਾਰੀ। ਇਹ ਦੋਸ਼ ਲੱਗਦਾ ਸੀ ਕੰਪਨੀਆਂ ਤੇ। ਦੂਸਰਾ ਇੱਕ ਬਹੁਤ ਵੱਡਾ ਰੌਲਾ ਸੀ ਕਿ ਲੋਕ ਕਈ ਵਾਰੀ ਦੂਸਰੇ ਦੀ ਕੋਈ ਵੀਡੀਓ ਬਣਾ ਕੇ, ਕੋਈ ਮਾੜੀ ਚੰਗੀ ਗਲਤ ਬਣਾ ਕੇ, ਫੇਕ ਬਣਾ ਕੇ, ਕੋਈ ਤੋੜ ਮਰੋੜ ਕਰਕੇ ਦੂਜੇ ਨੂੰ ਬਦਨਾਮ ਕਰ ਦਿੰਦੇ ਸੀ। ਇਹ ਦੋ ਮਦਾਂ ਦੇ ਉੱਤੇ ਤਾਂ ਜੇ ਕੁਝ ਕੰਜਾ ਕੱਸਿਆ ਜਾਂਦਾ ਤੇ ਲੋਕ ਕਿਤੇ ਨਾ ਕਿਤੇ ਕਹਿਣਗੇ ਕਿ ਠੀਕ ਗੱਲ ਹੈ ਭਾਈ। ਪਰ ਤੀਸਰੇ ਪਾਸੇ ਜਿਹੜੀ ਇੱਕ ਹੋਰ ਗੱਲ ਚੱਲਦੀ ਹੈ, ਪਤਾ ਨਹੀਂ ਉਹ ਕਿੰਨੀ ਕੁ ਠੀਕ ਹੈ ਜਾਂ ਕਿੰਨੀ ਗਲਤ, ਕਿ ਸਰਕਾਰ ਕੰਟਰੋਲ ਕਰ ਲਓ, ਕਿ ਸਰਕਾਰ ਸੋਸ਼ਲ ਮੀਡੀਆ ਤੇ ਵੀ ਕੰਟਰੋਲ ਕਰ ਲਓ। ਤੇ ਜੇ ਸੋਸ਼ਲ ਮੀਡੀਆ ਤੇ ਵੀ ਕੰਟਰੋਲ ਹੋ ਗਿਆ ਤੇ ਆਮ ਲੋਕਾਂ ਦਾ ਦਰਦ ਕਿਹੜੇ ਸਾਧਨ ਦੇ ਰਾਹੀਂ ਅੱਗੇ ਜਾਊਗਾ? ਇਹ ਤਿੰਨੋਂ ਵੱਖੋ ਵੱਖਰੇ ਪੱਖ ਨੇ। ਕਿਹੜੀ ਮਨਸ਼ਾ ਦੇ ਨਾਲ ਕੀ ਕੀਤਾ ਜਾ ਰਿਹਾ ਜੀ ਉਡੀਕ ਕਰਨੀ ਪਊਗੀ। ਨਹੀਂ, ਕੰਟਰੋਲ ਕਰਨ ਵਾਲੀ ਗੱਲ ਤਾਂ ਲਗਭਗ ਕਲੀਅਰ ਹੀ ਹੈ ਨਾ। ਹੁਣ ਜੇ ਮੰਨ ਲਓ ਵੀ ਉਹ ਸਰਕਾਰ ਨੇ ਉਹ ਲਾਈਨ ਲਿਖੀ ਹੈ ਵੀ ਜਿਹੜੀ ਵੀ ਚੀਜ਼ ਹੈ ਇਸ ਵਕਤ ਸਾਨੂੰ ਜਾਪਦੀ ਹੋ ਵੀ ਸਰਕਾਰ ਦੇ, ਦੇਸ਼ ਦੇ, ਸੰਵਿਧਾਨ ਦੇ ਜਾਂ ਆਉਣ ਵਾਲੀ ਜਿਹੜੀ ਏਕਤਾ, ਅਖੰਡਤਾ, ਸੁਰੱਖਿਆ, ਬੜੇ ਸ਼ਬਦ ਨੇ ਇਹੋ ਜਿਹੇ, ਮਤਲਬ ਜਿੰਨੇ ਵੀ ਉਹ ਸਾਰੇ ਸ਼ਬਦ ਨੇ ਜਿਨ੍ਹਾਂ ਦੇ ਉੱਪਰ ਪਰਚਾ ਹੋ ਸਕਦਾ, ਸਾਰੇ ਸ਼ਬਦ ਉਹਨਾਂ ਨੇ ਪਾਏ ਆ ਵੀ ਉਹਦੇ ਖਿਲਾਫ ਹੈ ਤਾਂ ਫਿਰ ਆਪਾਂ ਉਹਦੇ 'ਤੇ ਕਾਰਵਾਈ ਕਰ ਸਕਦੇ। ਉਹ ਤਾਂ ਫਿਰ ਕਲੀਅਰ ਹੀ ਹੈ ਵੀ ਮਤਲਬ ਉਹ ਜੇ ਅਗਲਾ ਨੇ ਕਹਿਣਾ ਵੀ ਉਹ ਤਾਂ ਫਿਰ ਕਹਿਣਾ ਹੀ ਕਹਿਣਾ। ਮੈਂ ਨਹੀਂ ਵੱਸਦੀ, ਇਹਦੀ ਦਾੜੀ ਹਿਲਦੀ ਹੈ, ਫਿਰ ਰੌਲਾ ਤਾਂ ਹੈਗਾ ਹੀ ਹੈਗਾ ਕੋਈ ਨਾ ਕੋਈ। ਪਰ ਕਾਰਨ ਇਹ ਆ ਵੀ ਇਹਦੇ 'ਚ ਇੱਕ ਚੀਜ਼ ਜਿਹੜੀ ਮੈਨੂੰ ਜਾਪਦੀ ਆ ਉਹ ਇਹ ਆ ਵੀ ਜਾਂ ਤਾਂ ਜਿਹੜਾ ਇੱਕ ਵਿਸ਼ਵਾਸ ਹੋਣਾ ਚਾਹੀਦਾ ਆਮ ਲੋਕਾਂ ਦਾ ਸਰਕਾਰ ਦੇ ਵਿੱਚ ਜਾਂ ਸਰਕਾਰ ਦਾ ਆਮ ਲੋਕਾਂ ਦੇ ਵਿੱਚ, ਉਹਦੇ 'ਚ ਕਿਤੇ ਨਾ ਕਿਤੇ ਕਮੀ ਆ। ਦੈਟਸ ਵਾਈ ਇਹ ਚਰਚਾ ਜਿਹੜੀ ਆਮ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਚੱਲਣ ਲੱਗ ਪਈ ਵੀ ਉਹ ਹੋਏ ਤਾਂ ਫਿਰ ਮੂੰਹ ਤੇ ਹੱਥ ਰੱਖਣ ਵਾਲੀ ਗੱਲ ਹੀ ਹੋ ਗਈ ਵੀ ਤੂੰ ਮੂੰਹ ਤੇ ਉਂਗਲ ਰੱਖ ਲਾ, ਤੂੰ ਨਹੀਂ ਬੋਲਣਾ, ਜੋ ਮਰਜ਼ੀ ਹੋਈ ਜਾਵੇ। ਨਹੀਂ, ਬਿਲਕੁਲ ਸੰਧਾਲੀਆ ਸਾਹਿਬ, ਇਹ ਪੱਖ ਜਿਹੜਾ ਸਭ ਤੋਂ ਮਜ਼ਬੂਤ ਹੈ, ਲੋਕਾਂ ਨੂੰ ਇਸ ਗੱਲ ਦੀ ਸ਼ੰਕਾ, ਉਹ ਸ਼ੰਕਾ ਦੂਰ ਹੋਣੀ ਚਾਹੀਦੀ ਹੈ। ਤੇ ਮੈਨੂੰ ਇੱਕ ਗੱਲ ਨਾਲ ਹੋਰ ਵੀ ਲੱਗਦੀ ਹੈ ਕਿ ਜਿੱਥੇ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ, ਜੇ ਉਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਨਾ, ਆਪਾਂ ਸਰਕਾਰ ਦੀ ਸਮਝ ਤੋਂ ਗੱਲ ਕਰੀਏ, ਦੂਸਰੇ ਪਾਸੇ ਹੋਰ ਬਹੁਤ ਕੁਛ ਹੈ ਜਿਨ੍ਹਾਂ ਨੂੰ ਨੱਥ ਪਾਉਣੀ ਜ਼ਰੂਰੀ ਹੈ। ਮੈਂ ਤੁਹਾਡੇ ਨਾਲ ਬਰੇਲੀ ਦੀ ਗੱਲ, ਯੂਪੀ ਦੀ ਕਰਨੀ ਹੈ। ਉਹ ਗੱਲ ਨੇ ਸਾਰੀ ਦੁਨੀਆ ਝੰਜੋੜ ਕੇ ਰੱਖ ਦਿੱਤੀ। ਅਚਾਨਕ ਇੱਕ ਵਿਅਕਤੀ ਸਾਹਮਣੇ ਆਉਂਦਾ ਹੈ ਲੋਕਾਂ ਦੇ, ਉਹਦੇ ਹੱਥਾਂ ਦੇ ਉੱਤੇ ਤੇ ਪੈਰਾਂ ਦੇ ਉੱਤੇ ਕਿੱਲ ਠੋਕੇ ਹੋਆ, ਮੇਖਾਂ ਠੁਕੀਆਂ ਨੇ ਅਜੇ, ਪੈਰਾਂ ਦੇ ਵਿੱਚ ਵੀ ਹੱਥਾਂ ਦੇ ਵਿੱਚ ਵੀ ਇੱਕ ਮੇਖ, 4 ਮੇਖਾਂ ਟੋਟਲ। ਤੇ ਉਹਨੇ ਕਿਹਾ ਕਿ ਮੈਂ ਯੂਪੀ ਦੇ ਬਰੇਲੀ ਦਾ, ਮੈਂ ਆਪਣੇ ਘਰ ਦੇ ਮੂਹਰੇ ਖੜਾ ਸੀ, ਲੋਕਡਾਊਨ ਲੱਗਿਆ ਜਾਂ ਪਾਬੰਦੀਆਂ ਸੀ ਤੇ ਪੁਲਿਸ ਵਾਲੇ ਮੈਨੂੰ ਚੱਕ ਕੇ ਲੈ ਗਏ ਤੇ ਮੇਰੇ ਦੋਨਾਂ ਹੱਥਾਂ ਦੇ ਵਿੱਚ ਤੇ ਦੋਨਾਂ ਪੈਰਾਂ 'ਚ ਕਿੱਲ ਠੋਕ ਦਿੱਤੇ, ਕੱਢੇ ਵੀ ਨਹੀਂ, ਉਦਾਂ ਹੀ ਕਿੱਲ ਠੋਕਿਆ ਤੇ ਉਹ ਚੀਕਾਂ ਮਾਰਦਾ ਰੋਂਦਾ ਤੇ ਉਹਦਾ ਟੱਬਰ ਉਹਨੂੰ ਲਈ ਫਿਰਦਾ। ਹੁਣ ਜੇ ਅਜੇ ਤੱਕ ਵੀ, ਆਪਾਂ ਹੁਣੇ ਗੱਲ ਕੀਤੀ ਸੀ US ਦੀ ਪੁਲਿਸ ਦੀ ਕਿ ਭਾਈ ਜੇ ਜਾਰਜ ਫਲੋਇਡ ਦੇ ਨਾਲ ਕੁਝ ਹੋਇਆ ਤੇ ਉਹਨਾਂ ਨੇ ਅਫਸੋਸ ਪ੍ਰਗਟ ਕੀਤਾ ਤੇ ਵੀ ਕਿਹਾ ਕਿ ਪੁਲਿਸੀਆ ਸਿਸਟਮ ਦੇ ਵਿੱਚ ਸੁਧਾਰਾਂ ਦੀ ਲੋੜ ਹੈ। ਦੁਨੀਆ ਦਾ ਸਰਪੰਚ ਹੈ ਅਮਰੀਕਾ ਅੱਜ ਤੱਕ, ਭਲਕ ਨੂੰ ਚੀਨ ਬਣ ਜਾ ਵੱਖਰੀ ਗੱਲ ਹੈ। ਹੁਣ ਕੀ ਜਦੋਂ ਇਦਾਂ ਦੀਆਂ ਘਟਨਾਵਾਂ ਅਜੇ ਆ ਰਹੀਆਂ ਕਿ ਭਾਈ ਇੱਕ ਬੰਦੇ ਨੂੰ ਫੜ ਲਿਆ ਜਾਂਦਾ, ਕੀ ਕਿ ਮੰਨ ਲਓ ਲੋਕਡਾਊਨ ਦੀ ਉਹਨੇ ਉਲੰਘਣਾ ਵੀ ਕੀਤੀ ਹੈ, ਪੁਲਿਸ ਕਹਿੰਦੀ ਉਹਨੇ ਸ਼ਰਾਬ ਵੀ ਪੀਤੀ ਹੈ, ਹੁਣ SSP ਸਾਹਿਬ ਕਹਿੰਦੇ ਜੀ ਇਦਾਂ ਦੀ ਗੱਲ ਹੀ ਕੋਈ ਨਹੀਂ, ਬੰਦੇ ਨੇ ਆਪ ਹੀ ਕਿੱਲ ਠੋਕ ਲਿਆ। ਇੱਕ ਠੋਕ ਲੂ ਬੰਦਾ, ਯਾਰ ਦਰਦ ਹੁੰਦੀ ਹੈ, ਦੂਜੇ 'ਚ ਠੋਕ ਲੂ, ਤੀਜੇ 'ਚ, 4 ਹੀ ਥਾਵਾਂ ਦੇ ਉੱਤੇ ਆਪਣੇ ਉਹਨੇ ਮੇਖਾਂ ਠੋਕ ਲਈਆਂ, ਐਡਾ ਹੀ ਉਹ ਕਿਤੇ ਬਹਾਦਰ ਬੰਦਾ। ਨਹੀਂ, ਉਹ ਪਤਾ ਹੀ ਗੱਲ, ਤੁਹਾਡੀ ਗਲਤੀ। SSP ਸਾਹਿਬ ਨੂੰ ਕਹਿਣਾ ਚਾਹੀਦਾ ਵੀ ਉਹ ਕੀ ਪਤਾ ਉਹਨਾਂ ਕੋਲ ਤਰੀਕਾ ਹੋਵੇ ਕੋਈ। SSP ਸਾਹਿਬ ਤੁਸੀਂ ਠੋਕੇ ਵਿਖਾਓ ਆਪਣੇ, ਮਤਲਬ ਕਿੱਦਾਂ ਠੋਕੇ ਜਾਂਦਾ। ਨਹੀਂ, ਮੈਂ ਤਾਂ ਸੰਧਾਲੀਆ ਸਾਹਿਬ ਹੈਰਾਨ ਆ ਕਿ 2021 'ਚ ਤੁਸੀਂ ਕਿਸੇ ਦੇ ਹੱਥਾਂ ਤੇ ਪੈਰਾਂ ਦੇ ਉੱਤੇ ਮੇਖਾਂ ਠੋਕਦੇ ਹੋ ਤੇ ਬੰਦਾ ਚੀਕਾਂ ਮਾਰੇ। ਇਹਨਾਂ ਚੀਜ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਸੁਧਾਰ ਦੀ ਲੋੜ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਭਾਈ ਸਾਡੇ ਦੇਸ਼ ਦੇ ਵਿੱਚ ਆਮ ਬੰਦਾ ਸਰਕਾਰ ਦੇ ਵਿੱਚ, ਸਿਸਟਮ ਦੇ ਵਿੱਚ, ਲੋਕਤੰਤਰ ਦੇ ਵਿੱਚ ਯਕੀਨ ਰੱਖੇ। ਤਾਂ ਜੇ ਉਹਨੂੰ ਰਾਖੇ ਇਦਾਂ ਲੱਗਣਗੇ ਕਿ ਭਾਈ ਇਹਨਾਂ ਨੇ ਪਤਾ ਨਹੀਂ ਮੇਰੀਆਂ ਹੱਡੀਆਂ ਤੋੜਨੀਆਂ ਜਾਂ ਮੇਰਾ ਕੀ ਕਰਨਾ, ਫਿਰ ਤਾਂ ਬਹੁਤਾ ਔਖਾ ਹੋ ਜਾਊਗਾ। ਗੱਲ ਤਾਂ ਠੀਕ ਹੈ ਬਾਟ ਸਾਹਿਬ, ਪਰ ਕਾਰਨ ਇਹ ਆ ਵੀ ਹੁਣ ਜਿਸ ਹਿਸਾਬ ਨਾਲ ਕੰਮ ਇਹ ਤੁਰ ਪਿਆ ਨਾ, ਉਹਦੇ ਤੋਂ ਇਹ ਲੱਗਦਾ ਕਿ ਵੀ ਜਿਹੜਾ ਵੀ ਮਾੜਾ ਮੋਟਾ ਰਾਹ ਬੰਦੇ ਨੂੰ ਜਾਪਦਾ ਸੀ ਵੀ ਇੱਧਰ ਦੀ ਚੀਕ ਮਾਰੂੰਗਾ ਮੈਂ, ਉੱਧਰ ਦੀ ਮਾਰੂੰਗਾ ਚੀਕ, ਉਹ ਨੱਪਣ ਵਾਲੀ ਗੱਲ। ਹੁਣ ਜਿੱਦਾਂ ਹਰਿਆਣੇ 'ਚ ਹੈ ਵੀ ਸੰਪਤੀ ਨੂੰ ਜੇ ਕਿਸੇ ਨੇ ਨੁਕਸਾਨ ਪਹੁੰਚਾਇਆ ਤੇ ਉਹਦੇ 'ਤੇ ਕੇਸ ਹੋਊਗਾ ਭਾਈ ਸਾਹਿਬ, ਭਰਪਾਈ ਵੀ ਉਹਦੇ ਤੋਂ ਕਰਾਂਗੇ। ਰਾਜਪਾਲ ਸਾਹਿਬ ਨੇ ਸਾਈਨ ਕਰਤੇ ਤਾਂ ਮਤਲਬ ਹੁਣ ਹਰਿਆਣੇ ਦੇ ਵਿੱਚ ਉਹ ਕਾਨੂੰਨ ਬਣ ਗਿਆ, ਲਾਗੂ ਹੋ ਗਿਆ ਇੱਕ ਤਰ੍ਹਾਂ ਦਾ ਕਿ ਵੀ ਜੇ ਧਰਨੇ, ਪ੍ਰਦਰਸ਼ਨ, ਵਿਰੋਧ ਦੇ ਦੌਰਾਨ ਕਿਸੇ ਵੀ ਪ੍ਰਾਪਰਟੀ ਨੂੰ ਕੋਈ ਵੀ ਬੰਦਾ ਨੁਕਸਾਨ ਪਹੁੰਚਾਉਂਦਾ ਤੇ ਉਹਦੀ ਭਰਪਾਈ ਉਹ ਬੰਦੇ 'ਤੇ ਪੈ ਜਾਣੀ। ਇੱਦਾਂ ਹੀ ਨਾ, ਇੱਦਾਂ ਹੀ। ਹੁਣ ਇਹ ਕਦੋਂ ਹੋ ਰਿਹਾ ਸਾਰਾ ਕੁਝ? ਜਦੋਂ ਇਸ ਵਕਤ ਧਰਨੇ ਪ੍ਰਦਰਸ਼ਨ ਉੱਥੇ ਹਰਿਆਣੇ 'ਚ ਲੱਗ ਰਹੇ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੀ ਚੀਜ਼ ਜਾਪਦੀ ਹੈ ਵੀ ਆਹ ਉਹਦੇ ਨਾਲ ਰਿਲੇਟਡ ਕਾਨੂੰਨ ਲੈ, ਉਹ ਗੱਲ ਖਤਮ।
ਸੰਧਾਲੀਆ ਸਾਹਿਬ ਇਹ ਬਹੁਤ ਵੱਡੀ ਚਰਚਾ ਦਾ ਵਿਸ਼ਾ ਬਣਨਾ। ਤੁਹਾਨੂੰ ਯਾਦ ਹੋਣਾ ਕਿ ਜਦੋਂ ਕਿਸਾਨ ਗਏ ਸੀ ਦਿੱਲੀ ਨੂੰ, ਉਦੋਂ ਸੜਕਾਂ ਵੀ ਪੱਟੀਆਂ ਗਈਆਂ ਸੀ, ਉਦੋਂ ਪੁਲਿਸ ਵਾਲਿਆਂ ਦੇ ਨਾਲ ਝੜਪਾਂ ਵੀ ਹੋਈਆਂ, ਉਦੋਂ ਕਈ ਟਰੱਕ ਟਿੱਪਰ ਰਾਹ 'ਚ ਖੜੇ ਕੀਤੇ ਸੀ, ਪਰੇ ਵੀ ਕੀਤੇ, ਸ਼ੀਸ਼ੇ ਟੁੱਟ ਜਾਂਦੇ ਆ, ਅਕਸਰ ਕੁਛ ਨਾ ਕੁਛ ਹੋ ਜਾਂਦਾ। ਹੁਣ ਜਦੋਂ ਇਹ ਕਹਿ ਦਿੱਤਾ ਕਿ ਕੋਈ ਬੰਦਾ ਧਰਨਾ ਪ੍ਰਦਰਸ਼ਨ ਕਰੂ, ਕੋਈ ਮੁਲਾਜ਼ਮ, ਕਿਸਾਨ, ਮਜ਼ਦੂਰ, ਕੋਈ ਵੀ ਬੰਦਾ ਕਰੇ, ਚਾਹੇ ਸਰਕਾਰੀ ਪ੍ਰਾਪਰਟੀ ਆ ਤੇ ਚਾਹੇ ਪ੍ਰਾਈਵੇਟ ਪ੍ਰਾਪਰਟੀ ਆ, ਉਹਦਾ ਕੋਈ ਵੀ ਨੁਕਸਾਨ ਹੋ ਗਿਆ ਤੇ ਜਿਹੜੀ ਜਥੇਬੰਦੀ, ਜਿਹੜੇ ਲੋਕ ਉਹ ਧਰਨਾ ਪ੍ਰਦਰਸ਼ਨ ਕਰਨਗੇ ਉਹਨਾਂ ਤੋਂ ਵਸੂਲਿਆ ਜਾਊਗਾ। ਇਹ ਗੱਲ ਤਾਂ ਸਮਝ ਆਉਂਦੀ ਹੈ, ਪਰ ਆਪਾਂ ਇੱਕ ਵਾਰੀ ਗੁਜਰਾਤ 'ਚ ਵੀ ਦੇਖਿਆ ਸੀ, ਮਹਾਰਾਸ਼ਟਰ 'ਚ ਵੀ ਦੇਖਿਆ ਸੀ, ਬਹੁਤ ਸਾਰੀਆਂ ਵੀਡੀਓਜ਼ ਲੋਕ ਕਈ ਵਾਰੀ ਬਣਾ ਲੈਂਦੇ ਆ ਕਿ ਜਦੋਂ ਧਰਨਾ ਪ੍ਰਦਰਸ਼ਨ ਵਾਲਾ ਕੰਮ ਨਿਬੜ ਗਿਆ ਸੀ, ਪਾਟੀਦਾਰ ਅੰਦੋਲਨ ਦੇ ਵਿੱਚ ਹੋਇਆ ਸੀ, ਉਹਦੇ ਤੋਂ ਬਾਅਦ ਪੁਲਿਸ ਵਾਲੇ ਸ਼ੀਸ਼ੇ ਤੋੜਦੇ ਵੀ ਨਜ਼ਰ ਆਏ। ਪੰਚਕੂਲੇ ਹੋਇਆ ਸੀ ਬਾਬੇ ਵਾਲੀ ਗ੍ਰਿਫਤਾਰੀ ਦੇ ਵੇਲੇ ਵੀ ਕਿ ਭਾਈ ਨਾ ਭਾਵੇਂ ਜਿਹਦਾ ਮਰਜ਼ੀ ਲੱਗ ਜਾ, ਸ਼ੀਸ਼ੇ ਵੀ ਤੋੜ ਦਿਓ, ਸਕੂਟਰ ਸੁੱਟ ਦਿਓ, ਸਕੂਟਰਾਂ ਦੇ ਉੱਤੇ ਬਾਅਦ 'ਚ ਲਾਠੀਆਂ ਮਾਰ ਦਿਓ। ਇਹਦਾ ਮਤਲਬ ਕੀ ਹੈ ਕਿ ਇੱਕ ਜਥੇਬੰਦੀ ਕਾਲ ਦਿੰਦੀ ਹੈ ਕਿ ਪਰਸੋਂ ਨੂੰ ਧਰਨਾ ਦੇਣਾ ਹੈ, ਉਹ ਜਥੇਬੰਦੀ ਦੀਆਂ ਅਖਬਾਰਾਂ ਦੇ ਵਿੱਚ ਖਬਰਾਂ ਹੋਣਗੀਆਂ, ਟੀਵੀ ਦੇ ਉੱਤੇ ਰਿਪੋਰਟਾਂ ਚੱਲਦੀਆਂ ਹੋਣਗੀਆਂ, ਪਤਾ ਲੱਗ ਗਿਆ ਕਿ ਧਰਨੇ ਦੀ ਕਾਲ ਕਿਹਨੇ ਦਿੱਤੀ ਹੈ। ਹੁਣ ਉੱਥੇ ਤੋੜ-ਫੋੜ ਭਾਵੇਂ ਕੋਈ ਵੀ ਕਰ ਜਾਏ, ਸਰਕਾਰੀ ਪ੍ਰਾਈਵੇਟ ਪ੍ਰਾਪਰਟੀ ਨੂੰ ਨੁਕਸਾਨ ਭਾਵੇਂ ਕੋਈ ਵੀ ਪਹੁੰਚਾ ਜਾਏ, ਵਸੂਲਿਆ ਜਾਊਗਾ ਉਹਨਾਂ ਦੇ ਕੋਲੋਂ। ਤੇ ਜਦੋਂ ਇੱਕ ਕਾਨੂੰਨ ਬਣ ਗਿਆ ਤੇ ਸੰਧਾਲੀਆ ਸਾਹਿਬ ਇਹ ਲੋਕਤੰਤਰ ਹੈ, ਇਹ ਡੈਮੋਕ੍ਰੇਸੀ ਹੈ, ਜਿੱਥੇ ਸਾਡੀ ਮਾਣਯੋਗ ਸੁਪਰੀਮ ਕੋਰਟ ਵੀ ਕਹਿੰਦੀ ਹੈ ਕਿ ਧਰਨਾ ਪ੍ਰਦਰਸ਼ਨ ਕਰਨ ਦਾ ਹੱਕ ਹੈ। ਅਸੀਂ ਇਸ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਕਿ ਤੁਸੀਂ ਡੀਸੀ ਦਫ਼ਤਰਾਂ ਨੂੰ ਧਰਨਾ ਲੈ ਕੇ ਜਾਓ ਤਾਂ ਰਾਹ ਦੇ ਵਿੱਚ ਜਿਹਦਾ ਘਰ ਉਹਦੇ ਸ਼ੀਸ਼ੇ ਤੋੜ ਦਿਓ, ਕੋਈ ਬੰਦਾ ਇਸ ਗੱਲ ਨੂੰ ਮਨਜ਼ੂਰ ਨਹੀਂ ਕਰੂਗਾ। ਪਰ ਕੀ ਇਸ ਕਾਨੂੰਨ ਦਾ ਠੀਕ ਤਰੀਕੇ ਹੀ ਪ੍ਰਯੋਗ ਹੋ? ਇਕੱਲਾ ਉੱਥੇ ਨਹੀਂ, ਬਾਕੀ ਸੂਬਿਆਂ 'ਚ ਵੀ ਤਿਆਰੀਆਂ ਹੀ ਆ, ਕਈਆਂ 'ਚ ਬਣ ਵੀ ਗਿਆ ਤੇ ਕਈਆਂ 'ਚ ਤਿਆਰ ਆ, ਕਈਆਂ 'ਚ ਇਹਦੇ ਨਾਲ ਰਲਦੇ ਮਿਲਦੇ ਕਾਨੂੰਨ ਬਣੇ ਹੋ ਆ। ਸੋ ਕੁੱਲ ਮਿਲਾ ਕੇ ਜਿੱਧਰਲੇ ਪਾਸੇ ਨੂੰ ਸਰਕਾਰਾਂ ਤੁਰ ਪਈਆਂ, ਉਹ ਕੰਮ ਬਹੁਤ ਖਰਾਬ ਹੈ। ਤੇ ਮੂੰਹ ਦੇ ਵਿੱਚ ਘੁੰਗਣੀਆਂ ਪਤਾ ਕਿੰਨੇ ਪਾਈਆਂ ਵਿਰੋਧੀ ਧਿਰਾਂ ਨੇ, ਕਿਉਂਕਿ ਤੁਸੀਂ ਕਹਿੰਦੇ ਹੁੰਦੇ ਆ ਕਿ ਮੁੜ ਕੇ ਸਰਕਾਰ 'ਚ ਉਹਨਾਂ ਨੇ ਵੀ ਆਉਣਾ ਤੇ ਲਾਗੂ ਡੰਡਾ ਪਰੇਡ ਉਹਨਾਂ ਨੇ ਵੀ ਕਰਨੀ ਹੈ। ਪਰ ਆਹ ਵਿਰੋਧੀ ਧਿਰ ਦੀ ਜਿਹੜੀ ਚੁੱਪ ਆ ਨਾ, ਇਹਦੇ ਤੋਂ ਲੋਕਾਂ ਨੂੰ ਬਹੁਤ ਸਾਰੇ ਸਬਕ ਸਿੱਖਣੇ ਪੈਣਗੇ। ਲੋਕਾਂ ਨੂੰ ਕਾਹਦੇ ਸਬਕ ਸਿੱਖਣੇ ਪੈਣਗੇ ਯਾਰ, ਕਮਾਲ ਕਰਦੇ ਹੋ ਤੁਸੀਂ। ਐਵੇਂ ਤੁਸੀਂ ਨਾ ਆਪਣੇ ਨਾਲ ਲੋਕਾਂ ਨੂੰ ਨਾ ਜੁੜਿਆ ਗਏ। ਲੋਕ ਬੜੇ ਅੱਛੇ ਨੇ, ਬੜੇ ਪਿਆਰੇ ਨੇ ਯਾਰ, ਉਹਨਾਂ ਨੂੰ ਪਤਾ ਵੀ ਮਤਲਬ ਇੱਕ ਵਾਰ ਆਉਣਾ ਲੀਡਰ ਸਾਹਿਬ ਨੇ, ਉਹ 15 ਕੁ ਦਿਨ ਅਸੀਂ ਰੈਲੀਆਂ 'ਚ ਵੀ ਜਾਣਾ, ਪਕੌੜੇ ਚੱਲਣੇ, ਜਲੇਬੀਆਂ ਚੱਲਣੀਆਂ, ਕੌੜਾ ਪਾਣੀ ਵਰਤਣਾ ਹੈ, ਨਗਦਨਾਮਾ ਵੀ ਦੇ ਦਿਆਂਗੇ, ਕੋਈ ਗੱਲ ਨਹੀਂ, ਕੋਈ ਪੱਖਾ, ਫਰਿੱਜ, ਟੈਲੀਵਿਜ਼ਨ ਚਾਹੀਦਾ ਉਹ ਵੀ ਆਪਾਂ ਦੇ ਦਿਆਂਗੇ। ਇੱਕ ਨਾ ਵੋਟਾਂ ਪਾ ਕੇ ਮੁੜ ਕੇ 5 ਸਾਲ ਨਜ਼ਾਰੇ ਲੈਣ ਯਾਰ। ਕਿਉਂ ਤੁਸੀਂ ਲੋਕਾਂ ਨੂੰ ਚੁੱਕਦੇ ਯਾਰ? ਕੀ ਵਿਗਾੜਿਆ ਤੁਹਾਡਾ? ਦੇਖੋ ਜੇ ਤੁਹਾਨੂੰ ਅਸੀਂ ਕੋਈ ਬਹੁਤਾ ਮੰਗ, ਅਸੀਂ ਸਿਰਫ ਇਹ ਆਨੇ ਵੀ ਤੇਰਾ ਇੱਕ ਨਿੱਕਾ ਜਿਹਾ ਨਹੁੰ ਉੱਤੇ ਛੋਟੀ ਜਿਹੀ ਸਿਆਹੀ ਲਾਉਣੀ ਹੈ, ਟੀਕਾ ਵੀ ਨਹੀਂ ਲਾਉਣਾ ਯਾਰ, ਤੇ ਇੰਨੀ ਕੁ ਗੱਲ ਐ। ਐਵੇਂ ਤੁਸੀਂ ਪਤਾ ਨਹੀਂ ਕਿਉਂ ਕਹੀ ਨਾ WhatsApp। ਮੈਂ ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਸ਼ਬਦ ਵਾਪਸ ਨੇ, ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਲੱਗਦੀ ਹੈ। ਬਹੁਤ ਜ਼ਿਆਦਾ ਪੁੱਜੀ, ਤੁਸੀਂ ਬਹੁਤ ਵਧੀਆ ਕੀਤਾ ਇਹ ਜਿਹੜਾ ਤੁਸੀਂ ਮਤਲਬ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਪਰਹੇਜ਼ ਕੀਤਾ। ਚਲਿਏ ਹੁਣ ਮੈਨੂੰ ਲੱਗਦਾ ਟਾਈਮ ਹੋ ਗਿਆ। ਸੰਧਾਲੀਆ ਸਾਹਿਬ ਜਾਣਾ ਆ, ਤੇ ਬਸ ਇੱਕੋ ਗੱਲ ਜਿਹੜੀ ਆਪਾਂ ਕਹਿੰਦੇ, ਇੱਕ ਤਾਂ ਚੜ੍ਹਦੀ ਕਲਾ 'ਚ ਰਹਿਣਾ, ਹਾਂ ਪੱਖੀ ਅਪਰੋਚ ਰੱਖਣੀ, ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨੀ ਤੇ ਸ਼ਬਦਾਵਲੀ ਠੀਕ ਵਰਤਣੀ ਹੈ। ਇੰਨੀਆਂ ਕਿ ਬੇਨਤੀਆਂ। ਸ਼ੁਕਰੀਆ, ਬਹੁਤ ਧੰਨਵਾਦ ਜੀ। ਸੋ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ, ਗੱਲਾਂ ਬਾਤਾਂ ਜੇ ਠੀਕ ਲੱਗਣ ਤੇ ਅੱਗੇ ਸ਼ੇਅਰ ਵੀ ਕਰਦਿਆ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।